ਪਲੀਜ਼ ਕੋਸ਼ਿਸ਼ ਕਰਿਆ ਕਰੋ ਜੀ, ਨਾਲ ਦੀ ਨਾਲ ਨਾ ਮਿਊਟ ਕਰ ਲਿਆ ਕਰੋ ਜਦੋਂ ਮੈਂ ਸਮਝਾਉਣ ਲੱਗਦਾ ਹੁੰਦਾ। ਤੁਹਾਡੀ ਗੱਲ ਬਿਲਕੁਲ ਜਾਇਜ਼ ਆ। ਜਿਹੜੀ ਅਸੀਂ ਜਿੰਨੇ ਵੀ ਹਜੇ ਤੱਕ ਆਪਾਂ ਏਸੀ ਸਰਕਟ ਦੇ ਵਿੱਚ ਇੰਪੀਡੈਂਸਿਸ ਕੱਢੀਆਂ ਨੇਗੀਆਂ, ਉਹ ਇੰਪੀਡੈਂਸ ਅਸੀਂ ਕਿੱਥੋਂ ਕੱਢਦੇ ਆਂਗੇ? ਪਹਿਲਾਂ ਅਸੀਂ ਆਰਐਮਐਸ ਵੈਲਿਊ ਬਣਾਉਣੇ ਆਂਗੇ, ਫਿਰ ਉਸ ਤੋਂ ਬਾਅਦ ਉਹਦੀ ਇੰਪੀਡੈਂਸ ਕੱਢਦੇ ਆਂਗੇ। ਇੱਕ ਗੱਲ ਛੋਟਾ ਆਪਾਂ ਇੱਕ ਨਾ ਐਗਜ਼ਾਮਪਲ ਲੈ ਕੇ ਚੱਲਦੇ ਆ, ਇੱਕ ਐਗਜ਼ਾਮਪਲ ਲੈ ਕੇ ਚੱਲਦੇ ਆ ਵੀ ਕਿੰਨਾ ਕੁ ਫਰਕ ਆਉਂਦਾ ਹੈਗਾ। ਐਗਜ਼ਾਮਪਲ ਲੈ ਕੇ ਸਾਡੇ ਕੋਲੇ ਜਿਹੜਾ ਸਾਡਾ 10 ਵਾਲਾ ਹੁੰਦਾ ਵੀ 14.14 ਸਾਈਨ 314t, ਇਹ ਹੈਗੀ ਆ ਵੋਲਟੇਜ ਦੀ ਵੈਲਿਊ ਕਿਤੇ, ਤੇ ਕਰੰਟ ਦੀ ਜਿਹੜੀ ਵੈਲਿਊ ਹੈਗੀ ਕਰ ਲਓ ਇਹ ਥੋੜਾ ਜਿਹਾ, ਆਹ ਕਰੰਟ ਦੀ ਵੈਲਿਊ ਹੈ ਜਿਹੜੀ ਆ ਦਿੱਤੀ ਹੋਈ ਹੈ, ਇਹ ਕਰੰਟ ਦੀ ਵੈਲਿਊ ਹੈਗੀ। ਵੋਲਟੇਜ ਜਿਹੜੀ ਹੈ ਤੁਹਾਡੀ, ਵੋਲਟੇਜ ਤੁਹਾਨੂੰ ਦਿੱਤੀ ਹੋਈ ਹੈ 28.28 ਸਾਈਨ 314t, ਇਹੀ ਹੈ ਜੀ ਕੁਐਸਚਨ। ਠੀਕ ਹੈ, ਇੱਥੋਂ ਪਤਾ ਲੱਗ ਜਾਏਗਾ ਸਾਨੂੰ। ਦੇਖੋ ਇਹੀ ਐਗਜ਼ਾਮਪਲ, ਠੀਕ ਹੈ ਬੱਚੇ, ਵੋਲਟੇਜ ਦਿੱਤਾ ਹੋਇਆ। ਪਹਿਲਾਂ ਅਸੀਂ ਕਰਦੇ ਆਂਗੇ ਇਹਨੂੰ ਏਦਾਂ ਹੀ, ਸਪੋਜ਼ ਕਰੋ ਜਿਹੜਾ Z ਹੁੰਦਾ ਹੈਗਾ, ਅਸੀਂ ਕਰਦੇ ਹਾਂ ਮੈਕਸਿਮਮ V ਮੈਕਸਿਮਮ ਡਿਵਾਈਡ ਬਾਈ I ਮੈਕਸਿਮਮ ਕਰਕੇ ਦੇਖਦੇ ਹਾਂ ਵੀ ਇਹਦਾ ਆਂਸਰ ਕਿੰਨਾ ਆਉਂਦਾ। ਇਹਦਾ ਆਂਸਰ ਆਏਗਾ 28.28 ਡਿਵਾਈਡ ਬਾਈ 14.14। ਜਦੋਂ ਅਸੀਂ ਇਹਨੂੰ ਕੱਟਾਂਗੇ ਤਾਂ ਸਾਡੇ ਕੋਲੇ ਕੀ ਆਏਗਾ ਆਂਸਰ ਜੀ? 2 ਓਮ ਆ ਜਾਏਗਾ। ਤਾਂ Z ਦੀ ਵੈਲਿਊ ਜਿਹੜੀ ਟੋਟਲ ਇੰਪੀਡੈਂਸ ਆਈ ਹੈ ਸਾਡੀ, ਉਹ ਕਿੰਨੀ ਆ ਗਈ ਜੀ? 2 ਓਮ ਆ ਗਈ। ਹੁਣ ਅਸੀਂ ਕਰਕੇ ਦੇਖਦੇ ਹਾਂ ਵੀ ਜੇ ਅਸੀਂ Z ਦੀ ਵੈਲਿਊ VRMS ਡਿਵਾਈਡ ਬਾਈ IRMS ਦੇ ਨਾਲ ਕੱਢਦੇ ਤਾਂ ਸਾਡੇ ਕੋਲੇ ਆਂਸਰ ਕੀ ਆਉਂਦਾ। ਤਾਂ ਅਸੀਂ ਪਹਿਲਾਂ ਵੋਲਟੇਜ ਨੂੰ ਕਨਵਰਟ ਕਰ ਦਿਆਂਗੇ ਜੀ 28.28 ਡਿਵਾਈਡ ਬਾਈ √2। ਇਹਨੂੰ ਆਪਾਂ ਡਿਵਾਈਡ ਕਰਾਂਗੇ ਬੱਚੇ, ਸਾਡੇ ਕੋਲੇ 20 ਵੋਲਟ ਆਊਗਾ ਜੀ। ਇਹਦਾ ਕੱਢ ਕੇ ਦੇਖ ਲਓ ਤੁਸੀਂ ਆਪਣੇ ਕੈਲਕੂਲੇਟਰ ਦੇ ਉੱਪਰ, ਇਹੀ ਆ ਰਿਹਾ ਹੈਗਾ ਜੀ। ਹਾਂਜੀ ਠੀਕ ਹੈ। ਉਸ ਤੋਂ ਬਾਅਦ ਜਦੋਂ ਇਹਦਾ ਤੁਸੀਂ ਕਰੰਟ ਦਾ ਕੱਢੋਗੇ, ਕਰੰਟ ਦਾ ਜਦੋਂ ਤੁਸੀਂ ਆਰਐਮਐਸ ਵੈਲਿਊ ਕੱਢੋਗੇ ਕਰੰਟ ਦੀ, ਇਹਨੂੰ ਵੀ ਆਪਾਂ ਡਿਵਾਈਡ ਕਰਾਂਗੇ √2 ਨਾਲ, ਤਾਂ 14.14 ਡਿਵਾਈਡ ਬਾਈ √2। ਤਾਂ ਇੱਥੋਂ ਜਦੋਂ ਅਸੀਂ ਕੱਢਾਂਗੇ ਇਹਦੀ ਆਊਗੀ ਬੱਚੇ 10 ਐਂਪੀਅਰ ਕਰੰਟ। ਤਾਂ ਵੋਲਟੇਜ ਸਾਡੀ ਆਈ ਹੈ 20, ਕਰੰਟ ਸਾਡਾ ਆਏਗਾ 10। ਤਾਂ ਜਦੋਂ ਅਸੀਂ ਦੋਨਾਂ ਨੂੰ ਕੱਟਿਆ ਸਾਡੇ ਕੋਲੇ ਕਰੰਟ ਟੋਟਲ ਜਿਹੜੀ ਇੰਪੀਡੈਂਸ ਆ ਉਹ ਕਿੰਨੀ ਆ ਗਈ ਜੀ? 2। ਇਹ ਦੋਨਾਂ ਦੇ ਵਿੱਚ ਕੋਈ ਫਰਕ ਕਿਉਂ ਨਹੀਂ ਪਿਆ ਪਤਾ? ਕਿਉਂਕਿ ਜਿਹੜੀ ਰਾਜੇ ਰੇਸ਼ੋ ਹੁੰਦੀ ਹੈ ਨਾ ਸਾਡੀ, Z ਕੀ ਹੈ? Z ਇੱਕ ਰੇਸ਼ੋ ਹੈਗੀ VRMS ਡਿਵਾਈਡ ਬਾਈ IRMS ਦੀ। ਮਤਲਬ RMS ਛੱਡੋ, Z ਕੀ ਹੈ? ਇਟ ਇਜ਼ ਦਾ ਰੇਸ਼ੋ ਆਫ ਵੋਲਟੇਜ ਡਿਵਾਈਡ ਬਾਈ ਕਰੰਟ। ਬਸ ਯਾਦ ਤੁਸੀਂ ਕੀ ਰੱਖਣਾ ਕਿ ਅਗਰ ਤੁਸੀਂ ਇੱਥੇ ਮੈਕਸਿਮਮ ਵੈਲਿਊ ਲੈ ਰਹੇ ਹੋ ਤਾਂ ਕਰੰਟ ਦੀ ਮੈਕਸਿਮਮ ਲੈਣੀ ਹੈਗੀ ਜੇ ਵੋਲਟੇਜ ਦੀ ਮੈਕਸਿਮਮ ਲੈਤੀ ਆ, ਤੇ ਜੇ ਵੋਲਟੇਜ ਦੀ ਆਰਐਮਐਸ ਵੈਲਿਊ ਲੈਤੀ ਹੈ ਤੁਸੀਂ ਕਰੰਟ ਦੀ ਵੀ ਆਰਐਮਐਸ ਵੈਲਿਊ ਲੈਣੀ ਹੈ। ਠੀਕ ਹੈ ਜੀ, ਬਸ ਇੰਨੀ ਗੱਲ ਦਾ ਖਿਆਲ ਰੱਖਣਾ। ਕਿਉਂਕਿ ਜਿਹੜੀ ਆਪਣੀ ਜਿਹੜੀ ਸਾਡੀ ਰੇਸ਼ੋ ਹੁੰਦੀ ਹੈਗੀ, ਰੇਸ਼ੋ ਦੇ ਵਿੱਚ ਦੇਖੋ ਇਹ ਵੀ ਸਾਡਾ √2 ਨਾਲ ਡਿਵਾਈਡ, ਜੇ ਅਸੀਂ ਆਰਐਮਐਸ ਨੂੰ ਪੀਕ ਬਣਾਉਣੀ ਹੋਵੇ ਇਹ ਵੀ √2 ਨਾਲ ਡਿਵਾਈਡ ਹੋਊਗੀ, ਇਹ ਵੀ √2 ਨਾਲ ਸੌਰੀ ਮਲਟੀਪਲਾਈ ਹੋਊਗੀ। ਦੋਨੇ √2 ਨਾਲ ਮਲਟੀਪਲਾਈ ਹੋਣਗੀਆਂ ਤਾਂ ਕੱਟੇ ਜਾਏਗਾ, ਤਾਂ ਪਿੱਛੇ ਸਾਡੇ ਕੋਲੇ ਆਹੀ ਰਹਿ ਜਾਏਗਾ ਨਾ ਆਂਸਰ। ਤਾਂ ਜਦੋਂ ਇੰਪੀਡੈਂਸ ਕੱਢਣੀ ਹੈ ਕਿ ਤੁਸੀਂ ਚਾਹੇ ਤਾਂ ਤੁਸੀਂ ਰਾਜੇ ਇਹਨੂੰ ਮਲਟੀਪਲਾਈ ਕਰ ਲਓ ਤੁਹਾਡੇ ਵੈਲਿਊ ਨਾਲ, ਚਾਹੇ ਮਲਟੀਪਲਾਈ ਕਰ ਲਓ ਪੀਕ ਵੈਲਿਊ ਨਾਲ। ਕਾਂਸਟੈਂਟ ਕੀ ਹੁੰਦਾ ਪਤਾ? ਟਾਈਮ ਕਾਂਸਟੈਂਟ ਕਿਹਨੂੰ ਕਹਿੰਦੇ ਆ? ਟਾਈਮ ਕਾਂਸਟੈਂਟ ਕਿਹਨੂੰ ਕਹਿੰਦੇ ਹੈਗੇ? ਵੀ ਜਿੱਥੇ ਜਾ ਕੇ ਜਿਹੜੇ ਟਾਈਮ ਤੇ ਜਾ ਕੇ ਕਿੰਨੀ ਉਹ ਫੁੱਲ ਚਾਰਜ ਹੋ ਜਾਂਦਾ ਐਵੇਂ? ਨਹੀਂ ਜੀ, ਉਹਨੂੰ ਨਹੀਂ ਕਹਿੰਦੇ ਹੈਗੇ। ਟਾਈਮ ਕਾਂਸਟੈਂਟ ਬਾਰੇ ਦੱਸੂਗਾ ਰਾਜੇ ਕੋਈ? ਸੁਣੋ ਬੱਚੇ, ਸਪੋਜ਼ ਕਰੋ ਸਾਡੇ ਕੋਲ ਇੱਕ ਕੈਪੈਸਿਟਰ ਹੈਗਾ, ਇਸ ਕੈਪੈਸਿਟਰ ਦੇ ਨਾਲ ਅਸੀਂ ਇੱਥੇ ਕੋਈ ਨਾ ਕੋਈ ਵੋਲਟੇਜ ਇਹਦੇ ਕ੍ਰਾਸ ਆਪਾਂ ਅਪਲਾਈ ਕਰਤੀ, ਤਾਂ ਸਾਡਾ ਇਹ ਜਿਹੜਾ ਕੈਪੈਸਿਟਰ ਆ ਉਹ ਫਸਟਲੀ ਇਹ ਡਿਸਚਾਰਜ ਆ ਗਿਆ, ਇਹਦੇ ਕ੍ਰਾਸ ਜਿਹੜੀ ਵੋਲਟੇਜ ਹੈਗੀ ਦੈਟ ਇਜ਼ 0। ਇੱਥੇ ਸਾਡੇ ਕੋਲੇ ਕੋਈ ਨਾ ਕੋਈ ਵੋਲਟੇਜ ਹੈਗੀ, ਸਪੋਜ਼ ਕਰੋ 5 ਵੋਲਟ 10 ਵੋਲਟ ਕੋਈ ਵੀ ਵੋਲਟੇਜ ਹੈਗੀ। ਤਾਂ ਜਿਸ ਵੇਲੇ ਅਸੀਂ ਇੱਥੇ ਜੇ ਕੋਈ ਸਵਿਚ ਲਗਾਈ ਹੋਈ ਹੈ, ਜਦੋਂ ਇਸ ਸਵਿਚ ਨੂੰ ਅਸੀਂ ਔਨ ਕਰਾਂਗੇ ਤਾਂ ਜਿਹੜਾ ਇਹ 10 ਵੋਲਟ ਆ, ਇਹ 10 ਵੋਲਟ ਸਾਡਾ ਇਸ ਪਲੇਟ ਦੇ ਨਾਲ ਇੱਥੇ ਨੂੰ ਇਸ ਵੋਲਟੇਜ ਨੂੰ ਇਹਨੂੰ ਚਾਰਜ ਕਰੇਗਾ, ਇਹਨੂੰ 10 ਵੋਲਟ ਨਾਲ। ਇਹ ਜਿਹੜੀ ਪਲੇਟ ਹੈਗੀ ਇਸ ਸਾਈਡ ਵਾਲੀ ਇਹ 10 ਵੋਲਟ ਨਾਲ ਚਾਰਜ ਹੋ ਜੂਗੀ, ਨੈਗੇਟਿਵ ਵਾਲੀ ਲੱਗੀ ਹੋਈ ਹੈ ਨੈਗੇਟਿਵ ਵਾਲੀ ਨੈਗੇਟਿਵ ਵੋਲਟੇਜ ਨਾਲ ਚਾਰਜ ਹੋ ਜੂਗੀ। ਕਲੀਅਰ ਜੀ? ਇਸ ਤੋਂ ਬਾਅਦ ਕੀ ਹੋਏਗਾ, ਜਿਹੜੀ ਇਹ ਚਾਰਜ ਹੋ ਰਹੀ ਹੈਗੀ, ਜਿਹੜਾ ਇਹ ਜਿਹੜਾ ਸਾਡਾ ਕੈਪੈਸਿਟਰ ਚਾਰਜ ਹੋ ਰਿਹਾ, ਇਹਨੂੰ ਕੁਝ ਟਾਈਮ ਲੱਗਦਾ ਹੈਗਾ, ਇਹਨੂੰ ਚਾਰਜ ਵਾਸਤੇ ਕੁਝ ਟਾਈਮ ਲੱਗਦਾ। ਤੇ ਜਿੱਥੇ ਇਹ ਨਾ ਏਦਾਂ ਚਾਰਜ ਹੁੰਦਾ ਇਹ ਹੌਲੀ ਕੁਝ ਸਮਾਂ ਲਾਉਂਦਾ ਹੈਗਾ, ਇਹ ਏਦਾਂ ਚਾਰਜ ਹੁੰਦਾ ਤਾਂ ਜਿਹੜਾ ਸਾਡੀ ਇਹ ਸਾਡੀ ਮੰਨ ਲਓ ਫਾਈਨਲ ਵੈਲਿਊ ਹੈਗੀ ਸਾਡੀ, ਇਹ ਉਸ ਫਾਈਨਲ ਵੈਲਿਊ ਦਾ 63.7% ਵੈਲਿਊ ਇੱਥੇ ਤਾਂ ਫੁੱਲੀ ਚਾਰਜ ਹੋ ਗਿਆ। ਆ ਜਿਹੜਾ ਟਾਈਮ ਆ ਨਾ, ਜੇ ਆਪਾਂ ਇਹਨੂੰ ਆਪਾਂ ਟੀ ਮੰਨ ਲਈਏ ਤਾਂ ਇੰਨਾ ਟਾਈਮ ਲੈਤਾ ਇਹਨੇ ਆਪਣੇ ਕੈਪੈਸਿਟਰ ਨੇ ਆਪਣੇ ਆਪ ਨੂੰ ਫੁੱਲ ਚਾਰਜ ਕਰਨ ਵਾਸਤੇ। ਠੀਕ ਹੈ, ਉਹਨੂੰ ਤਾਂ ਅਸੀਂ ਕਹਿੰਦੇ ਹਾਂ ਕਿ ਟੋਟਲ ਟਾਈਮ।
ਪਰ ਟਾਈਮ ਕਨਸਟੈਂਟ ਕੀ ਹੁੰਦਾ ਹੈਗਾ ਵੀ ਆਪਣੇ ਮੈਕਸਿਮਮ ਵੈਲਿਊ ਦੀ 63% ਵੈਲਿਊ ਦੇ ਉੱਪਰ ਉਹ ਕਿੰਨੇ ਟਾਈਮ ਦੇ ਵਿੱਚ ਪਹੁੰਚਿਆ। ਇਹ ਜਿਹੜਾ ਹੁੰਦਾ ਇਹ ਸਾਡਾ ਟਾਓ ਹੁੰਦਾ ਹੈਗਾ, ਇਹਨੂੰ ਅਸੀਂ ਟਾਈਮ ਕਨਸਟੈਂਟ ਕਹਿੰਦੇ ਆਂਗੇ। ਆਪਣੀ ਮੈਕਸਿਮਮ ਵੈਲਿਊ ਦੀ 63.7% ਵੈਲਿਊ ਦੇ ਉੱਪਰ ਕਿੰਨੇ ਟਾਈਮ ਦੇ ਵਿੱਚ ਪਹੁੰਚਿਆ, ਇਹਨੂੰ ਅਸੀਂ ਕਹਿੰਦੇ ਆਂਗੇ ਟਾਈਮ ਕਨਸਟੈਂਟ। ਤੇ ਜਿਹੜਾ ਟਾਈਮ ਕਨਸਟੈਂਟ ਹੁੰਦਾ ਹੈਗਾ ਇਸ ਦੀ ਵੈਲਿਊ ਹੁੰਦੀ ਹੈਗੀ ਆਰਸੀ ਸਰਕਟ ਵਾਸਤੇ R ਮਲਟੀਪਲਾਈ ਬਾय C, ਇਹਦਾ ਜਿਹੜੇ ਹੁੰਦੇ ਯੂਨਿਟ ਹੁੰਦੇ ਦੈਟ ਇਜ਼ ਸੈਕਿੰਡ। ਬਟ ਜੇ ਉਹਨੇ ਕਿਹਾ ਵੀ ਇੱਥੇ ਤੱਕ ਤਾਂ ਨਹੀਂ, ਸਾਨੂੰ ਸਿਰਫ ਇਹ ਨਹੀਂ ਪੁੱਛਿਆ ਉਹਨੇ ਵੀ ਇੰਨਾ ਟਾਈਮ ਪੀਰੀਅਡ ਨਹੀਂ ਪੁੱਛਿਆ, ਸਾਨੂੰ ਪੁੱਛਿਆ ਵੀ ਟੋਟਲ ਟਾਈਮ ਪੀਰੀਅਡ ਜਿੱਥੇ ਤੱਕ ਉਹ 90 ਜਾਂ 92% ਚਾਰਜ ਹੋ ਜਾਊਗਾ, 100% ਚਾਰਜ ਹੋ ਜਾਊਗਾ। ਆ ਜਿਹੜਾ ਟੋਟਲ ਟਾਈਮ ਆ ਇਹ ਟਾਈਮ 5 ਗੁਣਾ ਵੱਧ ਹੁੰਦਾ ਰਾਜੇ ਟਾਓ ਤੋਂ, ਇਹ ਹੁੰਦਾ 5 RC। ਫੁੱਲ ਚਾਰਜ ਹੋਣ ਨੂੰ ਜਿਹੜਾ ਟਾਈਮ ਲੈਂਦਾ ਹੈਗਾ ਉਹ 5 ਗੁਣਾ ਵੱਧ ਲੈਂਦਾ ਹੈਗਾ ਜਿੰਨਾ ਟਾਈਮ ਉਹ ਲੈਂਦਾ 63.7% ਪੈਦਾ ਕਰਨ। ਕਿਉਂਕਿ ਇਕੋਲੈਕਸ ਜਿਹੜਾ ਸਡਨ ਚੇਂਜ ਹੁੰਦਾ, ਇਕੋਲੈਕਸ ਪਹਿਲਾਂ ਇਹ ਵੋਲਟੇਜ ਚਾਰਜ ਹੋਏਗੀ, ਉਸ ਤੋਂ ਬਾਅਦ ਜੋ ਸਾਡੀ ਇੱਥੇ ਦੇਖੋ ਬੱਚੇ ਜਦੋਂ ਇਹ ਮੰਨ ਲਓ 10 ਵੋਲਟ ਆ, ਜਦੋਂ ਇੱਥੇ 6.37 ਵੋਲਟ ਪੈਦਾ ਹੋ ਗਈ ਤਾਂ ਸਾਡੀ ਇਸ ਵੋਲਟੇਜ ਦੇ ਵਿੱਚ ਤੇ ਇਸ ਵੋਲਟੇਜ ਦੇ ਵਿੱਚ ਸਾਡਾ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਆ ਉਹ ਕੀ ਹੋ ਗਿਆ, ਘਟ ਗਿਆ। ਜੇ ਪੋਟੈਂਸ਼ੀਅਲ ਡਿਫਰੈਂਸ ਘਟ ਗਿਆ ਤੇ ਉਹ ਤੋਂ ਸਾਡਾ ਜਿਹੜਾ ਕਰੰਟ ਦੀ ਚਾਲ ਹੋਏਗੀ, ਜਿਹੜੀ ਸਾਡੀ ਕਰੰਟ ਦੀ ਰੇਟ ਆਫ ਚੇਂਜ ਜਿਹੜਾ ਇੱਥੇ ਕਰੰਟ ਜਿਹਦੇ ਫਲੋ ਹੋਏਗਾ ਉਹ ਵੀ ਸਾਡਾ ਪਹਿਲਾਂ ਨਾਲੋਂ ਥੋੜਾ ਜਿਹਾ ਘਟ ਜਾਏਗਾ, ਕਿਉਂਕਿ ਪੋਟੈਂਸ਼ੀਅਲ ਡਿਫਰੈਂਸ ਘਟ ਗਿਆ ਦੋਨਾਂ ਦੇ ਵਿੱਚ। ਇਹ ਗੱਲ ਕਲੀਅਰ ਹੋ ਗਈ ਜੀ। ਤਾਂ ਸਾਡੇ ਕੋਲੇ 5 RC ਹੁੰਦਾ ਵੀ ਫੁੱਲੀ ਚਾਰਜ ਹੋਣ ਨੂੰ ਕਿੰਨਾ ਟਾਈਮ ਲੱਗੇਗਾ, ਬਟ ਉਹ ਟਾਈਮ ਕਨਸਟੈਂਟ ਦੀ ਵੈਲਿਊ ਨਹੀਂ ਹੁੰਦੀ ਹੈਗੀ। ਸਾਨੂੰ ਉਹ ਫੁੱਲੀ ਚਾਰਜ ਕਦੇ ਨਹੀਂ ਪੁੱਛਦਾ ਹੈਗਾ, ਸਾਨੂੰ ਉਹ ਟਾਈਮ ਕਨਸਟੈਂਟ ਪੁੱਛਦਾ ਹੁੰਦਾ ਹੈਗਾ। ਜਿਹੜਾ ਟਾਈਮ ਕਨਸਟੈਂਟ ਦਾ ਫਾਰਮੂਲਾ ਉਹ R ਮਲਟੀਪਲਾਈ ਬਾय C ਹੀ ਹੈਗਾ, 5 RC ਨਹੀਂ ਹੈਗਾ, 5 RC ਨਹੀਂ ਹੈਗਾ। ਕਲੀਅਰ ਹੋ ਗਈ ਜੀ ਗੱਲ ਇਹ? ਓਕੇ ਸਰ। ਕੋਈ ਕਪੈਸਿਟਰ ਇਹੋ ਜਿਹੇ ਜਿਨ੍ਹਾਂ ਦੀ ਰੈਜ਼ਿਸਟੈਂਸ ਵੱਧ ਹੋਏਗੀ ਤਾਂ ਉਹ ਟਾਈਮ ਵੱਧ ਲੈਣਗੇ, ਕੁਝ ਕਪੈਸਿਟਰ ਇਹੋ ਜਿਹੇ ਜਿਨ੍ਹਾਂ ਦੀ ਜਿਹੜੀ ਪਲੇਟਸ ਨੇ ਉਹਨਾਂ ਦੀ ਰੈਜ਼ਿਸਟੈਂਸ ਘੱਟ ਹੈਗੀ ਉਹ ਟਾਈਮ ਘੱਟ ਲੈਣਗੇ। ਇਹ ਫਿਕਸ ਥੋੜ੍ਹਾ ਹੋਇਆ ਕੁਛ। ਲੈਗਿੰਗ ਪਾਵਰ ਫੈਕਟਰ 230 ਵੋਲਟ ਸਪਲਾਈ ਹੈਗੀ, ਸਪਲਾਈ ਦੀ ਜਿਹੜੀ ਵੈਲਿਊ ਉਹ ਹੈਗੀ 230 ਵੋਲਟ, ਫ੍ਰੀਕੁਐਂਸੀ ਹੈਗੀ ਆ ਉਹਦੀ 50 ਹਰਟਜ਼। ਇਹ ਕਿਸੇ ਇੰਡਕਟਿਵ ਸਰਕਟ ਨਾਲ ਲੱਗਿਆ ਹੋਇਆ ਹੈਗਾ। ਉਹ ਜਿਹੜਾ ਇੰਡਕਟਿਵ ਸਰਕਟ ਹੈਗਾ ਉਹਦਾ ਪਾਵਰ ਫੈਕਟਰ ਹੈਗਾ 0.7 ਲੈਗ। ਓਕੇ, ਤੇ ਜਿਹੜਾ ਕਰੰਟ ਲੈ ਰਿਹਾ ਹੈਗਾ ਇਹ ਕਰੰਟ ਲੈ ਰਿਹਾ ਹੈਗਾ ਜੀ 10 ਐਂਪੀਅਰ। ਓਕੇ, ਇਹਦੇ ਨਾਲ ਅਸੀਂ ਕੀ ਕੀਤਾ, ਇਹਦੇ ਪਾਵਰ ਫੈਕਟਰ ਨੂੰ ਇੰਪਰੂਵ ਕਰਨ ਵਾਸਤੇ ਅਸੀਂ ਕੀ ਕੀਤਾ, ਇੱਕ ਕੈਪੈਸਿਟਰ ਇਜ਼ ਕਨੈਕਟਡ ਇਨ ਪੈਰਲਲ। ਅਸੀਂ ਕੀ ਕੀਤਾ ਬੱਚੇ, ਇੱਕ ਕੈਪੈਸਿਟਰ ਲਗਾਤਾ ਇਹਦੇ ਪੈਰਲਲ ਦੇ ਵਿੱਚ। ਅਸੀਂ ਇੱਥੇ ਇਸਦੇ ਪੈਰਲਲ ਦੇ ਵਿੱਚ ਇੱਕ ਕੈਪੈਸਿਟਰ ਲਗਾਤਾ ਇੱਥੇ। ਹੁਣ ਤੁਸੀਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇੱਥੇ ਕੀ ਲੱਗਿਆ ਹੋਊਗਾ, ਜਿਹੜਾ ਆਹ ਹੈਗਾ ਨਾ ਸਾਡਾ ਇੱਥੇ ਕੀ ਕੁਝ ਲੱਗਿਆ ਹੋਊਗਾ ਜਿਹੜਾ ਕਹਿ ਰਿਹਾ ਵੀ ਇੱਥੇ ਜੀ 0.7 ਲੈ ਕਰੰਟ ਹੈਗਾ। ਇਹਦਾ ਮਤਲਬ ਕੀ ਹੈਗਾ, ਇਸ ਬ੍ਰਾਂਚ ਦੇ ਵਿੱਚ ਜਿਹੜੀ A ਤੇ B ਬ੍ਰਾਂਚ ਆ ਗਈ, A ਤੇ B ਬ੍ਰਾਂਚ ਦੇ ਵਿੱਚ ਕਿਹੜੀਆਂ ਸਾਡੇ ਕੰਪੋਨੈਂਟਸ ਕਿਹੜੇ ਲੱਗੇ ਹੋਣਗੇ। ਉਹਨੇ 0.7 ਲੈ ਕਿਹਾ ਹੈਗਾ ਪਾਵਰ ਫੈਕਟਰ, ਤੇ ਇਸ ਬ੍ਰਾਂਚ ਦੇ ਵਿੱਚ ਕਿਹੜੇ ਕੰਪੋਨੈਂਟਸ ਹੋਣਗੇ। ਇੰਡਕਟਰ ਰੈਜ਼ਿਸਟੈਂਸ ਵੀ ਹੋਊਗਾ ਜੀ। ਇਕੱਲਾ ਇੰਡਕਟਰ ਕਿਉਂ ਨਹੀਂ ਹੋਊਗਾ ਬੱਚੇ? 90 ਡਿਗਰੀ ਹੋਣਾ ਚਾਹੀਦਾ ਇੰਡਕਟਰ ਹੁੰਦਾ ਤਾਂ ਜੀ। ਬਿਲਕੁਲ ਜੀ, 90 ਡਿਗਰੀ ਆਉਣਾ ਸੀ ਤੇ ਜਿਹੜਾ ਐਂਗਲ ਆਉਣਾ ਸੀਗਾ ਇਹਦਾ ਜਿਹੜਾ ਪਾਵਰ ਫੈਕਟਰ ਆਉਣਾ ਸੀ ਉਹ 0 ਆਉਣਾ ਸੀਗਾ ਬੱਚੇ। 0 ਆਉਣਾ ਸੀ, ਹਾਂਜੀ। ਜੇ ਇਕੱਲਾ ਇੰਡਕਟਰ ਹੁੰਦਾ, ਬਟ ਇੱਥੇ ਉਹਨੇ ਕਿਹਾ ਹੈਗਾ 0.7 ਹੈਗਾ, ਤੇ ਇਟ ਮੀਨਸ ਕੀ ਹੈਗਾ, ਇੱਕ ਇੱਥੇ ਰੈਜ਼ਿਸਟੈਂਸ ਹੈਗੀ, ਇੱਕ ਇੱਥੇ ਇੰਡਕਟਰ। ਓਕੇ, ਤਾਂ ਹੁਣ ਅਸੀਂ ਇੱਥੇ ਕਹਿੰਦਾ ਕਿ ਕੈਪੈਸਿਟਰ ਲਗਾਤਾ ਇੱਥੇ C ਵੈਲਿਊ ਦਾ ਕੋਈ ਨਾ ਕੋਈ। ਜਦੋਂ ਅਸੀਂ ਕੈਪੈਸਿਟਰ ਲਗਾਵਾਂਗੇ ਤਾਂ ਕਰੰਟ ਇੱਥੇ ਹੀ ਫਲੋ ਹੋਣ ਲੱਗ ਜਾਊ, ਜਿਹਦਾ ਨਾਂ ਹੈਗਾ IC। ਪਹਿਲਾਂ ਵਾਲਾ ਕਰੰਟ ਸੀਗਾ ਜਿਹੜਾ ਇਹ 10 ਐਂਪੀਅਰ ਜਿਹੜਾ ਸੀਗਾ ਉਹ 10 ਐਂਪੀਅਰ ਹੇਠਾਂ ਜਾ ਰਿਹਾ ਸੀਗਾ, ਜਿਹੜਾ ਆਹ 10 ਐਂਪੀਅਰ ਹੈ ਨਾ ਇਹ ਹੇਠਾਂ ਜਾ ਰਿਹਾ ਇੱਥੇ। ਤਾਂ ਪਹਿਲਾ ਕੰਮ ਤਾਂ ਅਸੀਂ ਇਹ ਦੱਸਣਾ ਵੀ ਸਾਡਾ ਜਿਹੜਾ ਪਾਵਰ ਫੈਕਟਰ ਹੈਗਾ ਹਨਾ, ਕੈਪੈਸਿਟਰ ਜਦੋਂ ਵੀ ਅਸੀਂ ਲਗਾਉਂਦੇ ਹੁੰਦੇ ਸਾਡਾ ਪਾਵਰ ਫੈਕਟਰ ਜਿਹੜਾ ਸਾਡਾ ਉਹ ਪਾਵਰ ਫੈਕਟਰ ਇੰਪਰੂਵ ਹੁੰਦਾ। ਪਹਿਲੀ ਗੱਲ ਤਾਂ ਇਹ ਯਾਦ ਰੱਖਣੀ ਹੈਗੀ। ਜੇ ਆਪਾਂ ਇਹਦੀ ਡਾਇਗਰਾਮ ਬਣਾਈਏ ਰਾਜੇ, ਇਹਦੀ ਡਾਇਗਰਾਮ ਬਣਾਈਏ ਆਪਾਂ 230 ਵੋਲਟ ਸਾਡਾ ਇੱਥੇ ਬਣੂਗੀ ਵੋਲਟੇਜ, ਕਿਉਂਕਿ ਇਹ ਸਾਡਾ ਪੈਰਲਲ ਸਰਕਟ ਆ ਤਾਂ ਸਾਡੀ ਰੈਫਰੈਂਸ ਦੇ ਉੱਪਰ ਬਣੇਗੀ ਵੋਲਟੇਜ। ਸਾਡਾ ਜਿਹੜਾ ਇਹ ਵਾਲਾ ਕਰੰਟ ਹੈਗਾ, ਇਹ ਵਾਲਾ ਕਰੰਟ ਕਿੱਥੇ ਬਣੇਗਾ ਜੀ, 10 ਐਂਪੀਅਰ ਕਰੰਟ ਕਿੱਥੇ ਬਣੇਗਾ ਜੀ 0.7 ਲੈ ਕੇ ਆ, ਤਾਂ ਮਤਲਬ cos ਥੀਟੇ ਦੀ ਵੈਲਿਊ ਕਿੰਨੀ ਹੈਗੀ 0.7 ਆ ਗਈ। ਤਾਂ 0.7 ਕਿੱਥੇ ਕਿ ਹੁੰਦਾ ਰਾਜੇ, cos ਥੀਟਾ ਕਿੰਨੇ ਦੇ ਉੱਪਰ 0.7 ਹੁੰਦਾ 0.7 ਹਾਂਜੀ 45 ਤੇ ਹਨਾ 745 ਦੇ ਉੱਪਰ। ਤਾਂ ਲਗਭਗ ਜੇ 707 ਹੁੰਦਾ ਤਾਂ ਆਪਾਂ ਇਹਦਾ 45 ਡਿਗਰੀ ਕਹਿੰਦੇ। ਤਾਂ ਲਗਭਗ ਆਪਾਂ ਤਾਂ ਅੰਦਾਜ਼ੇ ਲਾਉਣਾਗਾ, ਤਾਂ ਲਗਭਗ ਹੋ ਸਕਦਾ ਵੀ ਇਹ ਜਿਹੜੀ ਐਂਗਲ ਆ ਸਾਡਾ ਕਿਉਂਕਿ ਲੈਗ ਕਰ ਰਿਹਾ ਨਾ, ਤਾਂ ਕਰੰਟ ਜਿਹੜਾ 10 ਐਂਪੀਅਰ ਆ ਇੱਥੇ ਹੈਗਾ ਬੱਚੇ। ਆ ਜਿਹੜਾ ਐਂਗਲ ਆ ਗਿਆ ਇਹ ਸਾਡਾ 45 ਤੋਂ ਲੈ ਕੇ 50 ਦੇ ਵਿੱਚ ਇੱਥੇ ਕਿਤੇ ਨਾ ਕਿਤੇ। ਹੁਣ ਇਹ ਗੱਲ ਪੱਕੀ ਹੈ, ਜਿਹੜਾ ਕਰੰਟ ਸਾਡਾ ਇਸ ਸਾਈਡ ਜਾਏਗਾ ਬੱਚੇ, ਇਸ ਸਾਈਡ ਜਾਏਗਾ, ਇਸ ਸਾਈਡ ਜਾਣ ਵਾਲਾ ਕਰੰਟ ਕਿੱਥੇ ਹੋਏਗਾ ਦੱਸ ਸਕਦੇ ਹੋ? ਜਿਹੜਾ ਕਰੰਟ ਜਦੋਂ ਅਸੀਂ ਕੈਪੈਸਿਟਰ ਲਗਾਤਾ ਤਾਂ ਇਹ ਕਰੰਟ ਕਿੱਥੇ ਹੋਏਗਾ ਦੱਸ ਸਕਦੇ ਹੋ ਜੀ?
ਕੈਪੈਸਿਟਰ ਦਾ ਕਰੰਟ ਕੀ ਕਰਦਾ ਹੁੰਦਾ ਜੀ ਵੋਲਟੇਜ ਲੀਡ ਚ ਹੋਊਗੀ। ਲੀਡ ਕਰਦਾ ਹੁੰਦਾ ਤਾਂ ਇਹ ਇੱਥੇ ਹੋਵੇ ਕਿਤੇ ਨਾ ਕਿਤੇ। ਜੇ ਕੈਪੈਸਿਟਰ ਦੀ ਵੈਲਿਊ ਰਾਜੇ ਛੋਟੀ ਆ ਤਾਂ ਇਹ ਕਰੰਟ ਜਿਹੜਾ ਕਿ ਇਹ ਵੱਡਾ ਹੋਏਗਾ, ਠੀਕ ਹੈ। ਜੇ ਇਹਦੀ ਵੈਲਿਊ ਰਾਜੇ ਵੱਡੀ ਹੈ ਕੈਪੈਸਿਟੈਂਸ ਦੀ, ਹਨਾ, ਜਾਂ ਫਿਰ ਐਂ ਕਹਿ ਲਓ ਵੀ ਇਹਦੀ ਜਿਹੜੀ ਵੈਲਿਊ ਜਿਹੜੀ ਇਹਦੀ ਰਿਐਕਟੈਂਸ ਹੈ ਜਿਹੜੀ, ਜੇ ਉਹ ਵੱਡੀ ਆ ਤਾਂ ਉਹਦਾ ਜਿਹੜਾ ਕਰੰਟ ਹੋਏਗਾ ਉਹ ਛੋਟਾ ਹੋਏਗਾ, ਤਾਂ ਉਹ ਕਰੰਟ ਇੰਨਾ ਕੁ ਹੋਏਗਾ। ਹੁਣ ਜਦੋਂ ਦੋ ਕਰੰਟ, ਇਹ ਜਿਹੜੇ ਕਰੰਟ ਆਇਆ ਹੈਗਾ ਸਾਡਾ ਆਈਸੀ ਕਰੰਟ ਜਿਹੜਾ ਇੱਥੇ ਫਲੋ ਹੋ ਰਿਹਾ, ਹੁਣ ਜਦੋਂ ਦੋ ਕਰੰਟ ਹੋ ਗਏ ਇਹਨਾਂ ਦੋਨਾਂ ਸਾਨੂੰ ਕੀ ਕੱਢਣਾ ਪਏਗਾ ਰਿਜ਼ਲਟੈਂਟ। ਤਾਂ ਪਹਿਲਾ ਐਂਗਲ ਸੀਗਾ 45 ਦਾ, ਹੁਣ ਇਹਦਾ ਰਿਜ਼ਲਟੈਂਟ ਕੱਢੋ ਜੀ। ਤਾਂ ਸਾਡਾ ਰਿਜ਼ਲਟੈਂਟ ਸਾਡਾ ਕਿਤੇ ਨਾ ਕਿਤੇ ਜਾਂ ਤਾਂ ਇੱਥੇ ਆਊਗਾ ਜਾਂ ਚਲੋ ਇੱਥੇ ਮੰਨ ਲਓ ਇੱਥੇ ਆਊਗਾ। ਤਾਂ ਪਹਿਲਾਂ ਨਾਲੋਂ ਐਂਗਲ ਕੀ ਹੋਇਆ ਬੱਚੇ, ਪਹਿਲਾਂ ਨਾਲੋਂ ਐਂਗਲ ਕੀ ਹੋਇਆ, ਚਾਹੇ ਇੱਥੇ ਆਇਆ ਹੁੰਦਾ ਚਾਹੇ ਇੱਥੇ ਆਇਆ ਹੁੰਦਾ, ਪਹਿਲਾਂ ਨਾਲੋਂ ਇੱਕ ਗੱਲ ਤਾਂ ਪੱਕੀ ਨਾ, ਪਹਿਲਾਂ ਨਾਲੋਂ ਐਂਗਲ ਤਾਂ ਘਟਿਆ ਹੀ ਆ ਨਾ ਪਾਵਰ ਫੈਕਟਰ ਵਾਲਾ। ਆਹ ਮੇਨ ਵੋਲਟੇਜ ਆ ਗਈ, ਆਹ ਕਰੰਟ ਹੈਗਾ, ਸੌਰੀ ਆਹ ਇੱਥੇ ਕਰੰਟ ਆ ਗਿਆ, ਹੁਣ ਇੱਥੇ ਆ ਗਿਆ ਕਰੰਟ। ਹੁਣ ਜਿਹੜਾ ਰਿਜ਼ਲਟੈਂਟ ਕਰੰਟ ਆਏਗਾ ਹੁਣ ਇੱਥੇ ਆਇਆ ਕਿਤੇ ਨਾ ਕਿਤੇ, ਜਿਹੜਾ ਇਹਦਾ ਤੇ ਇਹਦਾ, ਇਹਨਾਂ ਦੋਨਾਂ ਜਦੋਂ ਰੈਫਰੈਂਸ ਕੱਢਿਆ ਨਾ ਅਸੀਂ ਰਿਜ਼ਲਟੈਂਟ ਕੱਢਿਆ, ਉਹ ਸਾਡਾ ਇੱਥੇ ਆਇਆ ਕਿਤੇ ਨਾ ਕਿਤੇ, ਇਹਦੇ ਨੇੜੇ ਤੇੜੇ ਆਇਆ ਵੋਲਟੇਜ ਦੇ ਇੱਥੇ ਕਿਤੇ। ਸਾਡਾ ਜਿਹੜਾ ਇਹਦੇ ਨਾਲ ਰੈਫਰੈਂਸ ਨਾਲੋਂ ਜਿਹੜਾ ਐਂਗਲ ਸੀਗਾ ਉਹ ਤਾਂ ਸਾਡਾ ਛੋਟਾ ਹੋ ਗਿਆ ਨਾ। ਜੇ ਐਂਗਲ ਸਾਡਾ ਛੋਟਾ ਹੋ ਗਿਆ ਤਾਂ ਪਾਵਰ ਫੈਕਟਰ ਕੀ ਹੁੰਦਾ ਹੈਗਾ ਜੀ, ਇੰਪਰੂਵ ਹੁੰਦਾ। ਤੇਰਾ ਆਨਸਰ ਆਏਗਾ ਰਾਜੇ ਪਾਵਰ ਫੈਕਟਰ ਇਹਦਾ ਇੰਪਰੂਵ ਹੋ ਰਿਹਾ ਹੈਗਾ ਇਸ ਕੁਐਸਚਨ ਦੇ ਵਿੱਚ। ਇਹ ਗੱਲ ਕਲੀਅਰ ਹੋ ਗਈ ਜੀ। ਹੁਣ ਕੀ ਹੈਗਾ ਜੀ, ਪਹਿਲਾਂ ਸੀਗਾ ਪਾਵਰ ਫੈਕਟਰ ਸਾਡਾ 0.7 ਸੀਗਾ ਨਾ, ਹੁਣ ਉਹਨੇ ਕੁਐਸਚਨ ਦੇ ਵਿੱਚ 4 ਆਪਸ਼ਨਾਂ ਦਿੱਤੀਆਂ ਨੇਗੀਆਂ, ਕਹਿੰਦਾ ਕੀ ਹੋਏਗਾ 0.9 ਲੈਗ, 0.9 ਲੈਗ, 0.85 ਲੈਗ, 0.8 ਲੈਗ, 0.6 ਲੈਗ। ਦਿੱਕਤ ਇਹਦੇ ਵਿੱਚ ਕੀ ਹੈ, ਹੁਣ ਇਹਨੇ ਆਨਸਰ ਕੀ ਲਾਇਆ ਹੋਇਆ ਹੈਗਾ, 0.6 ਲਗਾਇਆ ਹੋਊਗਾ, ਗਲਤ ਹੈਗਾ ਬੱਚੇ। ਹੁਣ ਪ੍ਰੋਬਲਮ ਇੱਥੇ ਪਤਾ ਕੀ ਆ, ਸਾਡੇ ਸਾਰੇ ਜਿਹੜੇ ਆ ਤਿੰਨੇ ਦੇਤੇ ਇਹਨੇ, ਆਹ ਵੱਡੇ ਦੇਤੇ ਰਾਜੇ 0.7 ਤੋਂ, ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਇੱਕ ਆਉਣਾ ਸੀਗਾ। ਬਟ ਪ੍ਰੋਬਲਮ ਕੀ ਹੈਗੀ ਇੱਥੇ, ਪ੍ਰੋਬਲਮ ਇਹ ਹੈਗੀ ਵੀ ਆਪਾਂ ਨੂੰ ਕਿਹੜਾ ਇਸ ਕੈਪੈਸਿਟੈਂਸ ਦੀ ਐਗਜ਼ੈਕਟ ਵੈਲਿਊ ਦਿੱਤੀ ਹੈਗੀ ਕੋਈ। ਜੇ ਕੈਪੈਸਿਟਰ ਦੀ ਕੋਈ ਐਗਜ਼ੈਕਟ ਵੈਲਿਊ ਦੇ ਦਿੰਦਾ ਤਾਂ ਅਸੀਂ ਉਹਨੂੰ XC ਬਣਾ ਲੈਂਦੇ, ਉਹ ਫਿਰ ਉੱਥੋਂ ਕਰੰਟ ਕੱਢ ਲੈਂਦੇ, ਫਿਰ ਉਹ ਕਰੰਟ ਦਾ ਐਂਗਲ ਕੱਢ ਲੈਂਦੇ 90 ਡਿਗਰੀ ਦੇ ਉੱਪਰ। ਹਾਂ ਰਾਜੇ ਪਤਾ ਇਹਦੇ ਵਿੱਚ ਜਿਹੜਾ ਇਹ ਆਨਸਰ ਹੈਗਾ, ਇਹਦਾ ਆਨਸਰ ਵਿੱਚ 100% ਗਲਤ ਆਨਸਰ ਆ ਗਿਆ ਇਹਦਾ। ਇਹਦੇ ਨਾਲ ਪਿੱਛੇ ਤੁਸੀਂ ਦੇਖਿਓ, ਇਸੇ ਕੁਐਸਚਨ ਦੇ ਪਿੱਛੇ ਦੇਖਿਓ, ਇਹਦੇ ਕੁਐਸਚਨ ਦੇ ਪਿੱਛੇ ਨਾ ਇਹਦਾ ਆਨਸਰ ਪੜਿਓ ਤੁਸੀਂ। ਇਹਦੇ ਆਨਸਰ ਦੇ ਵਿੱਚ ਲਿਖਿਆ ਹੋਊਗਾ ਵਿਦ, ਉਹਦੇ ਵਿੱਚ ਲਿਖਿਆ ਹੋਏਗਾ ਵਿਦ ਵੈਨ ਵੀ ਕਨੈਕਟ a capacitor in parallel with a circuit the power factor will improve। ਜੇ ਹੁਣ ਪਾਵਰ ਫੈਕਟਰ ਇੰਪਰੂਵ ਹੁੰਦਾ ਸਾਡਾ ਉਹ 0.7 ਆਊਗਾ ਕਿ 0.8 ਤੋਂ ਉੱਪਰ ਜਾਊਗਾ, 0.8 ਤੋਂ ਉੱਪਰ ਜਾਊਗਾ ਰਾਜੇ। ਜਦ ਕਿ ਪਿੱਛੇ ਕਹਿ ਰਹੇ ਵੀ ਪਾਵਰ ਫੈਕਟਰ ਇੰਪਰੂਵ ਹੋਊਗਾ ਤੇ ਆਨਸਰ ਲਾ ਰਹੇਗਾ 0.6 ਲੈਗ, ਜਿਹੜਾ ਕਿ ਬਿਲਕੁਲ ਗਲਤ ਹੈਗਾ। ਬੁੱਕ ਗਲਤ ਹੈਗੀ, ਅਸੀਂ ਸਾਫ਼ ਕਹਿ ਦਾਂਗੇ ਵੀ ਹਾਂ ਹੈਗੀ ਆ ਬੁੱਕ ਗਲਤ। ਠੀਕ ਹੈ ਬੱਚੇ, ਕਲੀਅਰ ਹੋ ਗਈ ਜੀ ਗੱਲ ਇਹਦੀ। ਤਾਂ ਇਹਦੇ ਵਿੱਚ ਆਨਸਰ ਗਲਤ ਆ ਰਾਜੇ, ਇਹਨੇ ਮੂਰਖਤਾ ਕੀਤੀ ਹੈਗੀ ਵੀ ਤਿੰਨੇ ਆਨਸਰ ਆ ਜਿਹੜੇ ਸਾਡੇ ਇਹ ਵੱਡੇ ਲਾਤੇ, ਇਹਦੇ ਵਿੱਚੋਂ ਕੋਈ ਨਹੀਂ ਲਗਾ ਕੇ ਆਵਾਂ, ਚਾਹੇ ਕੁਐਸਚਨ ਨੂੰ ਛੱਡਿਆ ਹੀ ਅਸੀਂ। ਉਹ ਕੀ ਰਹਿ ਗਿਆ ਵੀ ਇਹਦੀ ਕਹਿੰਦਾ ਰੀਅਲ ਜਿਹੜੀ ਰਿਐਕਟਿਵ ਪਾਵਰ, ਸੌਰੀ ਐਕਟਿਵ ਪਾਵਰ ਆ ਉਹ ਕੀ ਹੋਏਗੀ, ਟਰੂ ਪਾਵਰ ਹੀ ਹੈ ਨਾ। ਟਰੂ ਪਾਵਰ ਕੀ ਹੋਏਗੀ ਬੱਚੇ, ਟਰੂ ਪਾਵਰ ਦੇ ਵਿੱਚ ਕੀ ਇਫੈਕਟ ਪਊਗਾ। ਅਸੀਂ ਮੈਂ ਤੁਹਾਨੂੰ ਨਾ ਇੱਕ ਐਗਜ਼ਾਮਪਲ ਕਰਵਾਉਣਾ, ਇਹਦੇ ਵਿੱਚ ਨਾ ਆਪਾਂ ਵੈਲਿਊਜ਼ ਮੰਨ ਲੈਂਦੇ ਆਂਗੇ, ਸੌਖਾ ਹੋ ਜੂ ਕੁਐਸਚਨ। ਇਹਦੀ ਅਸੀਂ ਰੈਜ਼ਿਸਟੈਂਸ ਮੰਨ ਲਈਏ ਬੱਚੇ 3 ਓਮ, ਇਹਦੀ ਮੰਨ ਲੈਂਦੇ ਅਸੀਂ 4 ਓਮ। ਓਕੇ, XC ਦੀ ਵੈਲਿਊ ਆਪਣੇ ਵੱਲੋਂ ਮੰਨ ਲਓ ਵੀ ਇਹ ਹੈਗੀ ਆ, ਇਹ ਪਹਿਲਾਂ ਲੱਗਿਆ ਨਹੀਂ ਹੋਇਆ ਹੈਗਾ, ਇਹ ਪਹਿਲਾਂ ਲੱਗਿਆ ਨਹੀਂ ਹੋਇਆ ਹੈਗਾ ਸਰਕਟ ਦੇ ਵਿੱਚ, ਤੁਹਾਡੇ ਕੋਲੇ ਸਿਰਫ ਔਰ ਸਿਰਫ ਆਹੀ ਆ। ਆ ਲਓ, ਇਹਦੇ ਵਿੱਚ ਹੁਣ ਸਾਡੀ ਜਿਹੜੀ ਇੰਪੀਡੈਂਸ ਹੋਏਗੀ, ਇੰਪੀਡੈਂਸ ਸਾਡੀ ਕਿੰਨੀ ਨਿਕਲੇਗੀ ਬੱਚੇ 5 ਓਮ, 5 R ਦਾ ਸਕੁਅਰ ਪਲੱਸ XL ਦਾ ਸਕੁਅਰ ਕਰਕੇ ਅੰਡਰ ਰੂਟ ਕਰਕੇ 5 ਆ ਗਈ ਜੀ। ਤਾਂ ਸਾਡਾ ਜਿਹੜਾ ਕਰੰਟ ਹੈਗਾ, ਅਸੀਂ ਛੋਟਾ ਜਿਹਾ ਇਹਨੂੰ ਨਾ ਥੋੜਾ ਕਰ ਲੈਂਦੇ ਆਂਗੇ, ਇਹਨੂੰ ਸੌਖਾ ਆ ਜਾਊਗਾ। ਤਾਂ 5 ਦੀ ਥਾਂ ਤੇ ਇਹਨੂੰ ਅਸੀਂ ਕਰ ਲਓ 20 ਵੋਲਟ ਕਰ ਲਓ, ਚਲੋ। ਤਾਂ ਹੁਣ ਸਾਡੇ ਕੋਲੇ ਜਿਹੜਾ ਕਰੰਟ ਨਿਕਲੇਗਾ ਬੱਚੇ, ਜਿਹੜਾ ਇਸ ਸਾਈਡ ਕਰੰਟ ਜਾ ਰਿਹਾ I = ਇਹ ਕਿੰਨਾ ਜਾ ਰਿਹਾ ਹੈਗਾ 4 ਐਂਪੀਅਰ, 4 ਐਂਪੀਅਰ ਜਾ ਰਿਹਾ ਹੈਗਾ, ਹਨਾ। ਤਾਂ ਜੇ ਮੈਂ ਰੀਅਲ ਪਾਵਰ ਦਾ ਪੁੱਛਾਂ ਤਾਂ ਤੋਰਾ ਜੇ ਰੀਅਲ ਪਾਵਰ ਜਾਂ ਟਰੂ ਪਾਵਰ ਉਹ ਕਿਵੇਂ ਕੱਢਾਂਗੇ ਅਸੀਂ, ਰੈਜ਼ਿਸਟੈਂਸ ਦੇ ਅਕ੍ਰੋਸ ਜਿਹੜੇ ਹੋ ਗਈ, ਬਿਲਕੁਲ I²R। ਤਾਂ 4 ਦਾ ਸਕੁਅਰ ਵਿੱਚ ਮਲਟੀਪਲਾਈ ਬਾਏ 3 ਕਿੰਨਾ ਆ ਗਿਆ, ਚੌਕ 16 ਤੇ 48 ਵਾਟ ਆ ਗਿਆ। ਇਹ ਗੱਲ ਨਾਲ ਸਹਿਮਤ ਹੋਗੇ? ਹਾਂਜੀ ਸਰ। ਠੀਕ ਹੈ ਰਾਜੇ, ਇਸ ਗੱਲ ਨਾਲ ਇੱਥੇ ਤੱਕ ਸਹਿਮਤ ਹੋ ਗਏ? ਉਹ ਕਹਿੰਦਾ ਇਸ ਤੋਂ ਬਾਅਦ ਤੁਸੀਂ ਕੀ ਕੀਤਾ, ਇਹਦੇ ਨਾਲ ਇੱਕ ਕੈਪੈਸਿਟਰ ਲਗਾਤਾ, ਬਾਕੀ ਕੋਈ ਹੋਰ ਕੁਝ ਨਹੀਂ ਚੇਂਜ ਕੀਤਾ, ਤੁਸੀਂ ਇੱਕ ਕੈਪੈਸਿਟਰ ਲਗਾਇਆ। XC ਹੈਗੀ 10 ਓਮ,
ਆ ਹੈਗਾ 3, ਆ ਹੈਗਾ 4। ਜਦੋਂ ਰਾਜੇ ਇੱਥੇ ਕਰੰਟ ਕਿੰਨਾ ਜਾਊਗਾ ਹੁਣ ਦੱਸਿਓ ਮੈਨੂੰ, ਜਦੋਂ ਇਹ ਆਪਾਂ ਕੈਪੈਸਿਟਰ ਲਗਾ ਲਿਆ ਇੱਥੇ ਕਰੰਟ ਕਿੰਨਾ ਜਾਊਗਾ ਇਸ ਬ੍ਰਾਂਚ ਦੇ ਵਿੱਚ? ਸੇਮ ਜਾਊਗਾ ਜੀ। ਸੇਮ ਜਾਊਗਾ ਹਨਾ, ਕਿਉਂਕਿ ਪੈਰਲਲ ਦੇ ਵਿੱਚ ਪਹਿਲਾਂ ਵੀ ਵੋਲਟੇਜ ਉਹਨੂੰ ਉਨੀ ਓ ਮਿਲਦੀ ਪਈ ਸੀਗੀ, ਹੁਣ ਵੀ ਉਨੀ ਓ ਮਿਲਦੀ ਪਈ ਆ। ਤਾਂ ਇੱਥੇ ਜਿਹੜੀ ਵੋਲਟੇਜ ਆ ਸਾਡੀ ਸੇਮ ਆ, ਤਾਂ ਕਰੰਟ ਵੀ ਸੇਮ ਆ। ਕਿੰਨਾ ਗਾ? 4 ਹੈਗਾ। ਓਕੇ, ਇੱਧਰ ਕਰੰਟ ਕਿੰਨਾ ਗਿਆ ਬੱਚੇ? 2 ਐਂਪੀਅਰ। ਤਾਂ ਇਹ 3 ਕੰਪੋਨੈਂਟ ਨੇ, 3 ਕੰਪੋਨੈਂਟ ਨੇ, 1 2 ਤੇ 3। ਤੇ ਰੀਅਲ ਪਾਵਰ ਜਿਹੜੀ ਪੂਰੇ ਸਰਕਟ ਦੇ ਵਿੱਚ ਕੰਜ਼ਿਊਮ ਹੋ ਰਹੀ ਹੈ, ਰੀਅਲ ਪਾਵਰ ਕਿੱਥੇ ਕੰਜ਼ਿਊਮ ਹੋ ਰਹੀ ਹੈਗੀ? ਰੈਜ਼ਿਸਟੈਂਸ ਦੇ ਅਕ੍ਰੋਸ ਹੀ। ਬਿਲਕੁਲ, ਰੈਜ਼ਿਸਟੈਂਸ ਦੇ ਅਕ੍ਰੋਸ। ਤੇ ਰੈਜ਼ਿਸਟੈਂਸ ਦੇ ਅਕ੍ਰੋਸ ਕਰੰਟ ਕਿੰਨਾ ਗਾ? 4 ਆ, ਜਿਹੜਾ ਕਿ ਪਹਿਲਾਂ ਵੀ 4 ਸੀ। ਰੈਜ਼ਿਸਟੈਂਸ ਕਿੰਨੀ ਹੈ? 3 ਆ, ਜਿਹੜੀ ਕਿ ਪਹਿਲਾਂ ਵੀ 3 ਸੀ। ਤਾਂ ਹਜੇ ਵੀ ਇਹਦੀ ਜਿਹੜੀ ਐਕਟਿਵ ਪਾਵਰ ਆ 48 ਵਾਟ ਹੀ ਆ ਰਹੀ ਹੈ। ਕਲੀਅਰ ਹੋ ਗਈ ਰਾਜੀ ਗੱਲ ਇਹ? ਵੀ ਕਿਉਂਕਿ ਜਿਹੜਾ ਸਾਡਾ ਇਹ ਪਾਥ ਇਹ ਆ ਰਾਜੇ, ਏ ਬੀ ਜਿਹੜੀ ਸਾਡੀ ਬ੍ਰਾਂਚ ਆ, ਏ ਬੀ ਬ੍ਰਾਂਚ ਸਾਡੀ ਹੈਗੀ ਜਿਹੜੀ, ਉਹਨੂੰ ਉਨੀ ਹੀ ਵੋਲਟੇਜ ਮਿਲਦੀ ਪਈ ਹੈ ਜਿਹੜੀ ਪਹਿਲਾਂ ਮਿਲਦੀ ਪਈ ਸੀਗੀ। ਹਾਂ, ਜੇ ਉਹ ਕੈਪੈਸਿਟਰ ਵਿੱਚ ਸੀਰੀਜ਼ ਚ ਲਗਾ ਦਿੰਦਾ ਨਾ, ਹਾਂ, ਫਿਰ ਕਰੰਟ ਸਾਡਾ ਪਹਿਲਾਂ ਨਾਲੋਂ ਵੱਧ ਜਾਣਾ ਸੀ, ਫਿਰ ਸਾਡੀ ਰੀਅਲ ਪਾਵਰ ਵੀ ਵਧਣੀ ਸੀਗੀ। ਇਹਨੇ ਕਾਹਦੇ ਚ ਲਾਇਆ ਸੀ? ਇਹਨੇ ਤਾਂ ਪੈਰਲਲ ਚ ਕਿਹਾ ਸੀਗਾ ਨਾ ਸਪੈਸ਼ਲ। ਹਾਂਜੀ ਸਰ। ਹਾਂ, ਸਪੈਸ਼ਲ ਕਿਹਾ ਸੀ ਪੈਰਲਲ ਦੇ ਵਿੱਚ। ਤਾਂ ਪੈਰਲਲ ਦੇ ਵਿੱਚ ਤਾਂ ਸਾਡੇ ਕੋਲ ਜਿਹੜੀ ਰੀਅਲ ਪਾਵਰ ਹੈ ਜੀ ਉਹ ਸੇਮ ਰਹੇਗੀ। ਕਲੀਅਰ ਹੋ ਗਈ ਬੱਚੇ ਗੱਲ ਇਹ? ਯੈਸ ਸਰ। ਚਲੋ ਇਸ ਕੁਐਸਚਨ ਨੂੰ ਥੋੜਾ ਜਿਹਾ ਹੋਰ ਅੱਗੇ ਤੱਕ ਲੈ ਕੇ ਜਾਂਦੇ ਆਂਗੇ ਆਪਾਂ। ਇਹ ਗੱਲ ਤਾਂ ਕਨਫਰਮ ਹੋ ਗਈ ਵੀ ਪਾਵਰ ਫੈਕਟਰ ਆ ਜਿਹੜਾ ਸਾਡਾ ਪਾਵਰ ਫੈਕਟਰ ਹੈਗਾ ਉਹ ਸਾਡਾ ਇੰਪਰੂਵ ਹੋ ਗਿਆ। ਪਾਵਰ ਫੈਕਟਰ ਇੰਪਰੂਵ ਹੋਣ ਨਾਲ ਰਾਜੇ ਕਰੰਟ ਕੀ ਹੋਏਗਾ? ਵਧੇਗਾ ਕਿ ਘਟੇਗਾ? ਟੋਟਲ ਕਰੰਟ ਕੀ ਹੋਏਗਾ? ਟੋਟਲ ਕਰੰਟ ਜਦੋਂ ਕਦੇ ਪਾਵਰ ਫੈਕਟਰ ਇੰਪਰੂਵ ਹੁੰਦਾ ਟੋਟਲ ਕਰੰਟ ਕੀ ਹੁੰਦਾ ਜੀ? ਘਟ ਜਾਂਦਾ। ਠੀਕ ਹੈ ਜੀ, ਕਰੰਟ ਜਿਹੜਾ ਸਾਡਾ ਹੁੰਦਾ ਉਹ ਘਟ ਜਾਂਦਾ। ਟੋਟਲ ਉਹੀ ਸੇਮ ਪਾਵਰ ਵਾਸਤੇ ਕਰੰਟ ਸਾਡਾ ਘਟ ਜਾਂਦਾ। ਇਹ ਕਿਹੜਾ ਕਰੰਟ ਘਟਿਆ ਹੋਊਗਾ ਦੱਸ ਸਕਦੇ ਹੋਗੇ? ਜਿਹੜਾ ਆ ਟੋਟਲ ਕਰੰਟ ਨਹੀਂ ਹੈਗਾ, ਜਿਹੜਾ ਇੱਥੋਂ ਆ ਰਿਹਾ ਹੈਗਾ, ਇਹ ਸਾਡਾ ਪਹਿਲਾਂ ਨਾਲ ਲਾਈਨ ਕਰੰਟ ਹੈ ਜੀ। ਲਾਈਨ ਕਰੰਟ ਜੀ, ਲਾਈਨ ਕਰੰਟ ਆ ਜੀ। ਟੋਟਲ ਕਰੰਟ ਆ ਜਿਹੜਾ ਸਾਡਾ, ਲਾਈਨ ਕਰੰਟ ਸਾਡਾ ਘਟ ਜਾਏਗਾ ਪਹਿਲਾਂ ਨਾਲੋਂ ਜਦੋਂ ਅਸੀਂ ਪੈਰਲਲ ਦੇ ਵਿੱਚ ਕੈਪੈਸਿਟਰ ਲਗਾਵਾਂਗੇ। ਓਕੇ ਜੀ, ਇਹਦੀ ਫੇਜ਼ਰ ਬਣਾ ਕੇ ਇਹਦਾ ਐਂਗਲ ਕੱਢ ਕੇ ਦੇਖ ਲਿਓ, ਤੁਹਾਨੂੰ ਪਤਾ ਲੱਗ ਜੂਗਾ ਰਾਜੇ ਤੁਹਾਨੂੰ। ਠੀਕ ਹੈ, ਕਰੰਟ 3 ਐਂਪੀਅਰ ਹੈ ਜੀ। ਹਾਂਜੀ, ਤੇ ਪਾਵਰ ਹੈਗੀ ਹੈ ਜੀ 108 ਵਾਟ ਜੀ। 108 ਵਾਟ। ਓਕੇ ਜੀ ਸਰ ਵੀ ਪੁੱਛਿਆ ਤਾਂ ਰੈਜ਼ਿਸਟੈਂਸ ਕੀ ਹੈ ਜੀ? ਕੀ ਪੁੱਛਿਆ ਸੀ? ਮਤਲਬ ਰੈਜ਼ਿਸਟੈਂਸ ਪੁੱਛੀ ਹੈ ਜੀ। ਓਕੇ ਸਰ ਵੀ I ਸਕੁਅਰ R ਨਾਲ ਤਾਂ ਜੀ ਆਂਸਰ ਠੀਕ ਆ ਰਿਹਾ ਜੀ। ਵੀ ਸਾਰੇ ਚਾਹੇ ਪੁੱਛਣਾ ਸੀਗਾ ਵੀ ਜਿਹੜਾ R ਦਾ ਫਾਰਮੂਲਾ ਇੱਕ B ਸਕੁਅਰ ਅਪੋਨ P ਹੁੰਦਾ ਜੀ। ਹਾਂ ਹੁੰਦਾ ਵੀ ਸਰ ਉਹ ਇਹ ਤੇ ਵੀ ਉਹਦੇ ਨਾਲ ਆਂਸਰ ਨਹੀਂ ਆ ਰਿਹਾ ਜੀ। ਵੀ ਸਰ ਵੀ ਇਹ ਤੇ ਲੱਗਣਾ ਨਹੀਂ ਹੈਗਾ ਜੀ। ਉਹ ਪੁੱਛਣਾ ਜੀ। ਓਕੇ ਰਾਜੇ, B ਸਕੁਅਰ ਇਹ ਹੁਣ ਇਹ AC ਸਪਲਾਈ ਦਿੱਤੀ ਹੋਈ ਹੈਗੀ ਇਹ AC ਸਪਲਾਈ ਹੈ ਜੀ। ਲਓ ਤੁਹਾਨੂੰ B ਸਕੁਅਰ ਬਟੇ R ਨਾਲ ਕੱਢ ਕੇ ਦਿਖਾਉਣਾ ਕੁਐਸਚਨ। ਕੋਈ ਇੰਟਰਸਟਡ ਹੈਗਾ ਰਾਜੇ ਇਹ ਕੁਐਸਚਨ? ਇਹਨਾਂ ਦਾ ਜਵਾਬ ਦਿਓ ਚਲੋ ਮੈਨੂੰ ਕੋਈ ਵੀ B ਸਕੁਅਰ ਜਦੋਂ R ਨਾਲ ਇਹਨਾਂ ਨੇ ਸੋਲਵ ਕੀਤਾ ਇਹਦਾ ਆਂਸਰ ਕਿਉਂ ਨਹੀਂ ਆਇਆ? ਮੈਨੂੰ ਜਵਾਬ ਦਿਓ ਰਾਜੇ ਕੋਈ। ਮੈਨੂੰ ਸਿਰਫ ਇਹ ਦੱਸੋ ਵੀ ਜਿਹੜਾ ਇਹ ਸਰਕਟ ਹੈਗਾ, ਇਹ ਸਰਕਟ ਦੇ ਵਿੱਚ ਹੈ ਜੀ, ਇਸ ਸਰਕਟ ਦੇ ਵਿੱਚ ਬੱਚੇ ਇਸ ਸਰਕਟ ਦਾ ਪਾਵਰ ਫੈਕਟਰ ਹੈ ਜਿਹੜਾ ਸਾਡਾ, ਕੀ ਉਹ ਯੂਨਿਟੀ ਹੈਗਾ ਜਾਂ ਯੂਨਿਟੀ ਤੋਂ ਘੱਟ ਹੈਗਾ ਜਾਂ ਵੱਧ ਹੈਗਾ? ਮਤਲਬ ਯੂਨਿਟੀ ਹੈ ਕਿ ਯੂਨਿਟੀ ਤੋਂ ਘੱਟ ਹੈਗਾ? ਜਾਂ ਫਿਰ ਆਪਾਂ ਕਹਿ ਲਓ ਵੀ ਇਹ ਸਰਕਟ, ਚਲੋ ਇੰਨਾ ਕੁ ਦੱਸੋ ਵੀ ਇਹ ਸਰਕਟ ਹੈ ਜਿਹੜਾ ਇਹ ਰੈਜ਼ਿਸਟਿਵ ਸਰਕਟ ਹੈਗਾ ਕਿ ਇੰਡਕਟਿਵ ਸਰਕਟ ਹੈ? ਸਿਰਫ ਇੰਨੀ ਗੱਲ ਦੱਸੋ। ਚਲੋ ਰੈਜ਼ਿਸਟਿਵ ਹੋਊਗਾ। ਰੈਜ਼ਿਸਟਿਵ ਕਿਉਂ ਹੋਊਗਾ ਰਾਜੀ? ਤੁਹਾਨੂੰ ਕਿਵੇਂ ਪਤਾ ਲੱਗਿਆ ਰੈਜ਼ਿਸਟਿਵ ਹੋਊਗਾ? ਪਾਵਰ ਕੰਜ਼ੰਪਸ਼ਨ ਹੋ ਰਹੀ ਹੈ ਜੀ। ਗਲਤ। ਜੇ ਸਾਡਾ ਇੰਡਕਟਿਵ ਹੋਵੇ ਫਿਰ ਵੀ ਤਾਂ ਉਹਦੇ ਵਿੱਚ ਰੈਜ਼ਿਸਟੈਂਸ ਦੇ ਵਿੱਚ ਪਾਵਰ ਕੰਜ਼ੰਪਸ਼ਨ ਹੁੰਦੀ ਹੋਵੇਗੀ। ਜੇ ਪਾਵਰ ਦਾ ਫਾਰਮੂਲਾ ਆਪਾਂ ਕਹੀਏ, ਜੇ ਸਰਕਟ ਮੰਨ ਲਓ ਇਹ ਸਰਕਟ ਰੈਜ਼ਿਸਟਿਵ ਹੈ, ਇਹਨੂੰ ਮੰਨ ਲਈਏ ਰੈਜ਼ਿਸਟਿਵ ਆ, ਤਾਂ ਰੈਜ਼ਿਸਟਿਵ ਸਰਕਟ ਦੇ ਵਿੱਚ ਪਾਵਰ ਫੈਕਟਰ ਸਾਡਾ ਕਿੰਨਾ ਹੁੰਦਾ ਬੱਚੇ? 1 ਹਨਾ। ਤਾਂ ਜੇ ਅਸੀਂ ਵੈਲਿਊ ਭਰ ਕੇ ਦੇਖਦੇ ਵੀ 120 ਗੁਣਾ ਸਾਡੇ ਕੋਲੇ 3 ਤੇ ਪਾਵਰ ਫੈਕਟਰ 1, 12 ਤੀਆ 36, 360 ਵਾਟ ਆਉਣੇ ਚਾਹੀਦੇ ਸੀਗੇ ਜੀ ਇੱਥੇ। ਆ ਕਿੰਨੇ ਰਹੇ? 108 ਵਾਟ। ਇਹਦਾ ਮਤਲਬ ਕੀ ਹੈਗਾ ਵੀ ਸਾਡੇ ਕੋਲੇ ਪਾਵਰ ਫੈਕਟਰ ਜਿਹੜਾ ਉਹ 1 ਤਾਂ ਹਰਗਿਜ਼ ਨਹੀਂ ਹੈਗਾ। 1 ਤਾਂ ਹਰਗਿਜ਼ ਨਹੀਂ ਹੈਗਾ। ਜੇ ਪਾਵਰ ਫੈਕਟਰ 1 ਨਹੀਂ ਹੈਗਾ, ਸਰਕਟ ਸਾਡਾ ਰੈਜ਼ਿਸਟਿਵ ਨਹੀਂ ਹੈਗਾ। ਇਹ ਵੀ ਕਨਫਰਮ ਹੈ ਗੱਲ।
ਸਰਕਟ ਫਿਰ ਸਾਡਾ ਕਿਹੜਾ ਰਹਿ ਗਿਆ? ਸਰਕਟ ਸਾਡਾ ਇਹ ਪੱਕੀ ਗੱਲ ਹੈ ਬੱਚੇ, ਇਹ ਇੰਡਕਟਿਵ ਜਾਂ ਫਿਰ ਕੈਪੈਸਿਟਿਵ ਹੋਊਗਾ, ਇੰਡਕਟਿਵ ਜਾਂ ਫਿਰ ਕੈਪੈਸਿਟਿਵ ਹੋਊਗਾ। ਹੁਣ ਸਾਨੂੰ ਪਤਾ ਜਿਹੜੀ ਇਹ ਬਿੱਟੂ ਜੀ ਗੱਲ ਕਰ ਰਹੇ ਸੀ, P ਇਜ਼ ਇਕੁਅਲ ਟੂ ਵੋਲਟੇਜ, P ਇਜ਼ ਇਕੁਅਲ ਟੂ V ਇੰਟੂ I ਇੰਟੂ cos θ ਹੁੰਦਾਗਾ। ਜਦੋਂ ਜਿਹੜੀ P ਹੈਗੀ ਇਹ ਕਿੰਨੀ ਆ? 108 ਹੈਗੀ। ਵੋਲਟੇਜ ਇੱਥੇ ਕਿੰਨੀ ਆ? 120 ਆ। ਕਰੰਟ ਉਹਨੇ ਦਿੱਤਾਗਾ 3 ਹੈਗਾ, ਤੇ cos θ ਦੀ ਵੈਲਿਊ ਕੀ ਹੋਏਗੀ ਬੱਚੇ? ਸਾਨੂੰ ਕੱਢਣੀ ਪਏਗੀ ਇੱਥੇ। ਕਿੰਨਾ cos θ? 108 ਡਿਵਾਈਡ ਬਾਈ 120 ਗੁਣਾ 3। ਇਹਨੂੰ ਸੋਲਵ ਕਰਨਾ ਪਏਗਾ ਰਾਜੇ, ਕਰਿਓ ਸੋਲਵ। ਕਿੰਨਾ ਆਉਂਦਾਗਾ ਇਹ ਕਰਕੇ? 12 × 36 160 ਡਿਵਾਈਡ ਬਾਈ 360 ਕਰਨਾ ਪਊਗਾ। 0.03 ਆ ਰਿਹਾ ਜੀ, 0.3 ਆ ਰਿਹਾ। ਹੁਣ ਫਿਰ ਦੱਸੋ ਜੀ, ਹੁਣ ਕਿਵੇਂ ਕਰੀਏ ਇਹਨੂੰ ਸੋਲਵ? ਸਕੁਅਰ ਬਟੇ ਆਰ ਵਾਲਾ ਫਾਰਮੂਲਾ। ਹੁਣ ਇਹਦਾ ਪੂਰਾ ਸਰਕਟ ਬਣਾਉਣਾ ਸੀ। ਇਹ ਸਰਕਟ ਕੀ ਹੋਊਗਾ ਵੀ? ਇੱਕ ਇੱਥੇ ਰੈਜ਼ਿਸਟੈਂਸ ਲੱਗੀ ਹੋਊਗੀ, ਇੱਕ ਇੰਡਕਟਰ ਲੱਗਿਆ ਹੋਊਗਾ। ਇੱਥੇ ਸਾਡੇ ਕੋਲੇ ਕੀ ਹੋਊਗਾ? ਇੱਥੇ ਵੋਲਟੇਜ ਹੈਗੀ 120, ਇੱਥੇ ਰੈਜ਼ਿਸਟੈਂਸ ਹੈਗੀ ਕਿੰਨੀ ਹੈਗੀ? ਸੌਰੀ, ਕਰੰਟ ਹੈਗਾ 3। ਨਾ ਤਾਂ ਰੈਜ਼ਿਸਟੈਂਸ ਦਾ ਪਤਾ ਹੈਗਾ ਤਾਂ ਪਤਾ, ਨਾ ਸਾਡਾ ਐਕਸਐਲ ਦਾ ਪਤਾ ਦਿੱਤਾ। ਹਾਂਜੀ ਬੱਚੇ, ਕਿਵੇਂ ਕਰੀਏ ਹੁਣ? cos φ ਦਾ ਪਤਾ ਲੱਗ ਗਿਆ ਸਾਨੂੰ ਵੀ cos φ ਹੈ ਜਿਹੜਾ ਸਾਡਾ, ਇਹ 0.3 ਹੈਗਾ। ਇੰਪੀਡੈਂਸ ਪਤਾ ਲੱਗ ਗਈ। ਬਿਲਕੁਲ। ਇੰਪੀਡੈਂਸ ਕਿਵੇਂ ਕੱਢਾਂਗੇ ਜੀ? Z = V upon I। ਵੋਲਟੇਜ ਕਿੰਨੀ ਆ ਬੱਚੇ? 120 ਆਇਆ, ਤੇ ਸਾਡਾ 3I ਕਿੰਨਾ ਆ ਗਿਆ ਬੱਚੇ? 40 40 ਆ ਗਈ। 40 ਓਮ ਸਾਡੀ ਕੀ ਆ ਗਈ? ਇੰਪੀਡੈਂਸ ਆ ਗਈ। ਇੰਪੀਡੈਂਸ ਤਾਂ ਆ ਗਈ। ਹੁਣ ਹੋਰ ਕੀ ਕੱਢਾਂਗੇ ਆਪਾਂ? ਫਿਰ ਰੈਜ਼ਿਸਟੈਂਸ ਕੱਢ ਸਕਦੇ ਹਾਂ ਕਿ ਇਸ ਹਿਸਾਬ ਨਾਲ? ਇੱਥੇ ਜਿਹੜਾ 108 ਬਣਿਆਗਾ ਸਾਡਾ, ਇਹ ਕਿਹਦੇ ਨਾਲ ਬਣਿਆ ਹੋਊਗਾ ਬੱਚੇ? I² R ਨਾਲ ਹੀ ਬਣਿਆ ਹੋਊਗਾ ਨਾ 108। ਤਾਂ ਇੱਥੋਂ ਕੱਢਾਂਗੇ ਅਸੀਂ I² ਡਿਵਾਈਡ ਬਾਈ ਮਲਟੀਪਲਾਈ ਬਾਈ R ਇਜ਼ ਇਕੁਅਲ ਟੂ 108। ਤਾਂ R ਇਕੁਅਲ ਟੂ ਹੈ ਜੀ I8 ਬਟੇ I²। I ਕਿੰਨਾ ਸਾਡਾ? 3। ਤੇ ਕਿਉਂਕਿ ਸੀਰੀਜ਼ ਵਿੱਚ ਕਰੰਟ ਤਾਂ ਸੇਮ ਹੀ ਹੋਊਗਾ ਨਾ, ਵਿੱਚ 3 ਹੋਊਗਾ ਨਾ, ਤਾਂ 9 ਆ ਜਾਊਗਾ। ਤਾਂ 9 ਨੂੰ ਆਪਾਂ ਕਿੰਨੇ ਨਾਲ ਕਰੀਏ ਵੀ 108 ਆਵੇ? 12 ਨਾਲ ਸਰ। ਬਿਲਕੁਲ ਠੀਕ ਹੈ ਜੀ। 12 ਓਮ ਰੈਜ਼ਿਸਟੈਂਸ ਆ ਗਈ ਬੱਚੇ ਸਾਡੀ। ਰੈਜ਼ਿਸਟੈਂਸ ਦੀ ਵੈਲਿਊ ਓਵੇਂ ਵੀ ਨਿਕਲਦਾ cos φ = R upon Z। ਹਾਂਜੀ ਬਿਲਕੁਲ ਨਿਕਲੂਗਾ ਜੀ, ਬਿਲਕੁਲ ਨਿਕਲੂਗਾ। ਪਰ Z ਤਾਂ ਆ ਗਈ। ਹਾਂ, ਉਦਾਂ ਵੀ ਕੱਢ ਲਓ। ਤੁਹਾਡੇ ਕੋਲੇ 12 ਆ ਗਿਆ ਇੱਥੇ, ਚਾਹੇ ਤੁਸੀਂ ਉਦਾਂ ਕੱਢ ਲੈਂਦੇ ਵੀ cos φ ਜਿਹੜਾ ਹੁੰਦਾ ਸਾਡਾ, ਉਹ ਕੀ ਹੁੰਦਾਗਾ? R ਬਟੇ Z ਹੁੰਦਾ। ਤਾਂ cos ਸਾਡੇ ਕੋਲੇ 0.3 ਦੀ ਵੈਲਿਊ ਕੀ ਹੈਗੀ? R ਹੈਗੀ ਆ ਸਾਡੇ ਕੋਲੇ, ਪਤਾ ਨਹੀਂ। Z ਹੈਗੀ ਆ ਸਾਡੇ ਕੋਲੇ, ਕਿੰਨੀ ਆਈ ਸੀਗੀ ਸਾਡੀ? ਇਹ 40 ਆਈ ਸੀਗੀ। ਤਾਂ 40 ਨੂੰ ਉੱਧਰ ਲੈ ਬੱਚੇ, R ਦੀ ਵੈਲਿਊ ਫਿਰ ਵੀ ਸਾਡੇ ਕੋਲੇ 12 ਓਮ ਆ ਗਈ। ਠੀਕ ਹੈ ਜੀ। ਤਾਰ ਦੀ ਹੁਣ ਲਾਸਟ ਇੱਕੋ ਚੀਜ਼ ਰਹਿ ਗਈ ਰਾਜੇ, ਕਾਹਦੀ ਵੈਲਿਊ ਰਹਿ ਗਈ? ਐਕਸਐਲ ਦੀ ਵੈਲਿਊ ਰਹਿ ਗਈ। ਆ ਜੂਗੀ ਤਾਂ ਅਸੀਂ ਕਰਾਂਗੇ ਐਕਸਐਲ ਦੀ ਵੈਲਿਊ ਅਸੀਂ ਕਿਵੇਂ ਕੱਢਾਂਗੇ ਬੱਚੇ? 400 - 144। ਬਿਲਕੁਲ ਜੀ। ਸੌਰੀ ਨਹੀਂ 40 ਦਾ ਸਕੁਅਰ ਮਾਈਨਸ 12 ਦਾ ਸਕੁਅਰ ਬੱਚੇ। 40 ਦਾ ਚੌਕੇ 1600 ਮਾਈਨਸ 144, 38.1 ਆ ਰਿਹਾ ਜੀ। 38.1 ਆ ਰਿਹਾ ਹੈਗਾ। ਇਹ ਸਾਡੀ ਵੈਲਿਊ ਆ ਗਈ, ਸਾਡੀ ਐਕਸਐਲ ਦੀ ਵੈਲਿਊ। ਸਾਡੀ ਐਕਸਐਲ ਐਡੀ ਵੱਡੀ ਸੀਗੀ ਤਾਂ ਹੀ ਸਾਡੇ ਕੋਲੇ ਪਾਵਰ ਫੈਕਟਰ ਇੰਨਾ ਮਾੜਾ ਆਇਆ ਹੈਗਾ। ਤਾਂ ਲਓ ਜੀ, ਹੁਣ ਦੇਖ ਲਓ ਬੱਚੇ, ਹੁਣ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ। 38.1। ਹੁਣ ਜਿਹੜਾ ਤੁਸੀਂ ਕਹਿੰਦੇ ਹੋ V² ਬਟੇ R ਲਗਾਉਣਾ ਹੈ ਨਾ, V² ਬਟੇ R ਲਗਾਉਣ ਦੀ ਜਿੱਦ ਸੀਗੀ ਨਾ ਤੁਹਾਡੀ, ਤਾਂ V ਕਿਹੜੀ ਲਵਾਂਗੇ ਅਸੀਂ? ਜਿਹੜੀ ਇਹਦੇ ਕ੍ਰਾਸ ਵੋਲਟੇਜ ਆ ਬੱਚੇ। ਇਹਦੇ ਕ੍ਰਾਸ ਵੋਲਟੇਜ ਹੈ ਕਿੰਨੀ ਹੈਗੀ ਪਤਾ? ਇੱਥੇ ਵੋਲਟੇਜ ਕਿੰਨੀ? ਬਿਲਕੁਲ ਜੀ, ਇੱਥੇ ਸਾਡੇ ਕੋਲੇ ਵੋਲਟੇਜ ਜਿਹੜੀ ਕਿੰਨੀ ਹੈਗੀ ਬੱਚੇ? ਇਹ 36 ਹੈਗੀ। ਹੁਣ ਲਗਾ ਲਓ ਤੁਸੀਂ V² ਡਿਵਾਈਡ ਬਾਈ R। ਜੇ ਤੁਸੀਂ ਕੱਢਣਾ ਹੀ ਚਾਹਣਾ ਸੀ ਤਾਂ ਪਹਿਲਾਂ ਏਦਾਂ ਨਿਕਲਣਾ ਪੈਣਾ ਸੀਗਾ, ਇਹਨੂੰ ਏਦਾਂ ਕੱਢਣਾ ਪੈਣਾ ਸੀ। V² ਡਿਵਾਈਡ ਬਾਈ R ਇਜ਼ ਇਕੁਅਲ ਟੂ P ਹੁੰਦਾ ਨਾ, ਤਾਂ R ਇਜ਼ ਇਕੁਅਲ ਟੂ V² ਡਿਵਾਈਡ ਬਾਈ P ਹੁੰਦਾ ਹੈਗਾ। ਤਾਂ V² ਸਾਡੀ ਕਿੰਨੀ ਹੈ? 36 ਗੁਣਾ 36 ਡਿਵਾਈਡ ਬਾਈ P ਕਿੰਨਾ ਹੈਗਾ? 108। ਕਰ ਲਓ, ਆ ਜਾਊਗਾ ਆਂਸਰ ਅਜੇ। ਕੀ ਹੈਗੀ ਇੱਥੇ? 12 ਨੂੰ ਗੁਣਾ ਕਰਾਂਗੇ ਕਾਹਦੇ ਨਾਲ? ਹਾਂਜੀ, ਬਣ ਗਈ ਗੱਲ। 12 ਆ ਰਹੀ ਹੈ ਤੁਹਾਡੀ? ਏਦਾਂ ਕਰਨਾ ਪਊਗਾ ਬੱਚੇ ਕੁਐਸਚਨ ਇਹ। ਜੇ ਤਾਈਓ ਮੈਂ ਹਮੇਸ਼ਾ ਤੁਹਾਨੂੰ ਇੱਕੋ ਹੀ ਗੱਲ ਸਮਝਾਉਣਾ ਬੱਚੇ, ਜਦੋਂ ਵੀ ਫਾਰਮੂਲਾ ਲਗਾਉਣਾਗਾ I² R ਦਾ ਲਗਾਉਣਾਗਾ, ਕੋਈ ਹੋਰ ਫਾਰਮੂਲੇ ਚ ਨਾ ਫਸਿਓ। ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਯਾਦ ਆਉਂਦਾ, ਹਨਾ? ਕਿਹਾ ਨਾ ਤੁਹਾਨੂੰ I²। ਮੈਂ ਏਡਾ ਵੱਡੇ ਕੁਐਸਚਨ ਨੇ ਉਹਦੀ ਪਹਿਲੇ ਦਿਨ ਤੁਹਾਨੂੰ ਕਿਵੇਂ ਸਮਝਾ ਦਿੰਦਾ, ਪਹਿਲੇ ਦਿਨ ਤੈਨੂੰ ਏਡੇ ਕੁਐਸਚਨ ਕਿਵੇਂ ਸਮਝਾ ਦਿੰਦਾ ਮੈਂ। ਤਾਂ ਮੇਰੀ ਜਿਹੜਾ ਤੁਹਾਨੂੰ ਇੱਕ ਹੁੰਦਾ ਨਾ ਰਿਜ਼ਲਟ ਕੱਢਿਆ ਹੁੰਦਾ ਗਾ ਸਿਆਣੇ ਬੰਦੇ ਨੇ, ਹਨਾ, ਬਸ ਉਹ ਗੱਲ ਮੰਨ ਲਿਆ ਕਰੋ ਵੀ I² R ਨਾਲ ਹੀ ਆਪਾਂ ਆਂਸਰ ਕੱਢਣਾ। ਉਹ ਵਧੀਆ ਗੱਲ ਆ, ਤੁਸੀਂ ਪੁੱਛਿਆ ਵੀ ਇਹਦੇ ਨਾਲ ਆਂਸਰ ਕਿਉਂ ਨਹੀਂ ਆਇਆ,
ਤਾਂ ਫਿਰ ਤੁਹਾਨੂੰ ਪਤਾ ਵੀ ਲੱਗ ਗਿਆ, ਦੇਖੋ ਕਿੰਨਾ ਕੁਝ ਪਤਾ ਲੱਗਿਆ ਵੀ ਕੱਲੀ ਇੰਨੀ ਕੁ ਗੱਲ ਤੋਂ, ਕੱਲੇ 3 ਚੀਜ਼ਾਂ ਦੇ ਵਿੱਚ ਰਾਜੇ ਕਿੰਨੀਆਂ ਚੀਜ਼ਾਂ ਪਤਾ ਕਰ ਸਕਦੇ ਜੀ। ਸਾਨੂੰ ਪ੍ਰੋਪਰ ਕੁਐਸਚਨ ਕਰਨਾ ਆਉਂਦਾ ਸੀ, ਕੀ ਕੁਝ ਪਤਾ ਕਰ ਸਕਦੇ ਹਾਂ ਦੇਖੋ, ਹਨਾ। ਸਿਰਫ ਸਾਨੂੰ 3 ਚੀਜ਼ਾਂ ਦਿੱਤੀਆਂ ਸੀ, ਅਸੀਂ ਆਪ ਨੇ ਆਪੇ ਕੱਢ ਲਿਆ ਵੀ ਇਹ ਸਰਕਟ ਰੈਜ਼ਿਸਟਿਵ ਹੈ, ਇੰਡਕਟਿਵ ਹੈ ਕਿ ਕੈਪੈਸਿਟਿਵ ਹੈ, ਸਾਰਾ ਕੁਝ ਨਿਕਲਿਆ ਹੈ ਸਾਡਾ। ਓਕੇ ਜੀ। ਦਾ ਪਤਾ ਲੱਗਿਆ ਕੈਪੈਸਿਟਿਵ ਵੀ ਹੋ ਸਕਦਾ ਹੈ। ਹਾਂ, ਇਹ ਨਹੀਂ ਪਤਾ ਲੱਗਿਆ ਹੈਗਾ ਵੈਸੇ ਆਪਾਂ ਨੂੰ, ਇਹ ਨਹੀਂ ਪਤਾ ਲੱਗਿਆ ਰਿਹਾ ਸਾਨੂੰ। ਇਹ ਪਤਾ ਲੱਗ ਗਿਆ ਪਾਵਰ ਫੈਕਟਰ ਸਾਡਾ ਲੈਗਿੰਗ ਹੈ, ਸੌਰੀ ਪਾਵਰ ਫੈਕਟਰ ਸਾਡਾ ਬਹੁਤ ਮਾੜਾ ਹੈਗਾ, ਪਰ ਸਾਨੂੰ ਇਹ ਨਹੀਂ ਪਤਾ ਲੱਗਿਆ ਰਿਹਾ ਸਰਕਟ ਸਾਡਾ ਕੀ ਹੈ। ਇਹ ਸ਼ਾਇਦ ਇਹ RC ਸਰਕਟ ਵੀ ਹੋ ਸਕਦਾ ਹੈਗਾ, ਇਹ ਤੇ RL ਵੀ ਹੋ ਸਕਦਾ ਹੈਗਾ, ਇਹ ਕੁਝ ਵੀ ਹੋ ਸਕਦਾ ਹੈ ਸਰਕਟ, ਇਹ RLC ਵੀ ਹੋ ਸਕਦਾ ਸਰਕਟ ਇਹ। ਠੀਕ ਹੈ ਜੀ। ਫੇਜ਼ਰ ਅਲਜੈਬਰਾ ਧਿਆਨ ਨਾਲ ਸਿੱਖਣਾ ਗਾ, ਅਸੀਂ ਜਿੱਥੋਂ ਨਹੀਂ ਪਤਾ ਲੱਗੂ ਅਸੀਂ ਨਾਲ ਦੀ ਨਾਲ ਪੁੱਛ ਲੈਣਾ ਗਾ, ਠੀਕ ਹੈ। ਸਪੋਜ਼ ਕਰੋ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਤੋਂ ਸਟਾਰਟ ਕਰਵਾ ਰਿਹਾ ਗਾ। ਮੈਂ ਤੁਹਾਨੂੰ ਕਹਿਣਾ ਵੀ ਆਪਣੀਆਂ ਕਾਪੀਆਂ ਦੇ ਇੱਕ 5 ਸੈਂਟੀਮੀਟਰ ਦੀ ਲਾਈਨ ਖਿੱਚੋ, ਠੀਕ ਹੈ ਜੀ। ਕੀ ਸਾਰੇ ਜਾਣੇ ਤੁਸੀਂ ਸੇਮ ਪੋਜੀਸ਼ਨ ਦੀ ਲਾਈਨ ਖਿੱਚੋਗੇ? 5 ਸੈਂਟੀਮੀਟਰ ਲੈਂਥ ਉਹਦੀ ਲੰਬੀ ਹੋਊ, ਇਹ ਗੱਲ ਤਾਂ ਠੀਕ ਆ, ਪਰ ਕੀ ਜਿਹੜੀ ਸਾਰੀਆਂ ਦੀ ਕਾਪੀਆਂ ਤੇ ਲਾਈਨ ਬਣੂਗੀ ਉਹ ਸੇਮ ਬਣੂਗੀ? ਦੱਸੋ। ਸ਼ਾਇਦ ਹੋ ਸਕਦਾ ਕੋਈ ਲਾਈਨ ਏਦਾਂ ਖਿੱਚੇ 5 ਸੈਂਟੀਮੀਟਰ, ਕੋਈ ਖਿੱਚੇ ਏਦਾਂ 5 ਸੈਂਟੀਮੀਟਰ, ਕਿਸੇ ਦੀ ਕਾਪੀ ਟੇਢੀ ਰੱਖੀ ਹੋਈ ਉਹ ਏਦਾਂ ਖਿੱਚਦੇ 5 ਸੈਂਟੀਮੀਟਰ, ਕੋਈ ਏਦਾਂ ਖਿੱਚਦੇ 5 ਸੈਂਟੀਮੀਟਰ, ਹੋ ਸਕਦੇ ਨੇ ਸਾਰੇ ਕੇਸ। ਤਾਂ ਜਦੋਂ ਅਸੀਂ ਸਿਰਫ 5 ਸੈਂਟੀਮੀਟਰ ਕਹਿੰਦੇ ਆਂਗੇ, ਇਹ ਸਾਡੀ ਇੱਕ ਅਧੂਰੀ ਇਨਫੋਰਮੇਸ਼ਨ ਹੈ, ਸਾਡੀ ਪੂਰੀ ਇਨਫੋਰਮੇਸ਼ਨ ਨਹੀਂ ਹੈਗੀ। ਜੇ ਅਸੀਂ ਇਹਨੂੰ ਪੂਰੀ ਦੇਣਾ ਹੁੰਦਾ, ਸਾਡੇ ਕੋਲੇ 2 ਤਰੀਕੇ ਆ ਇਹਨੂੰ ਸਹੀ ਤਰ੍ਹਾਂ ਨਾਲ ਇਨਫੋਰਮੇਸ਼ਨ ਨੂੰ ਦੂਜੇ ਪੁਆਇੰਟ ਦੇ ਵਿੱਚ ਡਿਲੀਵਰ ਕਰਨ ਦੇ। ਉਹ 2 ਤਰੀਕਿਆਂ ਦਾ ਨਾਮ ਕੀ ਆ ਬੱਚੇ? ਉਹ 2 ਤਰੀਕਿਆਂ ਦਾ ਨਾਮ ਹੈਗਾ, ਇੱਕ ਤਾਂ ਹੈਗਾ ਗਾ 2 ਫਾਰਮਸ ਨੇਗੀਆਂ। ਇੱਕ ਸਾਡੀ ਸੌਖੀ ਜੀ ਫਾਰਮ ਆ ਦੇਖਣ ਨੂੰ, ਅਸੀਂ ਕਹਿੰਦੇ ਆ ਪੋਲਰ ਫਾਰਮ, ਇੱਕ ਹੈਗੀ ਜੀ ਰੈਕਟੈਂਗੂਲਰ ਫਾਰਮ। ਇਹ 2 ਫਾਰਮ ਨੇਗੀਆਂ ਜਿਹੜੀਆਂ ਸਾਡੇ ਵਾਸਤੇ ਇੰਪੋਰਟੈਂਟ ਨੇਗੀਆਂ, ਤੇ ਇਹੀ ਉਹ ਫਾਰਮਸ ਨੇ ਜਿਹਦਾ ਸਾਨੂੰ ਕੁਐਸਚਨ ਜਦੋਂ ਛੋਟਾ ਜਿਹਾ ਆ ਜਾਂਦਾ ਹੈਗਾ ਸਾਨੂੰ ਡਰਾ ਦਿੰਦਾ ਹੈਗਾ, ਅਸੀਂ ਛੱਡ ਕੇ ਕੁਐਸਚਨ ਨੂੰ ਅੱਗੇ ਤੁਰ ਜਾਂਦੇ ਹਾਂ, ਹੈਗਾ ਇਹ 'ਚ ਕੁਛ ਵੀ ਨਹੀਂ ਹੁੰਦਾ। ਤਾਂ ਇਹ ਸਾਡੀਆਂ 2 ਤਰ੍ਹਾਂ ਦੀਆਂ ਫਾਰਮਸ ਨੇ, ਪੋਲਰ ਫਾਰਮ ਤੇ ਰੈਕਟੈਂਗੂਲਰ ਫਾਰਮ। ਆਪਾਂ ਐਗਜ਼ਾਮਪਲ ਲੈਂਦੇ ਆਂਗੇ। ਸਪੋਜ਼ ਕਰੋ ਮੈਂ ਤੁਹਾਨੂੰ ਕਿਹਾ, ਮੈਂ ਨਾ ਲਾਈਨ ਸਾਨੂੰ ਏਦਾਂ ਆਹ ਲਾਈਨ ਬਣਵਾਉਣਾ ਚਾਹੁੰਦਾ ਸੀਗਾ 5 ਸੈਂਟੀਮੀਟਰ ਲੰਬੀ ਏਦਾਂ ਦੀ, ਤਾਂ ਮੈਨੂੰ ਕੀ ਦੱਸਣਾ ਪੈਣਾ ਸੀਗਾ ਵੀ ਜਿਹੜੀ ਮੇਰੀ ਲਾਈਨ ਹੈਗੀ ਇੱਕ ਤਾਂ 5 ਸੈਂਟੀਮੀਟਰ ਲੰਬੀ ਹੈਗੀ, ਤੇ ਜਿਹੜਾ ਉਹਦਾ ਐਂਗਲ ਹੈਗਾ, ਇਹ ਐਂਗਲ ਜਿਹੜਾ ਹੈਗਾ ਸਾਡਾ ਮੇਰਾ ਉਹ 30 ਡਿਗਰੀ ਹੈ। ਤਾਂ ਮੈਨੂੰ ਦੱਸਣਾ ਪੈਣਾ ਸੀਗਾ ਵੀ ਮੈਂ ਇੱਕ ਲਾਈਨ ਖਿੱਚੋ ਜਿਹੜੀ 5 ਐਂਗਲ ਕੀ ਹੈਗੀ 30 ਹੈਗੀ ਏਦਾਂ। ਜੇ ਆ ਮੈਂ ਕਹਿੰਦਾ ਇੰਨੀ ਗੱਲ ਕਹਿੰਦਾ ਤਾਂ ਫਿਰ ਸਾਰੇ ਦੀ ਲਾਈਨ ਏਦਾਂ ਦੀ ਹੀ ਆਉਣੀ ਸੀਗੀ। ਇਹ ਗੱਲ ਨਾਲ ਸਹਿਮਤ ਹੋਗੇ ਵੀ 30 ਡਿਗਰੀ ਦੇ ਉੱਪਰ ਲਾਈਨ ਹੈਗੀ ਬੱਚੇ। ਓਕੇ, ਤਾਂ ਇਹ ਸਾਡੀ ਹੁੰਦੀ ਹੈ ਪੋਲਰ ਫਾਰਮ, ਜਿਹਦੇ ਵਿੱਚ ਸਾਨੂੰ ਨਾ ਸਿਰਫ ਮੈਗਨੀਟਿਊਡ ਦਿੱਤਾ ਹੁੰਦਾ, ਨਾਲ ਹੀ ਨਾਲ ਉਹਦੀ ਜਿਹੜੀ ਡਾਇਰੈਕਸ਼ਨ ਹੈ, ਗਿਵਨ ਡਾਇਰੈਕਸ਼ਨ, ਉਹ ਵੀ ਦਿੱਤੀ ਹੁੰਦੀ ਹੈ ਵੀ ਉਹਦੀ ਡਾਇਰੈਕਸ਼ਨ ਕੀ ਹੋਏਗੀ, ਕਿਸ ਸਾਈਡ ਹੋਏਗੀ ਉਹਦੀ ਡਾਇਰੈਕਸ਼ਨ। ਕਲੀਅਰ ਜੀ? ਓਕੇ, ਹੁਣ ਦੂਜੀ ਫਾਰਮ ਕੀ ਹੋਏਗੀ? ਜਿਹੜੀ ਲਾਈਨ ਇਹ ਖਿੱਚੀ ਹੋਈ ਹੈ ਸਾਡੀ, ਇਸ ਅਸੀਂ ਰੈਫਰੈਂਸ ਨੂੰ ਅਸੀਂ ਡਿਲੀਟ ਕਰ ਦਿੰਦੇ ਹਾਂ ਇਸ ਨੂੰ। ਹਲੋ, ਇੱਕ ਲਾਈਨ ਖਿੱਚੀ ਹੋਈ ਆ, ਅਸੀਂ ਕੀ ਕਰਾਂਗੇ ਜਿੱਥੋਂ ਹੀ ਲਾਈਨ ਸਟਾਰਟ ਹੋਈ ਆ ਰਾਜੇ, ਉਧਰ ਇੱਕ ਤਾਂ ਹੁੰਦਾ ਇੱਧਰਲੇ ਪਾਸੇ, ਇਹ ਕਿਹੜਾ ਐਕਸਿਸ ਹੁੰਦਾ? ਐਕਸ ਐਕਸਿਸ। ਤੇ ਇਹ ਕਿਹੜਾ ਐਕਸਿਸ ਹੁੰਦਾ ਜੀ? ਇਹ ਕਿਹੜਾ ਐਕਸਿਸ ਹੁੰਦਾ ਰਾਜੇ? ਬਾਈ ਐਕਸਿਸ। ਤਾਂ ਜੇ ਅਸੀਂ ਏਦਾਂ ਕਰਦੇ ਵੀ ਜਿਹੜੀ ਇਹ ਲਾਈਨ ਆ ਇਹ ਐਕਸ ਐਕਸਿਸ ਦੇ ਉੱਪਰ ਕਿੱਥੇ ਕੱਟ ਕਰ ਰਹੀ ਹੈਗੀ, ਇੱਕ ਤਾਂ ਆਹ ਦੇਖ ਲਓ, ਤੇ ਵਾਈ ਐਕਸਿਸ ਦੇ ਉੱਪਰ ਕਿੱਥੇ ਕੱਟ ਕਰ ਰਹੀ ਕਿ ਇਹ ਦੇਖ ਲਓ। ਤਾਂ ਅਸੀਂ ਲਿਖਦੇ ਵੀ ਜਿਹੜੀ ਸਾਡੀ ਇਹ ਲਾਈਨ ਹੈਗੀ ਉਹ ਸਾਡੀ ਐਕਸ ਐਕਸਿਸ ਦੇ ਉੱਪਰ ਜਿਹੜੀ ਕੱਟ ਕਰ ਰਹੀ ਹੈਗੀ ਉਹ ਕਰ ਰਹੀ ਹੈਗੀ 4 ਦੇ ਉੱਪਰ। ਵੀ ਇਧਰ ਅਸੀਂ ਲੈ 1 2 3 4 ਸੀਗਾ ਇੱਥੇ, ਤਾਂ 4 ਦੇ ਉੱਪਰ ਕੱਟ ਕੀਤੀ। ਤੇ ਇਹਦੇ ਚ ਅਸੀਂ ਮਿਣ ਕੇ ਦੇਖਿਆ, ਇੱਥੇ ਸਾਡੇ ਕੋਲ ਹੈਗੇ ਸੀ 1 2 ਤੇ 3। ਤਾਂ ਅਸੀਂ ਇਹਨੂੰ ਕਿੱਦਾਂ ਲਿਖਾਂਗੇ? ਅਸੀਂ ਲਿਖਾਂਗੇ ਵੀ x ਪਲੱਸ ਜੇ ਵਾਈ ਦੀ ਫਾਰਮ ਦੇ ਵਿੱਚ ਲਿਖ ਸਕਦੇ ਆ ਇਹਨੂੰ ਆਪਾਂ। ਉਹ ਕੀ ਲਿਖਾਂਗੇ ਵੀ ਆਪਾਂ x ਐਕਸਿਸ ਦੇ ਵਿੱਚ ਸਾਡੀ ਹੈਗੀ ਆ 4 ਪਲੱਸ,
y ਐਕਸਿਸ ਦੇ ਵਿੱਚ y ਐਕਸਿਸ ਦਾ ਸਾਨੂੰ ਕਿਵੇਂ ਪਤਾ ਲੱਗੂ? ਉਹਦੇ ਅੱਗੇਲੇ ਪਾਸੇ j ਪਿਆ ਹੋਊਗਾ ਵੀ y ਐਕਸਿਸ ਦੇ ਉੱਪਰ ਹੈਗੀ ਆ ਉਹ 3। ਤਾਂ ਇਦਾਂ ਵੀ ਲਿਖ ਸਕਦੇ ਆ ਇਹ ਲਾਈਨ ਨੂੰ, ਇਹਨੂੰ a ਲਿਖ ਲਓ, b ਲਿਖ ਲਓ, c ਲਿਖ ਲਓ, ਇਹਦੀ ਵੈਲਿਊ ਨੂੰ ਅਸੀਂ ਇਦਾਂ ਵੀ ਲਿਖ ਸਕਦੇ ਹਾਂ। ਓਕੇ ਸਰ। ਓਕੇ ਨਾ। ਤੇ ਜਿਹੜੀ ਇਹ ਫਾਰਮ ਆਈ ਆ ਬੱਚੇ ਜਿਹਦੇ ਵਿੱਚ ਪਲੱਸ j ਹੁੰਦਾ, ਇਹਨੂੰ ਅਸੀਂ ਕਹਿੰਦੇ ਆਂਗੇ ਰੈਕਟੈਂਗੂਲਰ ਫਾਰਮ। ਜਿਹਦੇ ਵਿੱਚ ਐਂਗਲ ਦਿੱਤਾ ਹੁੰਦਾ ਇਹਨੂੰ ਅਸੀਂ ਕਹਿੰਦੇ ਆਂਗੇ ਪੋਲਰ ਫਾਰਮ। ਇਹ ਦੋ ਤਰ੍ਹਾਂ ਦੀਆਂ ਫਾਰਮਸ ਹੁੰਦੀਆਂ, ਇੱਕ ਹੁੰਦੀ ਆ ਪੋਲਰ ਫਾਰਮ ਜਿਹੜੀ ਸਾਨੂੰ ਪਿਓਰ ਇਨਫੋਰਮੇਸ਼ਨ ਦਿੰਦੀ ਹੈ, ਕਿਉਂਕਿ ਇਕੱਲਾ ਮੈਗਨੀਟਿਊਡ ਸਾਡਾ ਸਿਰਫ ਡੀਸੀ 'ਚ ਹੁੰਦਾ ਹੈਗਾ, ਏਸੀ ਦੇ ਵਿੱਚ ਮੈਗਨੀਟਿਊਡ ਪਲੱਸ ਸਾਡਾ ਐਂਗਲ ਵੀ ਹੁੰਦਾ ਹੈਗਾ। ਤਾਂ ਸਾਨੂੰ ਦੋ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ, ਇੱਕ ਉਹਦਾ ਐਂਗਲ ਵੀ ਪਤਾ ਹੋਣਾ ਚਾਹੀਦਾ ਵੀ ਉਹ ਲਾਈਨ ਹੈ ਕਿੱਥੇ ਹੈਗੀ, ਤੇ ਉਹਦੀ ਆਪਣੀ ਲੈਂਥ ਵੀ ਪਤਾ ਹੋਣੀ ਚਾਹੀਦੀ ਹੈ। ਚਾਹੇ ਤਾਂ ਉਹਨੂੰ ਇਸ ਤਰੀਕੇ ਨਾਲ ਲਿਖ ਲਓ, ਚਾਹੇ ਇਹਨੂੰ ਇਸ ਤਰੀਕੇ ਨਾਲ ਲਿਖ ਲਓ। ਤੇ ਇਹਦਾ ਮਤਲਬ ਇਹ ਆ ਵੀ ਇਹਨੂੰ ਆਪਾਂ ਏਦਾਂ ਲਿਖ ਸਕਦੇ ਆ, ਹਨਾ। ਤਾਂ ਜੇ ਆਪਾਂ ਇੱਕ ਪੋਲਰ ਫਾਰਮ ਨੂੰ ਰੈਕਟੈਂਗੂਲਰ ਫਾਰਮ ਦੇ ਵਿੱਚ ਵੀ ਲਿਖ ਸਕਦੇ ਆ, ਤਾਂ ਅਸੀਂ ਕਨਵਰਜਨ ਵੀ ਸਿੱਖਣੀ ਪਊਗੀ ਸਾਨੂੰ। ਕਨਵਰਜਨ ਵੀ ਅਸੀਂ ਪੋਲਰ ਨੂੰ ਰੈਕਟੈਂਗੂਲਰ ਕਿਵੇਂ ਬਣਾਉਣਾ ਤੇ ਰੈਕਟੈਂਗੂਲਰ ਨੂੰ ਪੋਲਰ ਕਿਵੇਂ ਬਣਾਉਣਾ। ਤਾਂ ਅਸੀਂ ਕਨਵਰਜਨ ਸਿੱਖਣੀ ਹੈਗੀ ਪਹਿਲਾਂ, ਪੋਲਰ ਟੂ ਰੈਕਟੈਂਗੂਲਰ ਦੀ। ਅਸੀਂ ਕਨਵਰਜਨ ਸਿੱਖਣੀ ਆ ਰਾਜੇ ਪੋਲਰ ਟੂ ਰੈਕਟੈਂਗੂਲਰ ਦੀ। ਪੋਲਰ ਫਾਰਮ ਦਿੱਤੀ ਹੋਏਗੀ, ਅਸੀਂ ਉਹਨੂੰ ਕਨਵਰਟ ਕਰਨਾ ਰਾਜੇ ਰੈਕਟੈਂਗੂਲਰ ਫਾਰਮ ਦੇ ਵਿੱਚ। ਤਾਂ ਅਸੀਂ ਆਪਣੇ ਕੋਲ ਇੱਕ ਵੈਲਿਊ ਮੰਨ ਲੈਂਦੇ ਆਂਗੇ ਪੋਲਰ ਦੇ ਵਿੱਚ, ਇੱਕ ਕੁਐਸਚਨ ਮੰਨ ਲੈਂਦੇ ਆਂਗੇ, ਇੱਕ ਕੁਐਸਚਨ ਨੰਬਰ ਫਸਟ ਹੈਗਾ, ਉਹਦੀ ਜਿਹੜੀ ਪੋਲਰ ਫਾਰਮ ਆ ਗਈ, ਪੋਲਰ ਫਾਰਮ ਉਹ ਦਿੱਤੀ ਹੋਈ ਹੈਗੀ। ਸਪੋਜ਼ ਕਰੋ ਪਹਿਲਾਂ ਆਪਾਂ ਵੈਸੇ A ਐਂਗਲ B, ਤੇ ਜਦੋਂ ਅਸੀਂ ਇਹਨੂੰ ਕਨਵਰਟ ਕਰਾਂਗੇ ਜੀ ਰੈਕਟੈਂਗੂਲਰ ਦੇ ਵਿੱਚ, ਕੀ ਆਊਗਾ? C ਪਲੱਸ JD ਆਊਗਾ ਨਾ। ਹਾਂਜੀ, ਸਹਿਮਤ ਹੋ ਇਸ ਗੱਲ ਨਾਲ? ਹਾਂਜੀ ਹਾਂਜੀ ਸਰ। ਤੇ ਜਿਹੜਾ ਤੁਸੀਂ ਰਾਜੇ ਇਹ C ਕੱਢਣਾ ਹੈਗਾ, ਪਹਿਲਾਂ C ਕਿਵੇਂ ਕੱਢਣਾ ਹੁੰਦਾ? C ਕੱਢਣਾ ਹੁੰਦਾ ਹੈਗਾ ਅਸੀਂ A ਮਲਟੀਪਲਾਈ ਬਾय cos ਥੀਟਾ, ਤੇ B ਅਸੀਂ ਜਿਹੜਾ ਅਸੀਂ D ਕੱਢਣਾ ਹੈਗਾ, D ਕੱਢਣਾ ਹੁੰਦਾ, ਇਹ D ਹੈ ਜਿਹੜਾ ਸਾਡਾ ਇਮੈਜਿਨਰੀ ਹੈ ਨਾ। ਇਮੈਜਿਨਰੀ ਕਦੋਂ ਨਿਕਲਦਾ? ਜਦੋਂ ਅਸੀਂ A ਨੂੰ ਗੁਣਾ ਕਰ ਦਿੰਦੇ ਆ ਕਿਹਦੇ ਨਾਲ? ਸਾਈਨ ਥੀਟੇ ਨਾਲ। ਤੇਰਾ ਮਤਲਬ ਸਾਡੇ ਕੋਲੇ ਜਿਹੜੇ ਆਹ ਹੈਗਾ, ਜਿਹੜੇ ਸਾਡੇ ਕੋਲੇ ਆ Z ਟੋਟਲ ਵੈਲਿਊ ਹੈ, Z ਸਾਡੀ ਵੈਲਿਊ ਕਿਵੇਂ ਨਿਕਲਦੀ ਹੁੰਦੀ ਹੈਗੀ? A ਟੋਟਲ, ਉਸ ਤੋਂ ਬਾਅਦ cos ਥੀਟਾ ਪਲੱਸ J ਸਾਈਨ ਥੀਟਾ। ਸ਼ਾਇਦ ਤੁਹਾਨੂੰ ਇਹ ਸਮਝ ਨਾ ਆਈ ਹੋਊਗੀ, ਮੈਂ ਤੁਹਾਨੂੰ ਨਾ ਇਹਦਾ ਐਗਜ਼ਾਮਪਲ ਲੈ ਕੇ ਦਿਖਾਉਣਾ, ਫਿਰ ਤੁਹਾਨੂੰ ਵੱਧ ਪਤਾ ਲੱਗ ਜਾਊਗਾ। ਮੈਂ ਤੁਹਾਨੂੰ ਇਹਦਾ ਐਗਜ਼ਾਮਪਲ ਲੈ ਕੇ ਦੱਸਦਾ, ਇਹਨੂੰ ਐਜ਼ ਇਟ ਇਜ਼ ਉਤਾਰ ਲਓ, ਇੱਕ ਵਾਰੀ ਯਾਦ ਰਹਿ ਜਾਊਗਾ। ਐਜ਼ ਇਟ ਇਜ਼ ਉਤਾਰੋ ਬੱਚੇ ਨੂੰ। ਆਹ ਰੀਅਲ ਪਾਰਟ ਹੈਗਾ, ਆਹ ਰਾਜੇ ਰੀਅਲ ਪਾਰਟ ਹੁੰਦਾ ਹੈਗਾ, ਆਪਾਂ ਲਿਖ ਲੈਂਦੇ ਵੀ ਆਹ ਰੀਅਲ ਪਾਰਟ ਹੁੰਦਾ ਹੈਗਾ। ਜਿਹੜਾ D ਹੁੰਦਾ ਇਹ ਇਮੈਜਿਨਰੀ ਹੁੰਦਾ, ਕਿਉਂਕਿ ਇਹ ਕਾਹਦੇ ਨਾਲ ਲੱਗਿਆ ਹੋਇਆ ਹੈਗਾ? ਕੁੰਡੀ ਨਾਲ। ਇਮੈਜਿਨਰੀ ਹੁੰਦਾ ਇਹ J ਨਾਲ ਲੱਗਿਆ ਹੋਇਆ ਹੈਗਾ। C ਸਾਡੀ ਕੀ ਹੈਗੀ? C ਸਾਡੀ ਹੈਗੀ ਆ ਬੱਚੇ ਰੀਅਲ ਟਰਮ, ਤੇ D ਹੈਗੀ ਆ ਇਮੈਜਿਨਰੀ ਟਰਮ। ਇੰਨਾ ਪਤਾ ਲੱਗ ਗਿਆ ਸੀਗਾ ਵੀ ਆਹ ਪੋਲਰ ਫਾਰਮ ਹੁੰਦੀ ਹੈਗੀ, ਤੇ ਆਹ ਪੋਲਰ ਫਾਰਮ ਹੁੰਦੀ ਹੈ ਬੱਚੇ, ਆਹ ਰੈਕਟੈਂਗੂਲਰ ਫਾਰਮ ਹੁੰਦੀ ਹੈ। ਇਹ ਗੱਲ ਪਤਾ ਲੱਗ ਗਈ ਸੀਗੀ? ਯੈਸ ਸਰ। ਤੇ ਜੇ ਸਾਨੂੰ ਬੱਚੇ ਆਪ ਨੂੰ ਪੋਲਰ ਫਾਰਮ ਦੇ ਵਿੱਚ ਕੁਝ ਦਿੱਤਾ ਹੋਇਆਗਾ, ਤੇ ਅਸੀਂ ਰੈਕਟੈਂਗੂਲਰ ਦੇ ਵਿੱਚ ਕੱਢਣਾਗਾ, ਤਾਂ ਮਤਲਬ ਕੀ ਆ? ਰੈਕਟੈਂਗੂਲਰ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ। ਕੀ ਹੁੰਦਾ ਹੈਗਾ? ਇੱਕ ਤਾਂ ਹੁੰਦਾ ਹੈਗਾ ਰੈਕਟੈਂਗੂਲਰ ਦੇ ਵਿੱਚ ਵੀ ਸਾਡੇ ਕੋਲੇ ਰੀਅਲ ਵੈਲਿਊ ਕਿੰਨੀ ਹੈਗੀ, ਕਿਉਂਕਿ ਅਸੀਂ ਲਿਖਦੇ ਹੁੰਦੇ ਹੈਗੇ ਜਦੋਂ ਆਪਾਂ Z ਦੀ ਵੈਲਿਊ ਲਿਖਦੇ ਸੀ, ਤੁਹਾਨੂੰ ਯਾਦ ਆ ਜਦੋਂ ਅਸੀਂ ਇੰਪੀਡੈਂਸ ਲਿਖਦੇ ਸੀ, ਕਹਿੰਦੇ ਸੀਗੇ ਰੈਜ਼ਿਸਟੈਂਸ ਪਲੱਸ JXL, ਹੈ ਨਾ। ਅਸੀਂ ਪਹਿਲਾਂ ਰੀਅਲ ਚੀਜ਼ ਕੱਢਦੇ ਸੀਗੇ, ਫਿਰ ਉਹ J ਨਾਲ ਅਸੀਂ ਇਮੈਜਿਨਰੀ ਲਿਖਦੇ ਸੀਗੇ। ਤੇ ਰੀਅਲ ਵੈਲਿਊ ਕਿਵੇਂ ਨਿਕਲਦੀ ਹੁੰਦੀ ਹੈਗੀ? C ਜਿਹੜੀ ਰੀਅਲ ਹੈਗੀ ਉਹ ਨਿਕਲਦੀ ਹੁੰਦੀ ਹੈ ਵੀ ਟੋਟਲ ਨੂੰ ਅਸੀਂ ਗੁਣਾ ਕਰਨਾ ਹੈਗਾ cos ਥੀਟੇ ਨਾਲ, ਜਿਹਨੂੰ ਅਸੀਂ ਕਹਿੰਦੇ ਹੁੰਦੇ ਐਕਟਿਵ ਵੈਲਿਊ। ਤੇ ਐਕਟਿਵ ਵੈਲਿਊ ਕਿਵੇਂ ਨਿਕਲਦੀ ਹੁੰਦੀ ਹੈ? A ਨੂੰ ਸਾਈਨ ਥੀਟੇ ਨਾਲ ਗੁਣਾ ਕਰਦੇ ਹੁੰਦੇ ਆ। ਤਾਂ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਵੀ ਆਪਾਂ ਇੱਕ ਕੁਐਸਚਨ ਬਣ ਕੇ ਦੇਖ ਲੈਂਦੇ ਆਂਗੇ, ਉਹਦੇ ਹਿਸਾਬ ਨਾਲ ਅਸੀਂ ਆਨਸਰ ਕੱਢ ਲਾਂਗੇ। ਸਾਡੇ ਕੋਲ ਇੱਕ ਕੁਐਸਚਨ ਹੈਗਾ ਜਿਹੜਾ ਕਹਿੰਦਾ ਵੀ 5 ਐਂਗਲ 53 ਡਿਗਰੀ ਆ। ਆਪਾਂ 53 ਨਹੀਂ ਲੈਂਦੇ ਯਾਰ, ਆਪਾਂ ਇੱਕ ਸੌਖੀ ਵੈਲਿਊ ਲੈਣੇ ਆਂਗੇ। ਅਸੀਂ ਇਹ ਲੈਣੇ 5 ਐਂਗਲ 60। 5 ਐਂਗਲ 60 ਡਿਗਰੀ ਦਾ ਇੱਕ ਐਂਗਲ ਹੈਗਾ, ਇਹ A ਦੀ ਵੈਲਿਊ ਹੈਗੀ। ਇਹ ਕਿਹੜੀ ਫਾਰਮ ਹੈ ਜੀ? ਇਹ ਪੋਲਰ ਫਾਰਮ ਹੈ। ਇਹਨੂੰ ਰੈਕਟੈਂਗੂਲਰ ਚ ਬਦਲਣਾ। ਰੈਕਟੈਂਗੂਲਰ ਦੇ ਵਿੱਚ ਅਸੀਂ ਬਦਲਾਂਗੇ ਵੀ ਇੱਕ ਤਾਂ A ਆਊਗੀ ਪਲੱਸ JB ਆਊਗਾ, ਹਨਾ। ਰੈਕਟੈਂਗੂਲਰ ਚ ਇਦਾਂ ਬਦਲਾਂਗੇ ਨਾ। ਤੇ ਇੱਕ ਰੀਅਲ ਪਾਰਟ ਕਿਵੇਂ ਕੱਢਾਂਗੇ? ਅਸੀਂ ਰੀਅਲ ਪਾਰਟ ਕੱਢਣ ਵਾਸਤੇ ਅਸੀਂ ਕਰਾਂਗੇ 5 ਨੂੰ ਮਲਟੀਪਲਾਈ ਕਰਾਂਗੇ cos 60 ਦੇ ਨਾਲ ਬੱਚੇ। ਤੇ ਇਮੈਜਿਨਰੀ ਕੱਢਣ ਵਾਸਤੇ 5 ਨੂੰ ਅਸੀਂ ਮਲਟੀਪਲਾਈ ਕਰਾਂਗੇ ਕਾਹਦੇ ਨਾਲ?
sin 60 ਦੇ ਨਾਲ। ਓਕੇ ਜੀ, ਜਾਂ ਫਿਰ ਆਹ ਫਾਰਮੂਲਾ ਦੇਖ ਲਓ, ਆਹ ਜਿਹੜਾ ਹੱਲ ਲਗਾਇਆ ਸੀਗਾ ਅਸੀਂ, ਆਹ ਲਿਖਿਆ ਸੀਗਾ ਨਾ ਅਸੀਂ, ਇਹ ਵੀ ਏਦਾਂ ਹੀ ਸੀਗਾ ਨਾ ਵੀ ਆਹ ਇਹਦੇ ਨਾਲ ਜੇ ਆਊਗਾ ਜਿਹਦੇ ਨਾਲ, ਤੇ ਉਸ ਤੋਂ ਬਾਅਦ ਪਹਿਲਾਂ a ਨੂੰ ਆਪਾਂ cos θ ਨਾਲ ਕਰਾਂਗੇ, ਆਹ ਦੇਖੋ, ਫਿਰ ਉਸ ਤੋਂ ਬਾਅਦ a ਨੂੰ ਆਪਾਂ sin θ ਨਾਲ ਕਰਾਂਗੇ। ਤਾਂ ਰੀਅਲ ਸਾਡਾ cos 60 ਦੀ ਵੈਲਿਊ ਕਿੰਨੀ ਹੁੰਦੀ ਹੈਗੀ ਦੱਸੋਗੇ ਜੀ? 0.5, ਤਾਂ 2.5 ਆ ਗਿਆ ਪਲੱਸ। ਹਾਂਜੀ, ਫਿਰ ਬਾਅਦ ਚੋਂ ਨਾ ਕਿਹਾ ਜੀ, ਹੁਣ ਦੱਸ ਦਿਓ ਇਹ ਕਿੰਨੀ ਹੁੰਦੀ ਹੈਗੀ? 0.5 ਹੁੰਦੀ ਹੈ ਨਾ, ਯੈਸ ਸਰ। ਸਾਈਨ 0.5 ਦੀ ਥਾਂ ਤੇ ਸਾਡੇ ਕੋਲ 5 ਦੀ ਥਾਂ ਤੇ 2.5 ਆ ਗਿਆ ਜੇ। ਹੁਣ ਸਾਡੇ ਜਦੋਂ ਇਹਨੂੰ ਅਸੀਂ ਮਲਟੀਪਲਾਈ ਕਰਾਂਗੇ sin 60 ਦੀ ਵੈਲਿਊ ਕਿੰਨੀ ਹੁੰਦੀ ਹੈ? 0.866 0.866 ਹੁੰਦੀ ਹੈਗੀ। ਜੇ 10 ਨਾਲ ਕਰਦੇ 8.6 ਆਉਣਾ ਸੀਗਾ, ਇਹਦੇ ਨਾਲ ਕਰਾਂਗੇ 4.3 ਆ ਜਾਊਗਾ, ਜੇ 4.3 ਆ ਗਿਆ। ਆਹ ਬਣ ਗਈ ਸਾਡੀ ਕਿਹੜੀ ਵੈਲਿਊ ਬਣੀ ਹੈ ਬੱਚੇ? ਇਹ ਰੈਕਟੈਂਗੂਲਰ ਬਣ ਗਈ। ਸਹਿਮਤ ਹੋ ਜੀ ਮੇਰੀ ਗੱਲ ਨਾਲ? ਸਰ ਰਿਪੀਟ ਕਰੋ ਇੱਕ ਵਾਰ ਦੁਬਾਰੇ ਜੀ, ਰੈਕਟੈਂਗੂਲਰ ਫਾਰਮ ਕਿਵੇਂ ਬਣਾਈਏ ਸਰ? ਰੈਕਟੈਂਗੂਲਰ ਫਾਰਮ ਰਾਜੇ ਕਿਵੇਂ ਬਣਾਉਣੀ ਹੁੰਦੀ ਹੈਗੀ? ਅਸੀਂ ਆਹ ਪਹਿਲਾਂ ਫਾਰਮੂਲਾ ਬਣਾਵਾਂਗੇ। ਲਓ ਮੈਂ ਦੁਬਾਰਾ ਲਿਖਣ ਲੱਗਿਆ ਬੱਚੇ। ਅਸੀਂ ਲਿਖਣਾ ਹੈਗਾ ਰੈਕਟੈਂਗੂਲਰ ਫਾਰਮ ਬਣਾਉਣ ਵਾਸਤੇ a cos θ ਪਲੱਸ j sin θ। ਅਸੀਂ ਇਹਦੇ ਵਿੱਚ ਵੈਲਿਊ ਪੁੱਟ ਕਰਨੀ ਹੈ ਬੱਚੇ। a ਦਾ ਮਤਲਬ ਕੀ ਹੈ? ਮੈਗਨੀਟਿਊਡ, ਜਿਹੜਾ ਤੁਹਾਨੂੰ ਆ 5 ਦਿੱਤਾ ਹੋਇਆ। 5 θ ਕਿੰਨਾ? 60 cos 60 ਪਲੱਸ j sin 60। ਹੁਣ ਅਸੀਂ ਜਦੋਂ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਾਂਗੇ ਰਾਜੇ, cos 60 ਦੀ ਵੈਲਿਊ ਸਾਡੀ ਕਿੰਨੀ ਹੁੰਦੀ ਹੈਗੀ? 0.5। 0.5 ਨੂੰ 0.5 ਨਾਲ ਗੁਣਾ ਕਰਾਂਗੇ, ਕਿੰਨਾ ਆਊਗਾ? ਇਹ 2.5 ਆ ਜਾਊਗਾ ਨਾ, ਪਲੱਸ ਇਹਨੂੰ ਇਹ ਨਾਲ ਮਲਟੀਪਲਾਈ ਕਰਾਂਗੇ। ਹੁਣ ਜੇ ਤਾਂ ਸਾਡਾ ਏਦਾਂ ਰਹਿ ਜਾਊਗਾ, ਪਲੱਸ ਜੇ ਤਾਂ ਏਦਾਂ ਰਹਿ ਗਿਆ। sin 60 ਦੀ ਵੈਲਿਊ ਕਿੰਨੀ ਹੁੰਦੀ ਹੈਗੀ? 0.866। ਤੁਹਾਡੇ ਕੋਲ ਇੱਥੇ 5 ਨਾਲ ਗੁਣਾ ਕਰਾਂਗੇ 4.3 ਆ ਜਾਊਗਾ। ਤੁਹਾਡੇ ਕੋਲੇ ਆਹ ਵੈਲਿਊ ਆ ਗਈ ਰਹੇ ਸਾਡੀ ਰੈਕਟੈਂਗੂਲਰ ਦੇ ਵਿੱਚ। ਓਕੇ ਸਰ। ਇਹਨੂੰ ਨਹੀਂ ਪਤਾ ਲੱਗਿਆ ਬੋਲੋ ਜੀ। ਓਕੇ ਸਰ ਓਕੇ। ਯੈਸ ਸਰ। ਲਓ ਰਾਜੀ, ਇਸ ਤੋਂ ਬਾਅਦ ਅਸੀਂ ਜਿਹੜੀ ਫਾਰਮ ਕਰਨੀ ਹੈਗੀ, ਹੁਣ ਅਸੀਂ ਕੀਤੀ ਸੀਗੀ ਕਿਹੜੀ ਫਾਰਮ ਬਦਲੀ ਸੀ? ਪੋਲਰ ਟੂ ਰੈਕਟੈਂਗੂਲਰ। ਹੁਣ ਅਸੀਂ ਕਰਨਾ ਬੱਚੇ ਰੈਕਟੈਂਗੂਲਰ ਟੂ ਪੋਲਰ ਕਰਨੀ ਹੈਗੀ। ਅਸੀਂ ਰੈਕਟੈਂਗੂਲਰ ਫਾਰਮ ਟੂ ਪੋਲਰ ਫਾਰਮ। ਰੈਕਟੈਂਗੂਲਰ ਦੇ ਵਿੱਚ ਸਾਡੇ ਕੋਲ ਇੱਕ ਆਨਸਰ ਆਇਆ ਹੈਗਾ, ਦੇਖੋ ਮੰਨ ਲਓ 3 ਪਲੱਸ j4j ਆ ਹੈਗਾ। ਇਹ ਮੰਨ ਲਓ ਕਿਸੇ ਨਾ ਕਿਸੇ a ਦੀ ਵੈਲਿਊ ਹੈਗੀ, ਟੋਟਲ a ਦੀ ਵੈਲਿਊ ਹੈਗੀ, ਆ ਦਿੱਤਾ ਹੋਇਆ ਹੈਗਾ ਤੁਹਾਨੂੰ। ਇਹਦਾ ਮਤਲਬ ਇਹ ਕੋਈ ਲਾਈਨ ਹੈਗੀ ਜਿਹੜੀ 1 2 3 ਰੀਅਲ ਐਕਸਿਸ ਦੇ ਉੱਪਰ ਕਿੱਥੇ ਕੱਟ ਕਰ ਰਹੀ ਹੈ ਰਾਜੇ? ਇੱਥੇ। ਜੇ ਆਪਾਂ ਇੱਥੋਂ ਇੱਕ ਲਾਈਨ ਖਿੱਚਦੇ ਹਾਂ ਨਾ 3 ਤੋਂ, ਤੇ y ਐਕਸਿਸ ਦੇ ਉੱਪਰ 1 2 3 4 ਇਧਰਲੇ ਪਾਸੇ ਉਹ ਇੱਥੋਂ ਕੱਟ ਕਰ ਰਹੀ ਹੈ। ਤਾਂ ਲਾਈਨ ਹੈਗੀ ਜਿਹਦਾ ਇੱਧਰ ਸਾਡੇ 4 ਹੈਗਾ y ਐਕਸਿਸ ਤੇ x ਐਕਸਿਸ ਤੇ 3 ਆ। ਜਿਹਦਾ ਜਿਹੜਾ ਮੂੰਹ ਹੈਗਾ ਇੱਧਰਲੇ ਪਾਸੇ ਛੋਟਾ ਖੁੱਲਾ, ਇੱਧਰਲੇ ਪਾਸੇ ਵੱਧ ਖੁੱਲਾ ਹੈਗਾ, ਕਿ ਜਿਹੜਾ ਇਹਦਾ ਝੁਕਾਵ ਆ ਉਹ ਕਿੱਧਰ ਨੂੰ ਆ? ਇੱਧਰ ਨੂੰ ਆ, ਕਿਉਂਕਿ ਆਹ ਵੱਡਾ ਹੈਗਾ ਨਾ, ਹਨਾ। ਚਿੱਤਾ ਐਂਗਲ ਆ ਲਗਭਗ 45 ਤੋਂ ਵੱਡਾ ਹੀ ਆਊਗਾ। ਤਾਂ ਆ ਜਦੋਂ ਕੱਢਾਂਗੇ ਨਾ ਵੀ ਇਹਦੇ ਰਿਜ਼ਲਟੈਂਟ ਕਿੰਨਾ ਗਾ ਤੇ ਐਂਗਲ ਕਿੰਨਾ ਗਾ, ਤਾਂ ਦੇਖਦੇ ਹਾਂ ਕਿੰਨਾ। ਸਭ ਤੋਂ ਪਹਿਲਾਂ ਜੇ ਪੋਲਰ ਦੇ ਵਿੱਚ ਜਾਣ ਵਾਸਤੇ ਸਾਨੂੰ ਇੱਕ ਤਾਂ ਅਸੀਂ ਕੱਢਣਾ ਪੈਂਦਾ, ਜਿਵੇਂ ਪੋਲਰ ਦੇ ਵਿੱਚ ਅਸੀਂ ਲਿਖਦੇ ਨੇ a ਐਂਗਲ b, ਹਨਾ। ਇਹ ਜਿਹੜਾ ਹੁੰਦਾ ਗਾ, ਇਹਨੂੰ ਅਸੀਂ ਕੀ ਮੰਨਦੇ ਹੁੰਦੇ ਵੀ ਇਹ ਕੀ ਹੈ ਸਾਡਾ? ਇਹ ਹੁੰਦਾ ਹੈਗਾ ਮੈਗਨੀਟਿਊਡ। ਤੇ ਜਿਹੜਾ b ਹੁੰਦਾ ਹੈਗਾ, b ਕੀ ਹੁੰਦਾ ਬੱਚੇ? ਸਾਡਾ ਐਂਗਲ ਹੁੰਦਾ ਹੈਗਾ। ਤੇ ਮੈਗਨੀਟਿਊਡ ਕਿੱਦਾਂ ਨਿਕਲਦਾ ਹੁੰਦਾ ਰਾਜੇ? ਮੈਗਨੀਟਿਊਡ ਕੱਢਣ ਦਾ ਫਾਰਮੂਲਾ ਹੁੰਦਾ ਹੈਗਾ, ਦੇਖੋ ਬੱਚੇ, ਜਦੋਂ j ਲੱਗਿਆ ਹੋਇਆ ਹੈਗਾ ਨਾ, ਇੱਕ ਚੀਜ਼ ਹੈਗੀ ਤੁਹਾਡੀ ਇੱਥੇ, ਇੱਕ ਹੈਗੀ ਤੁਹਾਡੀ j ਦੇ ਉੱਪਰ। ਤਾਂ ਦੋਨਾਂ ਦੇ ਵਿੱਚ ਜਿਹੜਾ ਟੋਟਲ ਐਂਗਲ ਹੋ ਗਿਆ, ਕਿੰਨੇ ਦਾ ਹੋ ਗਿਆ ਬੱਚੇ? 90 ਦਾ। ਤਾਂ ਜੇ ਕੋਈ ਵੀ ਦੋ ਫੇਜ਼ਰਾਂ 90 ਤੇ ਹੋਣ ਤਾਂ ਉਹਨੂੰ ਮੈਗਨੀਟਿਊਡ ਨੂੰ ਸੋਲਵ ਕਿਵੇਂ ਕਰਾਂਗੇ? 3 ਦਾ ਸਕੁਅਰ ਪਲੱਸ 4 ਦਾ ਸਕੁਅਰ। ਇਹ ਹਮੇਸ਼ਾ ਜਦੋਂ ਪਲੱਸ j ਲੱਗਿਆ ਹੋਊਗਾ ਅਸੀਂ ਏਦਾਂ ਹੀ ਸੋਲਵ ਕਰਾਂਗੇ। ਤੁਹਾਡੇ ਕੋਲ ਇੱਥੋਂ ਆ ਜਾਊਗਾ 5। ਤੁਹਾਡੇ ਕੋਲ a ਦੀ ਵੈਲਿਊ ਜਿਹੜੀ ਮੈਗਨੀਟਿਊਡ ਹੈ ਕਿੰਨਾ ਆ ਗਿਆ? ਸਾਡਾ 5 ਆ ਗਿਆ ਜੀ। ਇਸ ਤੱਕ ਪਤਾ ਲੱਗ ਗਿਆ ਜੀ ਵੀ ਜਦੋਂ ਸਾਨੂੰ ਰੈਕਟੈਂਗੂਲਰ ਫਾਰਮ ਦੇ ਵਿੱਚ 2x a ਪਲੱਸ b ਦਿੱਤੀਆਂ ਹੋਣਗੀਆਂ, ਅਸੀਂ ਇਹਨਾਂ ਦੋਨਾਂ ਦਾ ਸਕੁਅਰ ਕਰਕੇ ਉਹਨਾਂ ਦੇ ਉੱਪਰ ਰੂਟ ਪਾ ਕੇ ਸਾਡਾ ਆਨਸਰ ਕੱਢ ਲਾਂਗੇ ਅਸੀਂ।
ਓਕੇ ਜੀ, ਇਹ ਸਾਡਾ ਕੀ ਆ ਜਾਊਗਾ, ਇਹ ਸਾਡਾ ਆਹ ਆ ਜਾਊਗਾ, ਮੈਗਨੀਟਿਊਡ ਆ ਜਾਊਗਾ। ਹੁਣ ਅਸੀਂ ਕੱਢਣਾ ਬੱਚੇ ਇਹਦਾ ਐਂਗਲ B, ਇਸ ਤੋਂ ਬਾਅਦ ਕੱਢਣਾ ਸੀ ਥੀਟਾ। ਥੀਟਾ ਜਿਹੜਾ ਹੁੰਦਾ ਟੈਨ ਇਨਵਰਸ B ਅਪੋਨ A, ਟੈਨ ਇਨਵਰਸ B ਅਪੋਨ A। B ਕੀ ਹੋਏਗਾ ਜਿਹੜਾ ਸਾਡਾ ਇਮੈਜਿਨਰੀ ਦੂਜੇ ਨੰਬਰ ਤੇ ਲਿਖਿਆ ਹੋਊਗਾ 4/3, ਤੇ ਜਿਹਨੂੰ 4/3 ਕਰ ਰਹੇ ਹਾਂਗੇ ਤੇ ਇਹਦੇ ਬਾਅਦ ਅਗਰ ਟੈਨ ਇਨਵਰਸ 53, ਇਹ ਆ ਗਿਆ ਸਾਡਾ 53 ਡਿਗਰੀ ਦਾ ਐਂਗਲ ਆ ਜਾਊਗਾ। 53 ਡਿਗਰੀ ਇਹ ਸਾਡਾ ਐਂਗਲ ਆ ਜਾਊਗਾ ਸਾਡਾ 53 ਡਿਗਰੀ ਦਾ ਆ ਜਾਊਗਾ ਜੀ। ਠੀਕ ਹੈ ਜੀ, 53 ਡਿਗਰੀ ਆ ਗਿਆ। ਤੇਰਾ ਮਤਲਬ ਕੀ ਆ, ਸਾਡੇ ਕੋਲ ਜਿਹੜਾ ਆਨਸਰ ਆਇਆ ਉਹ ਆਇਆ ਕਰੇ 5 ਐਂਗਲ 53 ਡਿਗਰੀ। ਇਹ ਆਨਸਰ ਹੈ ਜੀ। ਇਹ ਪੋਲਰ ਦੇ ਵਿੱਚ ਆ ਸਾਡੀ ਵੈਲਿਊ ਸੀਗੀ ਰੈਕਟੈਂਗੂਲਰ ਦਾ, ਜਿਹੜੀ ਵੈਲਿਊ ਹੈ ਕਾਹਦੇ ਵਿੱਚ ਆ ਗਈ ਬੱਚੇ, ਪੋਲਰ ਦੇ ਵਿੱਚ ਆ ਗਈ। ਸਾਡੇ ਕੋਲੇ ਜਿਹੜਾ ਇਹ ਪਲੇਨ ਹੁੰਦਾ ਹੈਗਾ ਆਹ ਜਿਹੜਾ ਅਸੀਂ ਰੀਅਲ ਐਕਸਿਸ ਤੇ ਇਮੈਜਿਨਰੀ ਐਕਸਿਸ ਵਾਲਾ ਕਹਿੰਦੇ ਆ, ਆਹ ਇੱਥੇ ਸਾਡੇ ਕੋਲੇ ਕਿੰਨਾ ਹੁੰਦਾ ਬੱਚੇ, 0 ਡਿਗਰੀ ਹੁੰਦਾ ਨਾ। ਇੱਥੇ ਸਾਡੇ ਕੋਲੇ 90 ਡਿਗਰੀ ਹੁੰਦਾ, ਇੱਥੇ ਹੁੰਦਾ 180 ਡਿਗਰੀ, ਇੱਥੇ 270 ਹੁੰਦਾ, ਇੱਥੇ 360 ਵੀ ਹੁੰਦਾ ਹਨਾ। ਸਪੋਜ਼ ਕਰੋ ਜਿਹੜਾ ਸਾਡਾ, ਇੱਕ ਗੱਲ ਅਸੀਂ ਸਿਰਫ ਇੱਕੋ ਗੱਲ ਯਾਦ ਰੱਖਣੀ ਹੈਗੀ ਕਿ ਸਾਡੀ ਜਿਹੜੀ J ਦੀ ਵੈਲਿਊ ਹੁੰਦੀ ਹੈ, ਜੇ ਅਸੀਂ ਐਂਗਲ ਦੇ ਵਿੱਚ J ਦੀ ਵੈਲਿਊ ਦੀ ਗੱਲ ਕਰੀਏ ਤਾਂ ਕਿੰਨੀ ਵੈਲਿਊ ਹੁੰਦੀ ਹੈ, 90 ਡਿਗਰੀ ਹੁੰਦਾ। ਇੰਨੀ ਗੱਲ ਯਾਦ ਕਰਨੀ ਹੈ ਅਸੀਂ, ਕਿਉਂਕਿ ਇਹ ਸਾਨੂੰ ਪਤਾ ਹੀ ਹੈ ਵੀ ਜਿਹੜਾ X ਐਕਸਿਸ ਹੈਗਾ ਤੇ ਜਿਹੜਾ Y ਐਕਸਿਸ ਆ, ਇਹਨਾਂ ਦੋਨਾਂ ਦੇ ਵਿੱਚ ਮੰਨ ਲਓ ਹੁਣ ਲਿਖਿਆ ਹੋਇਆ 3+4 ਲਿਖਿਆ ਹੋਇਆ, ਇਹਦੇ ਵਿੱਚੋਂ ਕਿਹੜਾ ਰੀਅਲ ਹੈ ਰਾਜੇ, ਕਿਹੜਾ ਇਮੈਜਿਨਰੀ ਹੈ, ਕਿਵੇਂ ਪਤਾ ਲੱਗੂ, ਦੱਸ ਸਕਦੇ ਹੋਗੇ? ਕਿਹੜਾ ਰੀਅਲ ਹੈ ਰਾਜੇ, ਕਿਹੜਾ ਇਮੈਜਿਨਰੀ ਆ? ਜੇ ਤੋਂ ਬਿਨਾਂ ਦੱਸ ਨਹੀਂ ਸਕਦੇ ਜੀ। ਵੈਰੀ ਗੁੱਡ, ਵੈਰੀ ਗੁੱਡ ਜੀ। ਜਦੋਂ ਤੱਕ J ਨਹੀਂ ਲੱਗਿਆ, ਜੇ ਤਾਂ ਇੱਥੇ J ਲੱਗ ਗਈ ਫਿਰ ਤਾਂ ਇਮੈਜਿਨਰੀ ਬਣ ਜੂ, ਜੇ ਇੱਥੇ J ਲੱਗੀ ਹੁੰਦੀ ਫਿਰ ਇਹ ਬਣ ਜੂ। ਤਾਂ J ਤੋਂ ਬਿਨਾਂ ਤਾਂ ਸਾਡੇ ਕੋਲੇ 3+4 ਇਹ ਦੋਨੇ ਹੀ ਰੀਅਲ ਨੇਗੇ, ਸਾਡੇ ਕੋਲੇ 7 ਹੈਗਾ। ਤਾਂ ਜੇ ਦੋਨੇ ਇਹ ਸਾਡੇ ਕੋਲੇ, ਜੇ ਇਮੈਜਿਨਰੀ ਕਦੋਂ ਪਤਾ ਲੱਗੂ, ਜਦੋਂ ਕਿਸੇ ਨਾਲ J ਲੱਗਿਆ ਹੋਵੇ। ਇਮੈਜਿਨਰੀ ਦਾ ਮਤਲਬ ਕੀ ਆ, Y ਐਕਸਿਸ ਦੇ ਉੱਪਰ। ਤਾਂ ਇੱਥੇ ਜਿਹਨੂੰ ਅਸੀਂ ਕਹਿੰਦੇ ਆ ਕਿ J ਕਹਿੰਦੇ ਆ, ਜਿਹੜੀ ਆ ਹੁੰਦੀ ਆ ਨਾ, ਇਹ J ਦੇ ਉੱਪਰ ਹੁੰਦੀ ਆ। ਵੀ J ਕਿਤੇ ਲਿਖਿਆ ਨਾ 4J, ਇਹਦਾ ਮਤਲਬ ਵੀ ਆ J ਵਾਲੀ ਐਕਸਿਸ ਲਾਈਨ ਦੇ ਉੱਪਰ ਆ, J ਵਾਲੀ ਜਿਹੜੀ ਲਾਈਨ ਆ ਇਹਦੇ ਉੱਪਰ ਕਿੰਨੇ ਉੱਪਰ 1 2 3 4 5 ਕਿੱਥੇ ਸਾਡੀ ਵੈਲਿਊ ਜਿਹੜੀ ਉਹ ਕਿੱਥੇ ਕੱਟ ਕਰ ਰਹੀ ਆ। ਉਹ ਸਾਡੀ ਵੈਲਿਊ ਆਹ ਜਿਹੜੀ ਲਾਈਨ ਹੈਗੀ ਇੱਥੋਂ ਜਿਹੜੀ ਸ਼ੁਰੂ ਹੋਈ ਆ, ਉਹ ਇੱਥੇ ਕੱਟ ਕਰੀ ਹੈ ਕਿ ਇੱਥੇ ਕੱਟ ਕਰੀ ਹੈ ਕਿ ਇੱਥੇ ਕੱਟ ਕਰੀ ਹੈ। ਕਲੀਅਰ ਹੋਈ ਵਿੱਚ ਗੱਲ ਇਹ? ਤਾਂ J ਦਾ ਮਤਲਬ ਕੀ ਹੈਗਾ, J ਦਾ ਮਤਲਬ ਹੈਗਾ ਜੀ 90 ਡਿਗਰੀ। ਓਕੇ ਜੀ, ਤੇ ਜੇ ਇੱਥੇ J ਆ ਜਿਹੜੀ, ਇਹ J ਇੱਥੇ ਰਾਜੇ ਪਲੱਸ ਆ ਗਈ। ਅੱਛਾ ਯਾਦ ਰੱਖਿਓ, J ਦਾ ਐਂਗਲ ਹੈਗਾ 90 ਡਿਗਰੀ ਨਾ, ਤੇ ਇੱਕ ਇੱਥੇ ਹੈਗੀ ਇੱਕ J ਵਿੱਚ। ਜੇ ਇਹ J ਦੇ ਵਿੱਚ ਪਲੱਸ 90 ਡਿਗਰੀ ਹੋਰ ਜੋੜ ਦਈਏ ਤਾਂ ਇਹ ਕਿੱਥੇ ਘੁੰਮ ਜੂਗੀ, ਕਲੌਕ ਵਾਈਜ਼। ਆਪਾਂ ਐਂਟੀ ਕਲੌਕ ਵਾਈਜ਼ ਘੁੰਮ ਰਹੇ ਹਾਂ, ਪਹਿਲਾਂ ਆਪਾਂ 90 ਡਿਗਰੀ ਘੁੰਮੇ, ਕਿੱਥੇ ਪਹੁੰਚ ਗਏ ਅਸੀਂ, J ਤੇ। ਜੇ ਆਪਾਂ ਹੋਰ ਘੁੰਮ ਜੀਏ 90 ਡਿਗਰੀ ਤਾਂ ਫਿਰ ਇਹ J 2 ਵਾਰੀ ਆ ਗਿਆ ਨਾ ਸਾਡਾ, ਤਾਂ ਜਿਹੜਾ ਇੱਥੇ ਹੋਊਗਾ ਰਾਜੇ ਇਹ J ਸਕੁਅਰ ਹੋਊਗਾ। ਹਾਂਜੀ, ਇੱਥੇ J ਸਕੁਅਰ ਹੋਊਗਾ ਰਾਜੇ। ਤਾਂ J ਸਕੁਅਰ ਦੀ ਜਿਹੜੀ ਸਾਡੀ ਵੈਲਿਊ ਹੁੰਦੀ ਹੈਗੀ, J ਸਕੁਅਰ ਦੀ ਵੈਲਿਊ ਸਾਡੀ ਇੱਥੋਂ ਕਿੰਨਾ ਪਤਾ ਲੱਗ ਗਿਆ ਸਾਨੂੰ, ਕਿੰਨਾ ਐਂਗਲ ਆ ਰਾਜੇ, J ਦਾ ਐਂਗਲ ਕਿੰਨਾ ਸੀਗਾ 90, ਤੇ J ਸਕੁਅਰ ਦਾ ਐਂਗਲ ਕਿੰਨਾ ਹੋ ਗਿਆ ਜੀ 180 ਡਿਗਰੀ। ਜੇ 180 ਆ ਗਿਆ, ਜੇ ਆਪਾਂ ਇਹਦੇ ਵਿੱਚ ਹੋਰ ਜੋੜ ਦਈਏ ਫਿਰ ਕਿੰਨਾ ਬਣੂਗਾ 270। ਤਾਂ ਜੇ ਇੱਕ ਹੋਰ ਜੋੜਿਆ ਆਪਣੇ ਕੋਲੇ ਕਿੰਨਾ ਘੁੰਮਿਆ J ਕਿਊਬ, ਤੇ ਇਹ ਬਣੂਗਾ ਬੱਚੇ 270, ਤੇ J4 360 ਬਣੂਗਾ। ਲਓ ਜੀ, ਇਹ ਤੋਂ ਬਾਅਦ ਦੇਖੋ ਫਿਰ ਸਾਡੇ ਕੋਲੇ ਇੱਕ, ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂਗਾ, ਦੇਖੋ ਧਿਆਨ ਨਾਲ ਸੁਣਿਓ। ਕੋਈ ਵੈਲਿਊ ਆ ਗਈ X ਐਕਸਿਸ ਦੇ ਉੱਪਰ 1 2 ਤੇ 3 ਵੈਲਿਊ ਆ, ਤੇ ਜੇ ਬੱਚੇ ਉਹ ਇਧਰਲੇ ਪਾਸੇ ਹੋਵੇ 1 2 ਤੇ 3, ਇਧਰਲੇ ਪਾਸੇ ਆ ਜਿਹੜਾ 0 ਹੁੰਦਾ ਨਾ ਸੈਂਟਰ ਹੁੰਦਾ, ਜੇ ਆਪਾਂ ਉੱਥੋਂ ਦੇਖੀਏ 1 2 3, ਇੱਥੇ ਵੈਲਿਊ ਇੱਥੇ ਨੂੰ ਕੀ ਲਿਖਾਂਗੇ, 3 ਲਿਖ ਸਕਦੇ ਆਂਗੇ, -3
-3 ਬਿਲਕੁਲ ਠੀਕ ਆ। ਤਾਂ ਮੈਨੂੰ ਦੱਸ ਸਕਦੇ ਹੋ ਆ 3 ਦੇ ਵਿੱਚ ਤੇ ਆ -3 ਦੇ ਵਿੱਚ ਕੀ ਡਿਫਰੈਂਸ ਕੀ ਹੈ ਦੋਨਾਂ ਦੇ ਵਿੱਚ? ਇੱਕ ਪਲੱਸ ਦਾ ਆ ਗਿਆ, ਇੱਕ ਮਾਈਨਸ ਦਾ ਆ ਗਿਆ। ਕਿੰਨੇ ਐਂਗਲ ਦਾ ਫਰਕ ਆ ਜੀ ਦੋਨਾਂ ਦੇ ਵਿੱਚ? 180 ਦੇ 180 ਦਾ। ਇਹਨਾਂ ਦੋਨਾਂ ਦੇ ਵਿੱਚ 180 ਡਿਗਰੀ ਦਾ ਫਰਕ ਆ ਨਾ। ਤਾਂ 180 ਡਿਗਰੀ ਦਾ ਜਿਹੜਾ ਫਰਕ ਹੁੰਦਾਗਾ ਉਹ -1 ਹੁੰਦਾਗਾ। ਮਤਲਬ ਜੇ ਆਪਾਂ 3 ਨੂੰ 180 ਡਿਗਰੀ ਘੁਮਾ ਦਈਏ ਤਾਂ ਜਿਹੜੀ ਵੈਲਿਊ ਆਊਗੀ ਉਹ ਕਿਵੇਂ ਬਣੂਗੀ? ਵੀ 3 ਨੂੰ ਗੁਣਾ ਕਰਨਾ ਪਊਗਾ -1 ਦੇ ਨਾਲ। ਇਹ ਗੱਲ ਸਹੀ ਹੈਗੀ? ਯੈਸ ਸਰ। ਇਹਦਾ ਮਤਲਬ ਕੀ ਹੈਗਾ ਬੱਚੇ? 180 ਘੁੰਮਣਾ ਮਤਲਬ ਕਿੰਨਾ ਹੁੰਦਾਗਾ? ਜੇ ਤੇ ਜੇ ਕਿੰਨਾ? ਜੇ ਸਕੁਅਰ 180 ਹੁੰਦਾ ਆ। ਤਾਂ ਇਹਦੀ ਵੈਲਿਊ ਇੱਕ ਹੋਰ ਨਹੀਂ ਆ ਗਈ, ਇਹਦੀ ਵੈਲਿਊ ਆ ਵੀ ਲਿਖ ਸਕਦੇ ਆਪਾਂ -1। ਤਾਂ ਸਾਡੇ ਕੋਲੇ ਕੀ ਆ ਗਿਆ ਬੱਚੇ? ਜੇ ਸਕੁਅਰ ਦੀ ਜਿਹੜੀ ਵੈਲਿਊ ਆ ਗਈ ਉਹ ਸਾਡੇ ਕੋਲੇ ਕਿੰਨੀ ਆ ਗਈ? -1 ਆ ਗਈ ਬੱਚੇ। ਤਾਂ ਜੇ ਅਸੀਂ ਜੇ ਇੱਥੇ ਇਕੱਲਾ ਰੱਖ ਲਈਏ ਤੇ ਰੂਟ ਨੂੰ ਅਸੀਂ ਉੱਧਰ ਲੈ ਜਾਈਏ, ਕਿੰਨਾ ਆ ਜਾਊਗਾ? -1। ਆਹ ਤਾਂ ਜੇ ਦੀ ਵੈਲਿਊ ਕਿੰਨੀ ਆ? ਸਕੁਅਰ ਉੱਧਰ ਚਲਾ ਗਿਆ ਨਾ, ਇੱਧਰ ਰੂਟ ਹੋ ਗਿਆ, ਤਾਂ ਇਹ ਬਣ ਜਾਂਦੀ ਹੁੰਦੀ ਹੈ। ਇਹ ਜਿਹੜਾ ਸਾਡਾ ਆਹ ਆ ਗਿਆ ਇਹ ਰੀਅਲ ਨੰਬਰ ਨਹੀਂ ਹੈਗਾ ਰਾਜੇ। ਰੂਟ ਦੇ ਵਿੱਚ 1 ਤਾਂ ਹੋ ਸਕਦਾ, ਰੂਟ ਦੇ ਵਿੱਚ -1 ਨਹੀਂ ਹੋ ਸਕਦਾ। ਇਹ ਰੀਅਲ ਨਹੀਂ ਹੈਗਾ ਬੱਚੇ ਸਾਡਾ, ਇਮੈਜਿਨਰੀ ਆ। ਇਹਦੀ ਵੈਲਿਊ ਹੈਗੀ ਜਿਹੜੀ ਉਹ ਡਿਟਰਮਿਨ ਨਹੀਂ ਕੀਤੀ ਜਾ ਸਕਦੀ ਹੈਗੀ। ਇਹਦੀ ਵੈਲਿਊ ਕੋਈ ਵੀ ਡਿਟਰਮਿਨ ਨਹੀਂ ਕੀਤੀ ਜਾ ਸਕਦੀ ਹੈਗੀ, ਇਮੈਜਿਨਰੀ ਹੈਗਾ। ਸਰ -1 ਦਾ ਦੁਬਾਰਾ ਹੈ ਜੀ? -1 ਵਾਲਾ ਦੁਬਾਰਾ ਦੱਸੋ। ਆਪ ਪਤਾ ਲੱਗਿਆ 3 ਵਾਲਾ ਤੇ -3 ਵਾਲੇ ਦਾ ਕੀ ਫਰਕ ਹੈਗਾ? ਹਾਂਜੀ ਵੀ ਇਹ 180 ਡਿਗਰੀ। ਜੇ ਕਿਸੇ 3 ਨੂੰ ਜਾਂ 2 ਨੂੰ ਜਾਂ 5 ਨੂੰ ਅਸੀਂ +5 ਨੂੰ +6 ਨੂੰ ਅਸੀਂ -6 ਬਣਾਉਣਾ ਹੋਵੇ ਤਾਂ ਅਸੀਂ ਆਹ ਪਲੇਨ ਦੇ ਵਿੱਚ ਗ੍ਰਾਫ ਦੇ ਵਿੱਚ ਕਿੰਨੇ ਐਂਗਲ ਦੇ ਨਾਲ ਘੁਮਾਵਾਂਗੇ? 180 ਨਾਲ। ਤਾਂ ਮਤਲਬ ਕੀ ਹੈ 180 ਨਾਲ ਘੁਮਾਉਣ ਦਾ? ਕੀ ਮਤਲਬ? ਅਸੀਂ ਉਹਨੂੰ ਕਾਹਦੇ ਨਾਲ ਗੁਣਾ ਕਰਾਂਗੇ? ਜੇ ਸਕੁਅਰ ਨਾਲ। ਤਾਂ ਜਦੋਂ ਅਸੀਂ 180 ਘੁਮਾਇਆ ਸਾਡੇ ਕੋਲੇ ਜਿਹੜੀ ਵੈਲਿਊ +3 ਸੀਗੀ ਉਹ ਕਿੰਨੀ ਬਣ ਗਈ? -3। ਤਾਂ -3 ਕਦੋਂ ਬਣਦੀ ਹੁੰਦੀ ਹੈ? ਜਦੋਂ ਅਸੀਂ ਕਿਸੇ ਚੀਜ਼ ਨੂੰ 180 ਘੁਮਾਉਣੇ ਆਗੇ। 180 ਦਾ ਮਤਲਬ ਕੀ ਸੀਗਾ? ਵੀ ਅਸੀਂ ਕਿਸੇ ਚੀਜ਼ ਨੂੰ ਕਿੰਨਾ ਘੁਮਾਉਣੇ ਆਗੇ? ਜਦੋਂ ਸਕੁਅਰ ਜੇ ਸਕੁਅਰ ਟਾਈਮਸ ਘੁਮਾਉਣੇ ਆਗੇ। ਤਾਂ ਇਟ ਮੀਨ ਜੇ ਸਕੁਅਰ ਦੀ ਵੈਲਿਊ ਜਿਹੜੀ ਹੋਊਗੀ ਉਹ -1 ਹੋਊਗੀ, ਕਿਉਂਕਿ ਜੇ ਸਕੁਅਰ ਦਾ ਮਤਲਬ ਇਹੀ ਆ। ਇੱਥੇ ਜੇ ਸਕੁਅਰ ਕਿਉਂ ਲਿਖਿਆ ਸੀਗਾ? ਆਹ ਜੇ ਸਕੁਅਰ ਤਾਂ ਹੀ ਲਿਖਿਆ ਨਾ ਵੀ ਇੱਧਰ ਜਿਹੜੀਆਂ ਸਾਰੀਆਂ ਜੇ ਜਿਹੜੀ ਵੈਲਿਊ ਨੇ ਉਹ ਕੀ ਨੇਗੀਆਂ? -ਨੇ ਦੇ ਵਿੱਚ ਨੇਗੀਆਂ। ਕਲੀਅਰ ਹੋ ਗਈ ਰਾਜੀ ਗੱਲ ਇਹ? ਠੀਕ ਹੈ ਜੀ। ਤਾਂ ਜੇ ਸਕੁਅਰ ਦੀ ਵੈਲਿਊ ਜਿਹੜੀ ਉਹ -1 ਹੁੰਦੀ ਹੈ, ਕਿਉਂਕਿ ਜੇ ਸਕੁਅਰ ਜਿਹੜਾ ਹੁੰਦਾ ਉਹ 180 ਹੁੰਦਾ। ਕਿਉਂਕਿ ਜਦੋਂ ਕੋਈ ਕਿਸੇ ਚੀਜ਼ ਨੂੰ, ਅੱਛਾ ਇੱਧਰ ਦੇਖੋ 1 ਮਿੰਟ, ਆ ਮੰਨ ਲਓ ਤੁਹਾਡੇ ਕੋਲ ਜੀ ਕੋਈ ਵੈਲਿਊ ਆ ਗਈ, ਆਹ 1 2 3, ਇੱਥੇ 3 ਹੈਗਾ। ਜੇ ਇਹ y ਐਕਸਿਸ ਦੇ ਉੱਪਰ 3 ਆ, ਜੇ y ਐਕਸਿਸ ਦੇ ਨੈਗੇਟਿਵ ਦੇ ਉੱਪਰ -3 ਲੈ ਕੇ ਆਉਣਾ, ਫਿਰ ਕਿੰਨੇ ਨਾਲ ਮਲਟੀਪਲਾਈ ਕਰਨਾ ਪਊਗਾ? ਇਹ -3 ਲੈ ਕੇ ਆਉਣਾ ਸੀ। ਕਿੰਨੇ ਐਂਗਲ ਨਾਲ ਮਲਟੀਪਲਾਈ ਕਰਾਂਗੇ ਰਾਜੇ? 180 ਨਾਲ। ਮਤਲਬ 180 ਕਿਹਦੇ ਬਰਾਬਰ ਹੁੰਦਾ ਹੈਗਾ? ਜੇ ਸਕੁਅਰ ਦੇ ਬਰਾਬਰ ਹੀ ਹੁੰਦਾ ਨਾ 180। ਇੱਥੇ ਲਿਖਿਆ ਤਾਂ ਹੋਇਆ ਸੀ ਜੇ 180 ਆਪਣਾ ਜੇ ਦੇ ਬਰਾਬਰ, ਜੇ ਸਕੁਅਰ ਦੇ ਬਰਾਬਰ ਹੁੰਦਾ ਤਾਂ ਇਹ ਤਾਂ ਬਰਾਬਰ ਕਾਹਦੇ ਵੀ ਹੁੰਦਾ ਹੈਗਾ? ਇਹ -1 ਨਾਲ, ਕਿਉਂਕਿ ਇਹ ਪਲੱਸ ਤੋਂ -3 ਬਣਾ ਰਿਹਾ ਹੈਗਾ। ਤਾਂ ਜੇ ਕਿਸੇ ਚੀਜ਼ ਨੂੰ ਆਪਾਂ ਜੇ ਸਕੁਅਰ ਟਾਈਮਸ ਘੁਮਾਵਾਂਗੇ ਤਾਂ ਇਹਦਾ ਮਤਲਬ ਕਿੰਨੇ ਟਾਈਮਸ ਘੁੰਮ ਗਈ? ਜਾਂ ਤਾਂ ਲਿਖ ਦਿਓ ਵੀ ਉਹ 180 ਟਾਈਮ, ਵੀ 180 ਐਂਗਲ ਵਧਾ ਦਿਓ ਉਹਦੇ ਵਿੱਚ, ਚਾਹੇ ਉਹਨੂੰ ਲਿਖ ਦਿਓ ਮਾਈਨਸ ਦੇ ਵਿੱਚ। ਚਲੋ ਜੇ ਇਹ ਵੀ ਨਹੀਂ ਸਮਝ ਆਇਆ, ਮੈਂ ਥੋੜਾ ਜਿਹਾ ਹੋਰ ਅੱਗੇ ਵੱਧ ਜਾਣਾਗਾ। ਮੈਂ ਥੋੜਾ ਕੋਸ਼ਿਸ਼ ਕਰਦਾ ਵੀ ਤੁਹਾਨੂੰ ਮੈਂ ਸਮਝਾ ਸਕਾਂ ਕਿਸੇ ਇੱਕ ਹੋਰ ਤਰੀਕੇ ਨਾਲ। ਲਓ, ਜਦੋਂ ਤੱਕ ਦਿਮਾਗ ਦੇ ਖੂੰਜੇ 'ਚ ਨਹੀਂ ਵੜਦੀ ਅਸੀਂ ਹਟਣਾ ਨਹੀਂ ਹੈਗਾ। ਆਹ ਸਾਡੇ ਕੋਲੇ ਉਹ ਆ, ਆਹ ਦੇਖਿਓ x ਤੇ y ਹੈਗਾ ਸਾਡੇ ਕੋਲੇ 1 2 ਤੇ 3। ਇੱਥੇ ਸਾਡੇ ਕੋਲ ਇੱਕ ਵੈਲਿਊ ਆ ਗਈ 3। ਇੱਕ ਸਾਡੇ ਕੋਲ ਵੈਲਿਊ 1 2 ਤੇ 3 ਹੈਗਾ, -1 -2 ਤੇ -3। ਅਸੀਂ ਇਹਨੂੰ ਕੀ ਲਿਖ ਸਕਦੇ ਹਾਂ? ਜੇ ਅਸੀਂ ਲਿਖਿਆ ਹੋਵੇ 3 ਨੂੰ, ਜੇ ਅਸੀਂ ਇਹ 3 ਨੂੰ ਅਸੀਂ ਜੇ 180 ਨਾਲ ਆਪਾਂ ਮਲਟੀਪਲਾਈ ਕਰ ਦਈਏ, ਕੀ ਅਸੀਂ ਇਹਨੂੰ ਇਹ ਲਿਖ ਸਕਦੇ ਰਾਜੇ? 3 ਜੇ ਸਕੁਅਰ ਜੇ ਲਿਖਿਆ ਹੁੰਦਾ ਸਾਡਾ, ਇਹਦਾ ਕੀ ਮਤਲਬ ਸੀਗਾ ਇਹਦਾ? ਹਾਂਜੀ ਸਰ, ਇਹਦਾ ਮਤਲਬ ਸੀਗਾ 3 ਜਿਹੜੀ ਵੈਲਿਊ ਸਾਡੀ ਉਹ ਕਿੱਥੇ ਹੈਗੀ? ਜੇ ਦੇ ਉੱਪਰ ਨਹੀਂ ਹੈਗੀ, ਉੱਪਰ ਨਹੀਂ ਹੈਗੀ। 1 2 3 ਇੱਥੇ ਨਹੀਂ ਹੈਗੀ, ਜੇ ਦੇ ਉੱਪਰ ਨਹੀਂ ਹੈਗੀ। ਇਹ ਜੇ ਸਕੁਅਰ ਦੇ ਉੱਪਰ 3 ਵੈਲਿਊ, ਮਤਲਬ 1 2 3।
ਜੇ ਸਕੁਅਰ ਦੇ ਉੱਪਰ ਵੈਲਿਊ ਦਾ ਮਤਲਬ ਕੀ ਉਹ ਐਕਸ ਐਕਸਿਸ ਦੇ ਨੈਗੇਟਿਵ ਪਾਰਟ ਦੇ ਉੱਪਰ, ਇਹਦਾ ਮਤਲਬ ਕੀ ਹੈਗਾ, ਉਹਨੂੰ ਅਸੀਂ -3 ਲਿਖ ਸਕਦੇ ਹਾਂਗੇ। ਇਹਦਾ ਮਤਲਬ ਕੀ ਹੈਗਾ, ਜਿਹੜਾ ਲੁਕਮਾ ਜਿਹਾ ਪਿਆ ਹੈਗਾ, ਜਿਹੜਾ ਇਹ ਗੁਣਾ ਹੋ ਰਿਹਾ ਹੈਗਾ 3 ਦੇ ਨਾਲ, ਜਿਹੜਾ ਇਹ ਗੁਣਾ ਹੋ ਰਿਹਾ, ਇਹ ਕੀ ਗੁਣਾ ਹੋ ਰਿਹਾ ਹੈਗਾ, -1 ਗੁਣਾ ਹੋ ਰਿਹਾ। ਇੱਥੋਂ ਕੁਝ ਕੁਐਸਚਨ ਦੇਖ ਰਹੇ ਤੁਹਾਡੀ ਮੈਂ ਬੀਕੇ ਮੈਥਡ ਹੁਣ ਮੈਂ ਬੁੱਕ ਖੋਲੀ ਹੈਗੀ ਜੀ, ਬੀਕੇ ਮੈਥਡ ਦੇ ਮੈਂ ਕੁਛ ਨਾ ਕੁਛ ਐਗਜ਼ੈਕਟਿਵ ਟਾਈਪ ਤੁਹਾਨੂੰ ਪੁੱਛਣ ਲੱਗਿਆ ਇੰਨੇ ਕੇ ਨਾਲ, ਜਿੰਨਾ ਕੁ ਆਪਾਂ ਕਰ ਚੁੱਕੇ ਹੈਗੇ। ਆਹ ਦੇਖੋ ਜੀ, ਉਹਨੇ ਕਿਹਾ ਹੈਗਾ, ਪਹਿਲੇ ਹੀ ਕੁਐਸਚਨ ਸੁਣੋ ਰਾਜੇ ਉਹਦਾ, ਇੱਕ J5 ਹੁੰਦਾ, ਕਹਿੰਦਾ J5 ਦੀ ਵੈਲਿਊ ਕਿੰਨੀ ਹੁੰਦੀ ਹੈਗੀ, J5 ਦੀ ਵੈਲਿਊ ਕਿੰਨੀ ਹੁੰਦੀ ਹੈ, ਲਿਖਿਆ ਹੋਏਗਾ 1 -1 ਰੂਟ -1 ਜਾਂ ਮਾਈਨਸ ਦਾ -1 ਰੂਟ। ਆ ਦੱਸੋ ਰਾਜੇ J5 ਦੀ ਵੈਲਿਊ, A B C D। ਲੋ J5 ਦੀ ਵੈਲਿਊ ਪੁੱਛ ਰਿਹਾ, ਉਹ ਦੱਸੋ ਕਿਹੜੀ ਹੋਊਗੀ। ਇੱਥੇ J ਹੈ ਨਹੀਂਗਾ, ਇੱਥੇ J ਕਿੰਨਾ ਗਾ, ਕੱਲਾ J। ਇੱਥੇ ਕਿੰਨਾ ਬੱਚੇ J ਸਕੁਅਰ, ਇੱਥੇ J ਕਿਊਬ, ਇੱਥੇ J4, ਇੱਥੇ J5, J ਦਾ 5 ਤਾਂ ਮਤਲਬ ਜਿਹੜੀ ਵੈਲਿਊ J5 ਦੀ ਹੈਗੀ ਉਹੀ ਵੈਲਿਊ ਕਾਹਦੀ ਹੈਗੀ, ਕੱਲੇ J ਦੀ ਵੀ ਹੈ। ਤਾਂ ਕੱਲੇ J ਦੀ ਵੈਲਿਊ ਤੁਸੀਂ ਪਹਿਲਾਂ ਹੀ ਪਤਾ ਕਰਕੇ ਹਟੇ ਸੀਗੇ ਵੀ ਉਹ -1 ਹੁੰਦੀ ਹੈ, ਜਾਂ ਫਿਰ ਉਹ -1 ਦਾ J ਸਕੁਅਰ ਦੀ ਵੈਲਿਊ, ਜਾਂ ਉਹ -1 ਦਾ ਰੂਟ ਹੁੰਦਾ। ਤਾਂ ਕਿਹੜੀ ਵੈਲਿਊ ਹੈ ਜੀ, ਆਹ J5 ਹੋਰ ਕਾਹਦੀ ਆਊਗੀ, ਇੱਥੇ ਆਊਗਾ J ਫਿਰ 6, ਇੱਥੇ J7, J8, ਇੱਕ ਇਹ ਵੈਲਿਊ ਹੋ ਰਹੀ J9 ਦੀ। ਓਕੇ ਜੀ। ਪਹਿਲਾ ਕੁਐਸਚਨ ਹੈ, ਕਹਿੰਦਾ ਵੈਨ ਏ ਫੇਜ਼ਰ ਇਜ਼ ਮਲਟੀਪਲਾਈਡ ਬਾਏ -J ਨਾਲ ਜੇ ਕਿਸੇ ਫੇਜ਼ਰ ਨੂੰ ਮਲਟੀਪਲਾਈ ਕਰ ਦਈਏ, ਇਟ ਇਜ਼ ਰੋਟੇਟਡ ਥਰੂ ਡੈਸ਼ ਇਨ ਕਾਊਂਟਰ ਕਲੌਕਵਾਈਜ਼ ਡਾਇਰੈਕਸ਼ਨ। ਕਾਊਂਟਰ ਕਲੌਕਵਾਈਜ਼ ਹੁੰਦਾ ਵੀ ਕਲੌਕ ਤੋਂ ਪੁੱਠਾ, ਇੱਧਰ ਨੂੰ ਕਿੰਨਾ ਘੁੰਮ ਹੋ ਗਿਆ ਜੇ ਆਪਾਂ -J ਨਾਲ ਕਰ ਦਈਏ, ਸਿੱਧਾ ਤਾਂ ਹੈਗਾ ਨਾ 180। ਓਕੇ, ਕਹਿੰਦਾ ਇੱਕ ਫੇਜ਼ਰ ਨੂੰ ਨਾ J ਦੀ 6 ਨਾਲ ਮਲਟੀਪਲਾਈ ਕਰਤਾ, J ਦੀ 6 ਨਾਲ ਮਲਟੀਪਲਾਈ ਕਰਤਾ, ਇਹਦਾ ਮਤਲਬ ਕੀ ਹੈਗਾ ਵੀ ਕਿੰਨਾ ਐਂਗਲ ਨਾਲ ਮਲਟੀਪਲਾਈ ਕੀਤਾ ਕਰ, ਜੇ 540 ਨਾਲ, ਜਾਂ ਫਿਰ 360 ਦੇ ਨਾਲ, ਜਾਂ ਫਿਰ 90 ਨਾਲ, ਜਾਂ ਫਿਰ 270 ਨਾਲ। J 360 + 180 ਕਿੰਨਾ ਹੋਣਗੇ, ਦੇਖ ਲੈਂਦੇ ਆਪਾਂ। ਇੱਥੇ ਕੁਛ ਨਹੀਂ ਸੀਗਾ, ਇੱਥੇ ਸੀਗਾ J1 2 3 4 540 5 6 540 J6 ਇੱਥੇ ਆਊਗਾ ਨਾ। ਤੇ ਇੱਥੇ ਕੀ ਹੈ ਰਾਜੇ, ਆਪਾਂ ਪਹਿਲਾਂ ਕਿੰਨੇ ਵਾਰੀ 360 ਘੁੰਮ ਗਏ, 360 ਦੇ ਵਿੱਚ ਕਿੰਨਾ ਘੁੰਮਿਆ ਸੀ, 180 ਜੋੜੇ ਹੈਗੇ, 360 ਦੇ ਵਿੱਚ 180 ਜੋੜੇ ਆ ਵਿੱਚ 540। ਠੀਕ ਹੈ ਜੀ, 540 ਆਂਸਰ ਆਊਗਾ। ਰੱਟਦਾ ਨਹੀਂ ਮਾਰੀ ਬੇਟੇ ਕੁਐਸਚਨ ਨੂੰ, ਨਹੀਂ ਸਰ, ਹੁਣ ਸਿੱਖਿਆ, ਹੁਣ ਸਿੱਖ ਰਹੇ ਹੋਗੇ ਨਾ। ਹਾਂਜੀ ਹਾਂਜੀ ਸਰ। ਚਲੋ, ਕਹਿੰਦਾ ਵੈਨ ਏ ਫੇਜ਼ਰ ਇਜ਼ ਮਲਟੀਪਲਾਈਡ ਬਾय J ਦੈਨ ਇਟਸ ਮੈਗਨੀਟਿਊਡ ਚੇਂਜ ਹੁੰਦਾ ਕਿ ਇਹਦੀ ਡਾਇਰੈਕਸ਼ਨ ਵੀ ਚੇਂਜ ਹੋ ਜਾਂਦੀ ਆ। ਕੋਈ ਹੈਗਾ, ਕੋਈ 5 ਹੈਗਾ, ਇਹ ਹਜੇ ਤੱਕ ਇਹ ਕਿੱਥੇ ਹੈਗਾ, ਜਿਹੜਾ 5 ਹੈਗਾ ਇਹ ਕਿੱਥੇ ਹੈਗਾ, ਇੱਥੇ ਹੈਗਾ ਨਾ, ਇੱਥੇ ਹੈ ਨਾ, ਜਿਹੜਾ ਉਹ ਮਲਟੀਪਲਾਈ ਕਰਦੀ ਹੈ J ਨਾਲ, ਇਹ ਕਿੱਥੇ ਆ ਜਾਊਗਾ, ਇੱਥੇ ਨਹੀਂ ਆ ਜਾਊਗਾ। ਤਾਂ ਕੀ ਚੇਂਜ ਹੁੰਦਾ ਰਾਜੇ ਇਹਦਾ, J ਨਾਲ ਜੇ ਮਲਟੀਪਲਾਈ ਕਰਾਂਗੇ ਤਾਂ ਕੀ ਚੇਂਜ ਹੁੰਦਾ ਹੈਗਾ ਵਿੱਚ, ਐਂਗਲ ਚੇਂਜ। ਚੌਥੇ ਆਪਾਂ ਦੇਖ ਲੈਂਦੇ ਹੈਗੇ ਕੀ ਚੇਂਜ ਹੁੰਦਾ ਬੱਚੇ ਦੀ, ਡਾਇਰੈਕਸ਼ਨ ਚੇਂਜ ਹੁੰਦੀ ਹੈਗੀ। ਠੀਕ ਹੈ, ਡਾਇਰੈਕਸ਼ਨ ਚੇਂਜ ਹੋ ਗਈ ਨਾ, J ਨਾਲ ਕਰਾਂਗੇ ਤਾਂ 90 ਡਿਗਰੀ ਦੇ ਉੱਪਰ ਘੁੰਮ ਜਾਊਗਾ ਉਹ, ਤਾਂ ਇਹ ਡਾਇਰੈਕਸ਼ਨ ਚੇਂਜ ਹੋ ਗਈ ਨਾ ਸਾਡੀ। ਪੋਲਰ ਫਾਰਮ ਵਾਸਤੇ ਇੱਕ ਚੀਜ਼ ਯਾਦ ਰੱਖਣੀ ਹੈ ਜੀ, ਪੋਲਰ ਫਾਰਮ ਜਾਂ ਤਾਂ ਸਿਰਫ ਮਲਟੀਪਲਾਈ ਹੋ ਸਕਦੀ ਹੈਗੀ, ਜਾਂ ਬੱਚੇ ਡਿਵਾਈਡ ਹੋ ਸਕਦੀ ਹੈਗੀ, ਜਾਂ ਤਾਂ ਮਲਟੀਪਲਾਈ ਹੋ ਸਕਦੀ ਹੈ ਜਾਂ ਇਹ ਡਿਵਾਈਡ ਹੋ ਸਕਦੀ ਹੈ। ਪੋਲਰ ਫਾਰਮ ਨੂੰ ਐਡ ਜਾਂ ਸਬਟਰੈਕਟ ਨਹੀਂ ਕੀਤਾ ਜਾ ਸਕਦਾ, ਯਾਦ ਰੱਖਣਾ ਹੈ। ਠੀਕ ਹੈ ਜੀ। ਸਪੋਜ਼ ਕਰੋ ਸਾਡੇ ਕੋਲੇ ਦੋ ਵੈਲਿਊਜ਼ ਨੇਗੀਆਂ, A ਦੀ ਵੈਲਿਊ ਹੈਗੀ ਆ 5 ਐਂਗਲ 60 ਡਿਗਰੀ ਤੇ B ਦੀ ਵੈਲਿਊ ਹੈਗੀ 3 ਐਂਗਲ 30 ਡਿਗਰੀ। ਸਾਨੂੰ ਕਿਹਾ A ਮਲਟੀਪਲਾਈ ਬਾय B ਕਿੰਨਾ ਹੋਊਗਾ, ਤਾਂ ਮਲਟੀਪਲਾਈ ਹੋ ਸਕਦਾ ਕਿਵੇਂ ਕਰਾਂਗੇ, ਮੈਗਨੀਟਿਊਡਸ ਦਾ ਜਿਹੜਾ ਮਲਟੀਪਲੀਕੇਸ਼ਨ ਕਰ ਦਾਂਗੇ
5 ਦੀ 15 ਲਿਖ ਦਾਂਗੇ ਜੀ। ਐਂਗਲਸ ਨੂੰ ਰਾਜੇ ਪਲੱਸ ਕਰ ਦਾਂਗੇ। 60 ਪਲੱਸ 30 ਕਿੰਨਾ ਹੁੰਦਾ 90 ਡਿਗਰੀ। ਆ ਆਨਸਰ ਆ ਜਾਏਗਾ ਸਾਡਾ। ਓਕੇ, ਅਸੀਂ ਜੇ ਕਦੇ ਪੋਲਰ ਫਾਰਮ ਨੂੰ ਐਡ ਕਰਨਾ ਹੋਵੇ ਤਾਂ ਅਸੀਂ ਜਿਹੜੇ ਮੈਗਨੀਟਿਊਡਸ ਹੁੰਦੇ ਹੈਗੇ, ਐਡ ਨਹੀਂ ਮਲਟੀਪਲੀਕੇਸ਼ਨ ਕਰਨੀ ਹੋਵੇ ਤਾਂ ਇਹਨਾਂ ਨੂੰ ਸਿੱਧਾ ਮਲਟੀਪਲਾਈ ਕਰ ਦਾਂਗੇ, ਇਹਨਾਂ ਨੂੰ ਆਪਾਂ ਸਿੱਧਾ ਪਲੱਸ ਕਰ ਦਾਂਗੇ। ਓਕੇ ਜੀ। ਤੇ ਜੇ ਕਦੇ ਕਿਹਾ ਹੋਵੇ ਇਹਨਾਂ ਨੂੰ A ਡਿਵਾਈਡ ਬਾਈ B ਕਰੋ ਤਾਂ ਫਿਰ ਇਹਨਾਂ ਨੂੰ ਆਪਾਂ ਰਾਜੇ ਮੈਗਨੀਟਿਊਡਸ ਨੂੰ 5 ਡਿਵਾਈਡ ਬਾਈ 3 ਇਹ ਕਰ ਦਾਂਗੇ ਤੇ ਐਂਗਲਸ ਨੂੰ θ1 ਮਾਈਨਸ θ2 ਕਰ ਦਾਂਗੇ। ਮਤਲਬ 5/3 ਐਂਗਲ ਸਾਡਾ 30 ਡਿਗਰੀ ਆਨਸਰ ਆਊਗਾ। ਫਿਰ ਤੁਹਾਨੂੰ ਫਾਰਮੂਲਾ ਲਿਖ ਕੇ ਦਿਖਾ ਦਿੰਨਾਗਾ ਵੀ ਜੇ A ਦੀ ਵੈਲਿਊ ਆ A = B ਐਂਗਲ θ1 ਤੇ C ਦੀ ਵੈਲਿਊ ਆ ਗਈ ਸਾਡੀ D ਐਂਗਲ θ2 ਤਾਂ ਮਲਟੀਪਲਾਈ ਕਿਵੇਂ ਹੁੰਦੀ ਹੈ ਇਹਨਾਂ ਦੀ ਦੇਖ ਲਓ ਜੀ। ਮਲਟੀਪਲਾਈ ਕਰਨ ਵਾਸਤੇ ਅਸੀਂ ਕੀ ਕਰਾਂਗੇ ਰਾਜੇ ਲਿਖਾਇਓ ਮੈਨੂੰ ਇਹਦਾ ਕੀ ਲਿਖਿਆ ਜਾਊਗਾ। ਮੈਗਨੀਟਿਊਡਸ ਨੂੰ ਮਲਟੀਪਲਾਈ, ਮੈਗਨੀਟਿਊਡ ਕਿਹੜੇ ਹੈਗੇ B ਗੁਣਾ D ਐਂਗਲ ਦੇ ਵਿੱਚ ਕੀ ਲਿਖਿਆ ਜਾਊਗਾ θ1 ਪਲੱਸ θ2। ਤੇ ਜੇ ਇਹਨੂੰ ਕਰਨਾ ਹੋਵੇ ਜੀ ਅਸੀਂ ਡਿਵਾਈਡ, ਫਿਰ ਫਾਰਮੂਲਾ ਕੀ ਆਊਗਾ ਰਾਜੇ B ਡਿਵਾਈਡ ਬਾਈ D -θ2। ਡਿਵਾਈਡ ਵਾਸਤੇ ਥੀਟੇ ਆਪਸ ਚ ਮਾਈਨਸ ਹੋਣਗੇ, ਮਲਟੀਪਲਾਈ ਵਾਸਤੇ ਥੀਟੇ ਆਪਸ ਚ ਪਲੱਸ ਹੋਣਗੇ। ਸਰ ਸਬਟ੍ਰੈਕਟ ਕਰਨ ਵਾਸਤੇ ਕੀ ਹੋ ਸਰ? ਨਹੀਂ ਕਰ ਸਕਦੇ ਬੱਚੇ, ਆ ਦੇਖੋ ਕੀ ਲਿਖਿਆ ਸੀ। ਠੀਕ ਹੈ ਸਰ। ਐਡ ਜਾਂ ਸਬਟ੍ਰੈਕਟ ਕਦੇ ਵੀ ਨਹੀਂ ਹੋ ਸਕਦਾ ਰਾਜੇ ਪੋਲਰ ਫਾਰਮ। ਇਹਨੂੰ ਪਹਿਲਾਂ ਕਨਵਰਟ ਕਰਨਾ ਪਊਗਾ ਰੈਕਟੈਂਗਲ ਦੇ ਵਿੱਚ, ਰੈਕਟੈਂਗੂਲਰ ਫਾਰਮ ਦੇ ਵਿੱਚ ਇਹ ਐਡੀਸ਼ਨ ਜਾਂ ਫਿਰ ਸਬਟ੍ਰੈਕਟ। ਜੀ ਆ ਦੇਖੋ ਸਾਡੇ ਕੋਲੇ, ਅੱਛਾ ਹੁਣ ਅਸੀਂ ਯਾਦ ਰੱਖ, ਇਹ ਤਾਂ ਹੋ ਗਿਆ ਨਾ ਸਾਡਾ। ਹੁਣ ਯਾਦ ਰੱਖਣਾ ਵੀ ਜਿਹੜੀ ਸਾਡੀ ਰੈਕਟੈਂਗੂਲਰ ਫਾਰਮ ਹੁੰਦੀ ਹੈ, ਰੈਕਟੈਂਗੂਲਰ ਫਾਰਮ ਦੇ ਵਿੱਚ ਸਾਡੀ ਐਡੀਸ਼ਨ ਜਾਂ ਸਬਟ੍ਰੈਕਸ਼ਨ ਹੋ ਜਾਂਦੀ ਹੈ। ਰੈਕਟੈਂਗੂਲਰ ਫਾਰਮ ਦੇ ਵਿੱਚ ਜੇ ਐਡੀਸ਼ਨ ਕਰਨੀ ਹੈਗੀ, ਮੰਨ ਲਓ ਸਾਡੇ ਕੋਲ ਦਿੱਤਾ 3 + 4J ਪਲੱਸ ਕਰਨਾ ਸੀ 4 + 3J ਨਾਲ। ਸਿੱਧੀ ਗੱਲ ਹੈ 3 ਦੇ ਵਿੱਚ ਇਹ 3 ਜੁੜ ਜਾਏਗਾ, ਅਸੀਂ ਬ੍ਰੈਕਟ ਖੋਲ ਲਓ 3 + 4J + 4 + 3J। 3 ਦੇ ਵਿੱਚ ਆ ਸਿੱਧਾ ਜੁੜ ਜੂ ਬੱਚੇ 7 + 4 ਦੇ ਵਿੱਚ 7J ਆ ਵੱਜ ਜੂਗਾ ਸਾਡਾ। ਐਡੀਸ਼ਨ ਤੇ ਸਬਟ੍ਰੈਕਸ਼ਨ ਲਿਖੀ ਹੋਵੇ, ਇੱਥੇ ਸਬਟ੍ਰੈਕਸ਼ਨ ਕਰਨੀ ਹੁੰਦੀ ਅਸੀਂ, ਫਿਰ ਕੀ ਹੋਣਾ ਸੀ 3 + 4J - 4 - 3J ਏਦਾਂ ਹੋਣਾ ਸੀ ਨਾ। ਮਾਈਨਸ ਪਹਿਲਾਂ ਤਾਂ ਬ੍ਰੈਕਟ ਖੋਲ ਲਓ 3 + 4J - 4 + 3J। ਇਹਦੇ ਵਿੱਚੋਂ ਆ ਮਾਈਨਸ ਸੀ ਤਾਂ ਆਪਣਾ -1, ਇਹਦਾ ਆ ਗਿਆ ਜੇ +7J। ਇਹ ਆਨਸਰ ਆ ਗਿਆ ਸਾਡਾ। ਓਕੇ ਜੀ। ਇਹਦੇ ਵਿੱਚ ਅਸੀਂ ਕੀਤਾ ਹੈਗਾ A - B, ਇਹਦੇ ਵਿੱਚ ਅਸੀਂ ਕੀਤਾ ਹੈਗਾ A + B। A ਤੇ B ਦੀਆਂ ਵੈਲਿਊ ਤੁਹਾਨੂੰ ਦੱਸ ਦਿੱਤੀ ਅਸੀਂ। A ਦੀ ਆ ਪੂਰੀ ਜਿਹੜੀ ਵੈਲਿਊ ਹੈਗੀ, ਆਹ ਵੈਲਿਊ A ਦੀ ਸੀਗੀ ਤੇ ਆ ਜਿਹੜੀ ਪੂਰੀ ਵੈਲਿਊ ਹੈਗੀ ਇਹ B ਦੀ ਸੀਗੀ। ਹਾਂਜੀ, ਕਲੀਅਰ ਹੋ ਗਈ ਜੀ ਗੱਲ ਇਹ? ਹਾਂਜੀ ਸਰ। ਵੈਸੇ ਰੈਕਟੈਂਗੂਲਰ ਫਾਰਮ ਨੂੰ ਅਸੀਂ ਜੇ ਤਾਂ ਸਾਨੂੰ ਥਿਊਰੀ ਪੁੱਛੀ ਫਿਰ ਅਸੀਂ ਸਿਰਫ ਕੀ ਕਰਨਾ ਹੈਗਾ, ਰੈਕਟੈਂਗੂਲਰ ਫਾਰਮ ਨੂੰ ਸਿਰਫ ਪਲੱਸ ਜਾਂ ਰੈਕਟੈਂਗੂਲਰ ਫਾਰਮ ਨੂੰ ਕੀ ਕਰਨਾ ਸਿਰਫ ਮਾਈਨਸ ਕਰਨਾ। ਪਰ ਜੇ ਸਾਨੂੰ ਏਦਾਂ ਆ ਜਾਵੇ ਇਹਦਾ ਦਿੱਤਾ ਹੋਵੇ, ਜੇ ਮਲਟੀਪਲੀਕੇਸ਼ਨ ਦਿੱਤੀ ਹੋਵੇ, ਵੈਸੇ ਮਲਟੀਪਲੀਕੇਸ਼ਨ ਹੁੰਦੀ ਨਹੀਂ ਹੈਗੀ ਥਿਓਰੀਟਿਕਲੀ ਜੇ ਆਪਾਂ ਆਨਸਰ ਦੇਣਾਗਾ, ਪਰ ਜੇ ਕਰਨੀ ਹੋਵੇ ਚੇਂਜ ਕਰਕੇ ਹੈ ਜੀ ਪੋਲਰ ਚ ਚੇਂਜ ਕਰਾਂਗੇ ਪਹਿਲਾਂ ਹੀ, ਪਹਿਲਾਂ ਪੋਲਰ ਚੇਂਜ ਕਰਾਂਗੇ ਫਿਰ ਕਰਾਂਗੇ। ਪਰ ਵੈਸੇ ਜੇ ਕਰਨੀ ਹੋਵੇ ਨਾ ਇਹਦਾ ਆਨਸਰ ਆ ਜਾਂਦਾ ਫਿਰ ਵੀ ਸਹੀ, ਇਹਦਾ ਆਨਸਰ ਆ ਜਾਂਦਾ ਹੁੰਦਾ। ਪਹਿਲਾਂ ਅਸੀਂ ਕਰਾਂਗੇ 3 ਨੂੰ 2 ਨਾਲ ਗੁਣਾ, ਕਿੰਨਾ ਆ ਗਿਆ 6 ਆ ਗਿਆ। ਹਾਂਜੀ, ਫਿਰ ਅਸੀਂ 3 ਨੂੰ ਕਰਾਂਗੇ ਰਾਜੇ ਇਹਦੇ ਨਾਲ ਗੁਣਾ ਪਲੱਸ ਕਿੰਨਾ ਆ ਗਿਆ 5 ਦੂਣੀ 5 ਦੀ 15J ਆ ਗਿਆ। 15 ਫਿਰ ਅਸੀਂ ਕਰਾਂਗੇ ਇਹਨੂੰ ਇਹਦੇ ਨਾਲ ਬੱਚੇ ਕਿੰਨਾ ਆ ਗਿਆ ਪਲੱਸ 8J ਆ ਗਿਆ।
8 ਜੀ ਆ ਗਈ ਹਾਂਜੀ ਫਿਰ ਬੱਚੇ ਇਹਨੂੰ ਇਹਦੇ ਨਾਲ ਜਦੋਂ ਕਰਾਂਗੇ Maths 5 b ਆ ਗਿਆ ਨਾ, B ਯੈਸ ਸਰ b j ਸਕੁਅਰ ਆ ਗਿਆ। ਯੈਸ ਸਰ ਹੁਣ ਇਹਦਾ j ਸਕੁਅਰ ਦਾ ਕੀ ਕਰ ਸਕਦੇ ਆ ਆਪਾਂ? ਮੈਥਸ ਵੀ ਬਣ ਗਿਆ ਸਰ ਮਾਈਨਸ 20 ਹੋ ਜਾਵੇ 15j plus 8j minus 20 ਆ ਗਿਆ ਜੀ। ਤਾਂ -20 ਤੇ ਆਹ 6 ਮਾਈਨਸ ਕਰਾਂਗੇ ਤੁਹਾਡੇ ਕੋਲ -14 ਆ ਦੋਨੇ ਅਜੇ ਹੈਗੇ ਪਲੱਸ ਦੇ, ਤਾਂ 15 ਤੇ 8 ਹੋ ਜਾਣਗੇ ਪਲੱਸ 23j ਹੋ ਜਾਊਗਾ। ਆ ਆਨਸਰ ਆ ਗਿਆ ਜੀ ਸਾਡਾ। ਠੀਕ ਹੈ ਜੀ। ਜੇ ਸਕੇਅਰ ਕਰਾਂਗੇ ਇਹ ਸਾਡੀ ਨਾ ਫਾਰਮ ਉਹੀ ਨਹੀਂ ਰਹਿੰਦੀ ਹੈਗੀ, ਤਾਂ ਕਰਕੇ ਅਸੀਂ ਕਹਿੰਦੇ ਨਹੀਂ ਹੈਗੇ ਵੀ ਇਹਨੂੰ ਆਪਾਂ ਪਲੱਸ ਇਹਨੂੰ ਮਲਟੀਪਲੀਕੇਸ਼ਨ ਕਰੀਏ, ਕਿਉਂਕਿ ਮਲਟੀਪਲੀਕੇਸ਼ਨ ਦੇ ਵਿੱਚ ਸਿੱਧਾ ਜਦੋਂ j ਸਕੇਅਰ ਹੋਇਆ ਕਰੂ ਨਾ ਸਾਡੀ ਇਮੇਜਿਨਰੀ ਟਰਮ ਆ ਜਿਹੜੀ ਸਾਡੀ ਖਤਮ ਹੋ ਜਾਇਆ ਕਰੂ ਹਮੇਸ਼ਾ। ਇਹ ਆਊਟ ਸਕੁਅਰ ਹੁੰਦਾ ਨਾ ਸਰ ਇਹ ਹੈ ਜੀ, ਇਹ ਆਊਟਾ ਬਣ ਜਾਂਦਾ ਸਰ। ਜੋ ਜੇ ਕਹਿ ਲੋ ਚਾਹੇ ਉਲਟਾ ਕਹਿ ਲੋ, ਇਹ ਸਭ ਇਮੇਜਿਨਰੀਆਂ ਦੀਆਂ ਨਿਸ਼ਾਨੀਆਂ ਨੇਗੀਆਂ। ਠੀਕ ਹੈ ਓਕੇ ਜੀ, ਇਹ ਟੌਪਿਕ ਸੀਗਾ ਜੀ ਅੱਜ ਦਾ। ਸਰ ਇੱਕ ਕੁਐਸਚਨ ਹੋਰ ਸੀ ਸਰ। ਬੋਲੋ ਜੀ। ਸਰ ਜਿਹੜਾ ਇਹ ਕੁਐਸਚਨ ਤੁਸੀਂ ਦਿੱਤਾ ਹੋਇਆ ਸਰ, ਜੇ ਡਿਵਾਈਡ ਚ ਆ ਜੇ ਫਿਰ ਇਹ ਕਿਵੇਂ ਨਿਕਲੂ ਸਰ? ਆਹ ਡਿਵਾਈਡ ਚ ਆ ਜੇ, ਹਾਂ 3 + 4j ਡਿਵਾਈਡ 2 + 5j ਜੇ ਨਹੀਂ ਕਰਨਾ ਫਿਰ ਤਾਂ ਰੈਸ਼ਨਲਾਈਜ਼ ਕਰਨਾ ਪੈਂਦਾ ਹੁੰਦਾਗਾ, ਨਹੀਂ ਹੋਣਾ ਹੈਗਾ। ਠੀਕ ਹੈ ਸਰ। ਜੇ ਤਾਂ ਹੈ ਨਾ 3 + 4j ਹੇਠਾਂ ਜੇ 3 2 - 7j ਏਦਾਂ ਜੇ ਨਾ, ਫਿਰ ਰੈਸ਼ਨਲਾਈਜ਼ ਕਰਨਾ ਪੈਂਦਾ। ਮਾਈਨਸ ਆ ਨਾ, ਇਹਨੂੰ ਪਰ ਪਲੱਸ ਮੰਨ ਕੇ 2 + 7j ਹੇਠਾਂ 2 + 7j, ਫਿਰ ਇਹਨੂੰ ਇਹਦੇ ਨਾਲ ਮਲਟੀਪਲਾਈ, ਇਹਨੂੰ ਇਹ ਨਾਲ ਆ ਏਦਾਂ ਕਰਕੇ ਇਹਨੂੰ ਇਹਦੇ ਨਾਲ ਸਾਰੇ ਨਾਲ ਮਲਟੀਪਲਾਈ, ਤੇ ਹੇਠਾਂ ਬਣ ਜਾਂਦਾ ਉਹਦਾ ਸਾਡਾ a - b a + b, ਹੇਠਾਂ ਬਣ ਜਾਂਦਾ ਸਕੁਅਰ ਮਾਈਨਸ b ਸਕੁਅਰ, ਉੱਪਰਲੇ ਪਾਸੇ ਗੁਣਾ ਕਰਨੀ ਪਊ 3 ਨੂੰ ਇਹਦੇ ਨਾਲ, ਫਿਰ ਇਹਨੂੰ ਇਹਦੇ ਨਾਲ, ਫਿਰ ਇਹਨੂੰ ਇਹਦੇ ਨਾਲ, ਫਿਰ ਇਹਨੂੰ ਇਹਦੇ ਨਾਲ। ਉਹ ਲੰਬਾ ਬਹੁਤ ਆ ਜਾਂਦਾ ਬੱਚੇ ਲੈਂਥੀ, ਫਿਰ ਇਹਨੂੰ ਕੱਟਣਾ ਪਊਗਾ ਇਹਨਾਂ ਨੂੰ। ਠੀਕ ਹੈ ਸਰ, ਫਿਰ ਕਿਤੇ ਜਾ ਕੇ ਸੋਲਵ ਹੁੰਦਾ। ਠੀਕ ਹੈ, ਓਕੇ। ਇਹ ਕਰਨ ਦੀ ਲੋੜ ਨਹੀਂ ਹੈਗੀ, ਸਾਨੂੰ ਨਹੀਂ ਪੁੱਛੇਗਾ। ਓਕੇ ਸਰ।